ਤੇ ਅੱਜ ਦੀ ਜਿਹੜੀ ਫਾਰਮਿੰਗ ਦੀ ਗੱਲਬਾਤ ਦੇ ਵਿੱਚ ਚਰਚਾ ਜਿਹੜੀ ਆ ਉਹ ਆਪਾਂ ਕਈ ਵਿਸ਼ਿਆਂ ਦੇ ਉੱਤੇ ਕਰਨੀ ਆ। ਸਿਟਰਸ ਦੀ ਹਾਰਵੈਸਟ ਦਾ ਸੀਜ਼ਨ ਜਿਹੜਾ ਇਸ ਟਾਈਮ ਚੱਲ ਰਿਹਾ, ਹਾਰਵੈਸਟਿੰਗ ਚੱਲ ਰਹੀ ਆ, ਉਸ ਉੱਤੇ ਆਪਾਂ ਚਰਚਾ ਕਰਾਂਗੇ। ਤੇ ਕੁਝ ਜਿਹੜੀਆਂ ਡੈਡਲਾਈਨਸ ਆ ਰਹੀਆਂ ਆ, ਚਾਹੇ ਉਹ NRCS ਨੂੰ ਲੈ ਕੇ ਆ, 에ਅਰ ਬੋਰਡ ਨੂੰ ਲੈ ਕੇ ਆ, ਉਹਦੇ ਬਾਰੇ। ਤੇ ਜਿਨ੍ਹਾਂ ਦੇ ਕੋਲ ਸਿਟਰਸ ਫਾਰਮਸ ਹੈਗੇ ਨੇ, ਉਹ ਵਿੰਟਰ ਰੈਡੀ ਕਿੱਦਾਂ ਹੋਣਾ ਹੈ, ਸਿਆਲਾਂ ਦੇ ਲਈ ਤਿਆਰੀ ਜਿਹੜੀ ਆ ਉਹ ਆਪਣੇ ਖੇਤਾਂ ਦੀ ਕਿੱਦਾਂ ਕਰਨੀ ਆ, ਉਸ ਉੱਤੇ ਅੱਜ ਆਪਣੀ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਰਹੇਗੀ। ਅਰਸ਼ਦੀਪ ਸਿੰਘ ਜਿਹੜੀ ਪੱਗ ਆਰਗੇਨਾਈਜੇਸ਼ਨ ਆ, ਪੰਜਾਬੀ ਅਮਰੀਕਨ ਗਰੋਵਰਸ ਗਰੁੱਪ, ਉਹਨਾਂ ਦੇ ਨਾਲ ਕੰਮ ਕਰਦੇ ਆ ਤੇ ਹੁਣ ਲੰਮੇ ਅਰਸੇ ਤੋਂ ਪੰਜਾਬੀ ਜਿਹੜੀ USA ਦੇ ਨਾਲ ਫਾਰਮਿੰਗ ਤੇ ਹੋਰ ਕਈ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜਦੇ ਨੇ। ਸੋ ਅਰਸ਼ਦੀਪ ਸਿੰਘ, ਆਪਾਂ ਰੀਸੈਂਟਲੀ ਥੋੜ੍ਹੇ ਚਿਰ ਪਹਿਲਾਂ ਜਦੋਂ ਸਿਟਰਸ ਨੂੰ ਲੈ ਕੇ ਗੱਲਾਂ ਕਰ ਰਹੇ ਸੀਗੇ, ਤੁਸੀਂ ਸ਼ੁਰੂ ਕੀਤਾ ਸੀ, ਨਵਾਂ ਖੇਤ ਤਿਆਰ ਹੋ ਰਿਹਾ ਆ, ਇੱਕ ਤੁਹਾਡੇ ਕੋਲ ਆਲਰੇਡੀ ਹੈਗਾ ਆ ਜਿਸ ਨੂੰ ਤੁਹਾਨੂੰ ਸਟਾਰਟ ਕਰਦਿਆਂ ਨੂੰ, ਖੇਤੀ ਕਰਦਿਆਂ ਨੂੰ ਕੁਛ ਕੀ ਮਿਲਾ ਸਾਲ ਡੇਢ ਸਾਲ ਜਿਹੜਾ ਉਸ ਚੀਜ਼ ਦੇ ਵਿੱਚ ਜਿਹੜਾ ਹੋਇਆ, 2 ਸਾਲ ਜਿਹੜੇ 2 ਹੋਏ ਆ। ਸਾਲ ਹੋ ਚਲੇ ਹਨ। ਸੋ ਇਹ ਹਾਰਵੈਸਟ ਸੀਜ਼ਨ ਇੱਕ ਵਾਰੀ ਫੇਰ ਹੁਣ ਸਿਰ ਤੇ ਆ, ਸੋ ਕਿੱਦਾਂ ਚੱਲ ਰਿਹਾ? ਸੋ ਹਾਰਵੈਸਟ ਦੇ ਲਈ ਪਹਿਲਾਂ ਤਾਂ ਇਹ ਦੱਸੋ ਵੀ ਤਿਆਰੀਆਂ ਕੀ ਹੁੰਦੀਆਂ, ਹੁਣ ਨਿਬੜਨ ਤੇ ਆ ਗਿਆ ਕੰਮ? ਹਾਂਜੀ, ਨਹੀਂ ਦੇਖੋ, ਪਿਛਲੇ ਸਾਲ ਵੀ ਆਪਾਂ ਹਾਰਵੈਸਟ ਕੀਤੀ ਸੀਗੀ, ਉਹ ਤਾਂ ਚਲੋ ਆਪਾਂ ਨੂੰ ਬੜਾ ਪਤਾ ਨਹੀਂ ਸੀ, ਹੈ ਨਾ, ਉਹ ਕਾਫੀ ਉਹ ਲਰਨਿੰਗ ਐਕਸਪੀਰੀਅੰਸ ਸੀਗਾ। ਤੇ ਇਸ ਵਾਰ ਜ਼ਿਆਦਾ ਪ੍ਰਿਪੇਅਰਡ ਸੀ ਹਾਰਵੈਸਟ ਨੂੰ ਲੈ ਕੇ, ਸੀਜ਼ਨ ਨੂੰ ਲੈ ਕੇ, ਕਿਹਨੂੰ ਆਪਾਂ ਸੈੱਲ ਕਰਨੀ ਸੀ, ਕ੍ਰੌਪ ਕਦੋਂ ਕਰਨੀ ਸੀ, ਕਦੋਂ ਹਾਰਵੈਸਟ ਕਰਨੀ ਸੀ। ਪਿਛਲੀ ਵਾਰ ਤਾਂ ਜਾਣੀ ਕਿ ਜਿਵੇਂ ਆਈ ਗਿਆ ਉਵੇਂ ਚੱਲੀ ਜਾਂਦੇ ਸੀਗੇ, ਹੈ ਨਾ, ਕਈ ਗਲਤੀਆਂ ਹੋਈਆਂ ਸੀ। ਇਸ ਵਾਰ ਕਾਫੀ ਰੈਡੀ ਸੀਗੇ ਤੇ ਪਹਿਲਾਂ ਹੀ ਸਾਈਨ ਕੀਤਾ ਹੋਇਆ ਸੀ ਆਪਾਂ ਕੰਟਰੈਕਟ ਪੈਕਿੰਗ ਹਾਊਸ ਨਾਲ, ਤੇ ਉਹਨਾਂ ਨੇ ਹਾਰਵੈਸਟ ਜਨਰਲੀ ਪਿਛਲੇ ਸਾਲ ਜੇ ਦੇਖਿਆ ਜਾਵੇ ਤਾਂ ਅਸੀਂ, ਮੈਨੂੰ ਯਾਦ ਆ 22-23 ਅਕਤੂਬਰ ਨੂੰ ਹਾਰਵੈਸਟ ਸਟਾਰਟ ਕੀਤੀ ਸੀ। ਅੱਛਾ, ਠੀਕ ਹੈ ਜੀ। ਐਤਕੀ ਕਰੀਬ ਆਲਮੋਸਟ 2.5-3 ਹਫ਼ਤੇ ਲੇਟ ਆ। ਹਾਂ, ਜਿਵੇਂ ਬਦਾਮਾਂ ਦਾ ਵੀ ਆਪਾਂ ਪਹਿਲਾਂ ਜਸਵੀਰ ਸਿੰਘ ਹੁਣੀ ਦੱਸ ਕੇ ਗਏ ਸੀ। ਤੇ ਉਹਦਾ ਵੱਡਾ ਕਾਰਨ ਤਾਂ ਇਹੀ ਸੀਗਾ ਵੀ ਜਿਹੜੀ ਆ ਸਪਟੰਬਰ 'ਚ ਹੀਟ ਵੇਵ ਆਈ ਸੀਗੀ 2 ਹਫ਼ਤੇ 2.5 ਦੀ, ਉਹਨੇ ਸਾਨੂੰ ਕਾਫੀ ਡਿਲੇ ਕਰਾਤਾ। ਸੋ ਸਾਰੀਆਂ ਕ੍ਰੌਪਸ ਦੇ ਉੱਤੇ ਦਾ ਅਸਰ ਰਿਹਾ ਆ ਇਹਦਾ, ਕਿਉਂਕਿ ਜਦੋਂ ਆਪਾਂ ਸਿਟਰਸ ਦੀ ਗੱਲ ਕਰਦੇ ਹਾਂ, ਜਿਹੜੀ ਅਰਲੀ ਵੈਰਾਈਟੀਜ਼ ਝਾੜਨੀਆਂ ਨੇ ਅਕਤੂਬਰ, ਨਵੰਬਰ, ਦਸੰਬਰ 'ਚ, ਮੇਨਲੀ ਅਕਤੂਬਰ ਨਵੰਬਰ 'ਚ, ਉਹਨਾਂ ਲਈ ਆਪਾਂ ਨੂੰ ਹੁੰਦਾ ਵੀ ਮੌਸਮ ਠੰਡਾ ਹੋ ਜਾਏ ਥੋੜ੍ਹਾ ਜਿਹਾ, ਕਿਉਂਕਿ ਜੇ ਫਿਰ ਸਪਟੰਬਰ ਐਂਡ ਤੇ ਅਕਤੂਬਰ ਅਰਲੀ ਠੰਡੀਆਂ ਰਾਤਾਂ ਹੁੰਦੀਆਂ ਨੇ ਤਾਂ ਉਹਦੇ ਨਾਲ ਕਲਰ ਚੇਂਜ ਹੋ ਜਾਂਦਾ ਬਹੁਤ ਛੇਤੀ, ਹੈ ਨਾ। ਤੇ ਉਹ ਐਤਕੀ ਉਹ ਡਿਲੇਡ ਹੋ ਗਿਆ ਬਹੁਤ। ਤੇ ਉਹਦੇ ਅਰਲੀ ਵਾਲੀਆਂ ਵੀ ਮਿਡ ਦੇ ਵਿੱਚ ਜਾ ਪਈਆਂ, ਅਰਲੀ ਵਾਲੀਆਂ ਵੀ 2 ਵੀਕਸ ਲੇਟ ਨੇ, ਤੇ ਜਿਹੜੀਆਂ ਮਿਡ ਵਾਲੀਆਂ ਉਦੋਂ 2 ਵੀਕਸ ਲੇਟ ਹੋਣਗੀਆਂ ਹੁਣ। ਤੇ ਜਦੋਂ ਆਪਾਂ ਸਟਾਰਟ ਕੀਤੀ ਐਤਕੀ ਨਵੰਬਰ 6 ਨੂੰ, ਨਵੰਬਰ 7 ਨੂੰ ਅਰਾਊਂਡ ਦੈਟ ਟਾਈਮ, ਤੇ ਉਹਦੇ ਨਾਲ 10-12 ਦਿਨ ਲੇਟ ਸੀਗਾ, ਤੇ ਹੁਣ ਚੱਲ ਰਹੀ ਆ 15 ਦਿਨ ਹੋ ਗਏ ਆ। ਤੇ ਹੁਣ ਤਾਂ ਜਿਹੜੀ ਅਰਲੀ ਵੈਰਾਈਟੀਜ਼ ਨੇ ਸੈਟਸੂਮਾਸ, ਉਹ ਤਾਂ ਆਲਮੋਸਟ ਡਨ ਹੀ ਆ। ਠੀਕ ਹੈ, ਮੈਨੂੰ ਲੱਗਦਾ ਕੱਲ ਨੂੰ ਲਗਭਗ 90% ਫਿਨਿਸ਼ ਹੋ ਜੂਗੀ। ਠੀਕ ਹੈ, ਹਾਂਜੀ। ਸੋ ਹੋਰ ਕਿਹੜੀਆਂ ਵੈਰਾਈਟੀਆਂ ਨੇ ਇਸ ਵਾਰ ਤੁਹਾਡੇ ਖੇਤ ਦੇ ਵਿੱਚ ਸੈਟਸੂਮਾ ਤੋਂ ਇਲਾਵਾ? ਸੈਟਸੂਮਾਸ ਤੋਂ ਬਿਨਾਂ ਆਪਣੇ ਕੋਲ ਲੇਟ ਵੈਰਾਈਟੀਜ਼ ਹੈਗੀਆਂ ਨੇ, ਮਰਕੌਟਸ ਨੇ ਜੀ, ਉਹ ਫਰਵਰੀ ਝੜਨਗੇ। ਠੀਕ ਹੈ, ਹਾਂ, ਉਹਨਾਂ ਦਾ ਰੰਗ ਹੁਣ ਉਦਾਂ ਅਜੇ ਉਹ ਗ੍ਰੀਨ ਹੀ ਹੈ? ਉਹ ਕਾਫੀ ਗ੍ਰੀਨ ਆ, ਉਹ ਤਾਂ ਜਿਵੇਂ ਹਜੇ 70% ਗ੍ਰੀਨ ਹੀ ਨੇ, ਥੋੜਾ ਝਲਕ ਜੀ ਮਾਰਦੀ ਆ ਹੁਣ ਔਰੰਜ ਕਲਰ ਦੀ। ਠੀਕ ਹੈ, ਪਰ ਹੁਣ ਉਹ ਔਰੰਜ ਹੋਣ ਲੱਗ ਜਾਣੇ। ਤੁਹਾਨੂੰ ਕੀ ਲੱਗਦਾ ਉਹ ਤਾਂ ਨਹੀਂ ਡਿਲੇ ਹੋਣਗੇ ਹੁਣ? ਨਹੀਂ, ਉਹ ਨਹੀਂ ਹੋਣੇ ਚਾਹੀਦੇ, ਕਿਉਂਕਿ ਉਹਦਾ ਜਦੋਂ ਸਾਈਜ਼ ਉਦੋਂ ਬਹੁਤ ਛੋਟਾ ਸੀ ਜਦੋਂ ਹੀਟ ਵੇਵ ਆਈ ਸੀ, ਜਾਨੂੰ ਉਹਦੇ ਲਈ ਕਲਰ ਲਈ ਮੌਸਮ ਠੰਡਾ ਚਾਹੀਦਾ ਜਿਹੜਾ, ਉਹ ਹੁਣ ਠੰਡ ਪਈ ਜਾਣੀ। ਹਾਰਵੈਸਟ ਦੇ ਉੱਤੇ ਇਸ ਹੀਟ ਵੇਵ ਦਾ ਕੀ ਅਸਰ ਤੁਹਾਨੂੰ ਕੁਝ ਨਜ਼ਰ ਆਇਆ? ਸਾਈਜ਼ ਛੋਟਾ ਰਿਹਾ ਜਾਂ ਉਹਦੇ ਵਿੱਚ ਮਿਠਾਸ ਘੱਟ ਆ, ਜਾਂ ਕਿੱਦਾਂ, ਕੀ ਤੁਹਾਨੂੰ ਲੱਗ ਰਿਹਾ? ਇੱਕ ਤਾਂ ਇਸ ਵਾਰ ਕਿਉਂਕਿ ਲੇਟ ਹੋ ਗਈ ਹੈ ਨਾ, ਜਿੰਨੀ ਇਹ ਲੇਟ ਹੋਈ ਕ੍ਰੌਪ, ਆਪਾਂ ਹੁਣ ਉਨੀ ਵੇਟ ਨਹੀਂ ਕਰ ਸਕਦੇ ਸੀ। ਜੇ ਤਾਂ ਹੁਣ 15 ਦਿਨ ਹੋਰ ਟਰੀ ਤੇ ਛੱਡ ਦਿੰਦੇ ਤਾਂ ਮਿਠਾਸ ਹੋਰ ਵੀ ਵੱਧ ਜਾਣੀ ਸੀ, ਠੀਕ ਹੈ, ਪਰ ਫਿਰ ਉਦੋਂ ਬਾਅਦ ਕ੍ਰੌਪ ਸੈੱਲ ਕਰਨੀ ਔਖੀ ਹੋ ਜਾਂਦੀ ਹੈ, ਜਿਵੇਂ ਲੇਟ ਹੁੰਦੇ ਜਾਂਦੇ, ਕਿਉਂਕਿ ਫਿਰ ਦੂਜੀਆਂ ਜਿਹੜੀਆਂ ਆਈ ਜਾਣੀਆਂ, ਉਹ ਫਿਰ ਦੂਜੀਆਂ ਉਹਨਾਂ ਦੀ ਹਾਰਵੈਸਟਿੰਗ ਹੋਈ ਜਾਣੀ, ਕਿਉਂਕਿ ਮਿਡ ਵਾਲੀਆਂ ਫਿਰ ਵੈਰਾਈਟੀ ਸ਼ੁਰੂ ਹੋ ਜਾਂਦੀਆਂ। ਠੀਕ ਹੈ, ਤੇ ਉਹ ਫਿਰ ਆਪਾਂ ਉਦੋਂ ਲਾ ਲਿਆ। ਇੱਕ ਤਾਂ ਫਰਕ ਇਹ ਹੈ ਵੀ ਥੋੜਾ ਜਿਹਾ ਜਿਹੜਾ ਇਸ ਟਾਈਮ ਤੱਕ ਜਿੰਨਾ ਸ਼ੂਗਰ ਕੰਟੈਂਟ ਹੁੰਦਾ ਉਸ ਮੁਤਾਬਕ ਘੱਟ। ਕਿੰਨੇ % ਘੱਟ? ਤੁਸੀਂ ਕੁਝ ਮੈਜਰ ਕੀਤੇ? ਜਿਵੇਂ 10 ਤੋਂ 15% ਸ਼ੂਗਰ ਕੰਟੈਂਟ ਦਾ ਫਰਕ ਘੱਟ ਹੈਗਾ। ਹਾਂ, ਮੈਂ ਯੂਨਿਟਸ ਭੁੱਲ ਗਿਆ ਕਿਵੇਂ ਮੈਜਰ ਕਰਦੇ ਆ, ਬਟ ਉਹਨਾਂ ਦਾ ਨੰਬਰ ਹੁੰਦਾ ਵੀ 9 ਤੋਂ 12 ਦੇ ਵਿੱਚ ਹੋਣਾ ਚਾਹੀਦਾ ਹੈ। ਠੀਕ ਹੈ, ਠੀਕ ਹੈ ਜੀ। ਜਨਰਲੀ ਅੱਗੇ ਤਾਂ ਜਦੋਂ ਆਪਾਂ ਇਸ ਪੁਆਇੰਟ ਤੇ ਪਹੁੰਚੇ ਸੀਗੇ ਸਾਰੇ 10-11 ਸੀ, ਐਤਕੀ ਬੇਅਰਲੀ 9 ਤੋਂ ਕ੍ਰਾਸ ਹੀ ਕੀਤਾ ਸੀਗਾ, ਮਤਲਬ ਕੱਟਣ ਜੋਗੇ, ਲਾਉਣ ਜੋਗੇ ਹੀ ਹੋਏ ਸੀਗੇ ਹਲੇ। ਤੇ ਫਿਰ ਹੁਣ ਜਿਵੇਂ ਚੱਲ ਜਿਹੜੇ ਪਹਿਲਾਂ ਤੋੜੇ ਨੇ ਸਪੈਸ਼ਲੀ, ਫਿਰ ਉਹਨਾਂ ਨੇ ਕਲਰ ਪਿਕ ਹੀ ਕੀਤਾ ਵੀ ਉਹ ਜਿੰਨੇ ਕ ਰੈਡੀ ਸੀ ਉਹਨੇ ਹੀ ਕੀਤੇ ਪਹਿਲੇ ਪਾਸ ਚ, ਹਨਾ। ਤੇ ਕਿਉਂਕਿ ਐ ਹੋਣ ਲੱਗ ਜਾਂਦਾ ਵੀ ਆਪਾਂ ਨੂੰ ਵੀ ਜਾਣ ਲੱਗ ਜਾਂਦਾ ਵੀ ਥੋੜੇ ਜਿਹੇ ਤਾਂ ਚਲੋ ਗਏ, ਹਨਾ, ਜਿੰਨੇ ਬਿੰਨ ਚ ਪਾਏ ਉਹਨਾਂ ਹੀ ਆਪਾਂ ਨੂੰ ਦੱਸ ਰਿਹਾ। ਤੇ ਉਹਦੇ
ਉਹਦੇ ਕਰਕੇ ਥੋੜਾ ਡਿਲੇ ਹੋਇਆ। ਠੀਕ ਹੈ। ਤੇ ਇਹਦੂ ਬਿਨਾਂ ਹੀਟ ਦਾ ਇਹ ਸੀਗਾ ਇੱਕ ਰਾਜਕਰਨ ਜੀ, ਐਤਕੀ ਨਾ ਹੀਟ ਡੈਮੇਜ ਵੀ ਬਹੁਤ ਸੀਗਾ, ਸਨਬਰਨ ਕਹਿੰਦੇ ਜਿਹਨੂੰ ਅਸੀਂ। ਹਾਂਜੀ ਹਾਂਜੀ। ਸਨਬਰਨ ਹੋਇਆ ਕਾਫੀ, ਉਹ ਵੀ ਪਿਛਲੇ ਸਾਲ ਦੇ ਮੁਤਾਬਕ ਤਾਂ ਘੱਟ ਸੀ, ਬਟ ਉਹ ਜਿਹੜਾ ਨੈਚੁਰਲੀ ਹੋਣਾ ਚਾਹੀਦਾ ਉਦੋਂ ਮੈਨੂੰ ਲੱਗਦਾ ਜ਼ਿਆਦਾ ਸੀ ਥੋੜਾ ਜਿਹਾ, ਜੇ ਆਪਾਂ ਆਪਣੇ ਬਲੌਕਸ ਦੀ ਗੱਲ ਕਰੀਏ। ਤੇ ਉਹਦੇ ਨਾਲ ਵੀ ਕਾਫੀ ਫਰਕ ਪੈ ਜਾਂਦਾ, ਕਿਉਂਕਿ ਜਿਹੜੇ ਡੈਮੇਜ ਹੋਏ ਜਾਂਦੇ ਹੀਟ ਨਾਲ ਉਹ ਵਿਕਣੇ ਤਾਂ ਹੈ ਨਹੀਂ, ਉਹਦਾ ਥੱਲੇ ਸਿੱਟਣੇ ਪੈਣੇ ਆਪਾਂ ਨੂੰ ਤੋੜ ਕੇ। ਠੀਕ ਹੈ। ਤੇ ਉਹ ਹੈਗਾ। ਤੇ ਇੱਕ ਜਦੋਂ ਹੁਣ ਆਪਾਂ ਜਿੰਨਾ ਲੇਟ ਹੋਈ ਜਾਂਦੇ ਉਹਨਾਂ ਪ੍ਰੈਸ਼ਰ ਵੱਧ ਜਾਂਦਾ, ਜਲਦੀ ਕਰੋ। ਹਾਂ, ਕਿਉਂਕਿ ਹੁਣ ਛੇਤੀ ਕਾਹਲ ਪਈ ਹੋਈ ਆ ਵੀ ਥੈਂਕਸਗਿਵਿੰਗ ਤੱਕ ਹੀ ਜਨਰਲੀ ਹੁੰਦਾ ਸੈਟ ਸੂਮਰਸ ਅਰਲੀ ਵੈਰਾਈਟੀਜ਼ ਨਿਕਲ ਜਾਣ ਤਾਂ ਚੰਗੀ ਗੱਲ। ਹੁਣ ਐਤਕੀ ਇੱਕ ਥੈਂਕਸਗਿਵਿੰਗ ਥੋੜੀ ਜਿਹੀ ਅਰਲੀ ਆਉਣ ਕਰਕੇ ਥੈਂਕਸਗਿਵਿੰਗ ਤੋਂ ਕ੍ਰਿਸਮਸ ਸਟ੍ਰੈਚ ਜ਼ਿਆਦਾ ਹੈ, ਐਤਕੀ ਸਾਰਾ ਕੁਝ ਹੀ ਚੇਂਜ ਹੋ ਗਿਆ। ਥੈਂਕਸਗਿਵਿੰਗ ਅਰਲੀ ਕਿੱਦਾਂ ਜੀ, ਉਹ ਤਾਂ ਚੌਥੇ ਵੀਰਵਾਰ ਹੀ ਹੋਣੀ ਆ। ਨਹੀਂ, ਜਿਹੜਾ ਥੈਂਕਸਗਿਵਿੰਗ ਤੋਂ ਕ੍ਰਿਸਮਸ ਦੇ ਵਿੱਚ ਦਾ ਟਾਈਮ ਹੈ, ਠੀਕ ਆ। ਕਿਉਂਕਿ ਅੱਗੇ ਜਨਰਲੀ ਮੈਂ ਦੇਖਿਆ ਵੀ ਜਿਹੜਾ ਅਸੀਂ ਥੈਂਕਸਗਿਵਿੰਗ ਵੀਕ 'ਚ ਕੋਈ ਹਾਰਵੈਸਟ ਨਹੀਂ ਹੁੰਦੀ, ਤੇ ਇਸ ਵਾਰ ਕੀਤੀ। ਤੇ ਉਦੋਂ ਜਿਹੜਾ ਨੈਕਸਟ ਵੀਕ ਹੁੰਦਾ ਉਹ ਵੀ ਬਹੁਤ ਸਲੋ ਹੁੰਦਾ। ਐਤਕੀ ਥੈਂਕਸਗਿਵਿੰਗ ਵੀਕ ਵੀ ਹਾਰਵੈਸਟ ਹੋਈ ਹੈ, ਤੇ ਐਤਕੀ ਬੋਆ ਵੀਕ ਬਹੁਤ ਤੇਜ਼ ਆ। ਤੇ ਹੁਣ 1-2 ਵੀਕ ਤੁਹਾਡੇ ਜਿਹੜੇ ਆ ਹੋਰ ਲੱਗਣੇ ਆ। ਸਾਡਾ ਹੁਣ ਆਪਣਾ ਮੇਨਲੀ 90% ਡਨ ਹੋ ਜਾਣਾ। ਹੁਣ ਜਿਹੜੇ ਸਾਈਜ਼ ਛੋਟੇ ਹੁੰਦੇ ਆ ਥੋੜੇ ਜਿਹੇ, ਜਿਨ੍ਹਾਂ ਦਾ ਇਹ ਫੁੱਲ ਕਲਰ ਨਹੀਂ ਹੈਗਾ, ਹੁਣ ਉਹਨੂੰ ਆਪਾਂ ਟਾਈਮ ਦੇਵਾਂਗੇ 15 ਕੁ ਦਿਨ ਹੋਰ। ਹਾਂ ਠੀਕ ਹੈ। ਉਹ ਦਸੰਬਰ 10 ਦੇ ਨੇੜੇ ਤੇੜੇ ਫਿਰ ਉਹ ਆ ਕੇ ਕਲੀਨ ਅਪ ਕਰ ਜਾਣਗੇ, ਫਿਰ ਉਹਨਾਂ ਨੇ ਐ ਵੀ ਪੂਰੇ ਟਰੀ ਖਾਲੀ ਕਰ ਜਾਣਗੇ, ਜਿਹੇ ਜਿਹੇ ਵੀ ਹੋਏ ਲੈ ਜਾਣਗੇ, ਜਿੱਦਾਂ ਦੇ ਵੀ ਹੋਏ, ਫਿਰ ਉਹਨਾਂ ਨੇ ਆਪਣੀਆਂ ਬਿੰਨਾਂ ਭਰ ਕੇ ਉਹਦਾ ਫਿਰ ਉਹ ਪ੍ਰਾਈਸ ਘੱਟ ਦਿੰਦੇ। ਠੀਕ ਹੈ, ਆਬਵੀਅਸਲੀ ਫਿਰ ਉਹਨਾਂ ਨੇ ਤਾਂ ਆਪਣਾ ਹਰ ਇੱਕ ਨੇ ਆਪਣਾ ਮੁਨਾਫਾ ਦੇਖਣਾ, ਕਿਉਂਕਿ ਹੁਣ ਤੱਕ ਸਾਰੇ ਸਟੇਮਨ ਲੀਫ ਤੋੜਿਆ, ਪੱਤੇ ਦੇ ਨਾਲ ਤੋੜਿਆ। ਇੱਕ ਪੱਤਾ, ਇੱਕ ਸੰਤਰਾ ਜਿਹੜਾ ਆਪਾਂ ਦੇਖਦੇ ਹਾਂ ਨਾ, ਉਹ ਵਿਕਦਾ ਸੋਹਣਾ ਮਾਰਕੀਟ 'ਚ ਰੇਟ ਵੀ ਤੇਜ਼ ਹੁੰਦਾ, ਉਹ ਥੋੜਾ ਜਿਹਾ ਅੱਡ ਮਾਰਕੀਟ ਨੂੰ ਟਾਰਗੇਟ ਕਰਦੇ ਆ। ਤੇ ਜਿਹੜੇ ਹੁਣ ਟੁੱਟਣਗੇ ਫਿਰ ਉਹ ਕਲੀਨ ਅਪ 'ਚ ਉਹ ਬੈਗਾਂ 'ਚ ਆਉਂਦੇ ਜਿਹੜੇ। ਠੀਕ ਹੈ, ਓਕੇ, ਉਹ ਜਿਆਦਾ ਬੈਗਸ ਹੀ ਆਉਣੇ। ਤੇ ਇਹ ਜਿਹੜੇ ਹਾਰਵੈਸਟ ਜਿਹੜੀ ਤੁਸੀਂ ਜਦੋਂ ਕਰਨੀ ਆ, ਇਹ ਸਾਰੀਆਂ ਹੈਂਡ ਪਿਕ? ਹਾਂ, ਸਿਟਰਸ ਹਜੇ ਹੈਂਡ ਪਿਕ ਹੀ ਹੋ ਰਿਹਾ ਸਾਰਾ। ਠੀਕ ਹੈ, ਅੱਛਾ। ਤੇ ਯੂਨੀਵਰਸਿਟੀ ਦੇ ਕੰਮ ਹੋ ਰਿਹਾ ਆਟੋਮੇਸ਼ਨ ਦਾ। ਇੱਕ ਤਾਂ ਮੈਂ ਜਾਣਦਾ ਪ੍ਰੋਫੈਸਰ ਨੂੰ, ਬਰਾੜ ਸਾਹਿਬ ਨੇ ਮੈਨੂੰ ਦੱਸਿਆ ਸੀ ਇੱਕ ਵਾਰੀ, ਯੂਸੀ ਮਰਸੈਡ ਕਰ ਰਿਹਾ ਉਹ ਕੰਮ ਤੇ ਆਟੋਮੇਸ਼ਨ ਤੇ, ਬਟ ਉਹ ਤਾਂ ਅਜੇ ਬਹੁਤ ਇਨੀਸ਼ੀਅਲ ਸਟੇਜਸ ਆ। ਫॉर ਨਾਓ ਸਾਰਾ ਹੈਂਡ ਪਿਕ ਹੁੰਦਾ, ਇੱਕ ਸੰਤਰਾ ਇੱਕ ਵਾਰ ਕਰਕੇ ਤੋੜਦੇ ਆ। ਕਿੰਨੇ ਕੁ ਕਾਮਿਆਂ ਦੀ ਲੋੜ ਪੈਂਦੀ ਆ? ਹੁਣ ਜਿੱਦਾਂ ਤੁਹਾਡਾ 20 ਏਕੜ ਦਾ ਜਿਹੜਾ ਬਲੌਕ ਸੀਗਾ, ਤੇ ਕਿੰਨੇ ਕੁ ਕਾਮੇ ਜਿਹੜੇ ਐਟ ਟਾਈਮ ਆਉਂਦੇ ਆ? ਬਿਨਸ ਦਾ ਹੁੰਦਾ, ਜਿਵੇਂ ਉਹਨਾਂ ਨੇ ਹੁਣ ਜਿਹੜਾ ਆਪਣਾ ਪੈਕਿੰਗ ਹਾਊਸ ਆ, ਉਹਨਾਂ ਨੇ ਉਨੇ ਹੀ ਤੋੜਦੇ ਹੁੰਦੇ ਜਿੰਨਾ ਉਹਨਾਂ ਕੋਲ ਆਰਡਰ ਹੁੰਦੇ, ਜਿੰਨਾ ਚਾਹੀਦਾ। ਠੀਕ ਆ, ਕਿਉਂਕਿ ਜਦੋਂ ਕੇਰਨ ਟੁੱਟ ਜਾਂਦੇ ਆ ਫਿਰ ਤੇ ਦੂਜੇ ਨੂੰ ਸ਼ਿਪ ਕਰਨੇ ਪੈ ਜਾਂਦੇ ਉਹਨਾਂ ਨੂੰ। ਉਹ ਫਿਰ ਕਿਉਂ ਰਹਿੰਦੀ ਨਹੀਂ, ਫਿਰ ਸ਼ੈਲਫ ਲਾਈਫ ਦੀ ਸ਼ੈਲਫ ਲਾਈਫ ਘੱਟ ਆ, ਤੇ ਉਹ ਫਿਰ ਉਨੇ ਕੀ ਤੋੜ ਕੇ ਲਿਆਉਂਦੇ ਆ। ਪਰ ਉਹ ਬਿਨ ਦੇ ਹਿਸਾਬ ਨਾਲ ਹੁੰਦਾ ਵੀ ਇਹ ਇੱਕ ਜਾਣਾ 3 ਕੁ ਬਿਨ ਤੋੜ ਦਿੰਦਾ ਸ਼ਾਮ ਤੱਕ, 2 ਤੋਂ 3 ਬਿਨ ਆਰਾਮ ਨਾਲ। ਬਿਨ 'ਚ ਕਿੰਨੇ ਕੁ ਪਾਉਂਡ ਹੁੰਦੇ ਆ? 900 ਪਾਉਂਡ। 900 ਪਾਉਂਡ ਦਾ ਇੱਕ ਬਿਨ ਹੁੰਦਾ। ਹਾਂਜੀ, ਤੇ ਉਹਨਾਂ ਨੂੰ ਬਾਏ ਬਿਨ ਹੀ ਪੈਸੇ ਮਿਲਦੇ ਆ, ਤੇ ਉਹ ਆਰਾਮ ਨਾਲ 2-3 ਤੋੜ ਜਾਂਦਾ ਇੱਕ ਜਣਾ। ਤੁਸੀਂ ਦੱਸਦੇ ਰਹੇ ਸੀਗੇ ਵੀ ਮਿੰਟੋ ਮਿੰਟ ਹੀ ਤੁਸੀਂ ਵੀ ਟਰਾਈ ਆਪ ਕਰਦੇ ਸੀਗੇ, ਪਰ ਉਹ ਗੱਲ ਸਪੀਡ ਬਣਦੀ ਨਹੀਂ। ਆਪਾਂ ਤਾਂ ਨਹੀਂ ਬਣਦੀ, ਉਹ ਤਾਂ ਪੌੜੀਆਂ ਤੇ ਚੜ੍ਹ ਕੇ ਮਿੰਟ 'ਚ ਹੋ ਜਾਂਦੇ ਆ, ਤੇ ਟਰੀ ਦੇ ਵਿੱਚ ਵੜ ਜਾਂਦੇ ਨੇ। ਹਾਂ, ਮੇਰਾ ਵਰਗਾ ਤਾਂ ਆਲੇ ਦੁਆਲੇ ਦੇਖ ਦੇਣਾ ਵੀ ਇੱਧਰ ਝਰੀਟ ਨਾ ਵੱਜੇ, ਇੱਧਰ ਨਾ ਵੱਜੇ। ਉਹਨਾਂ ਦਾ ਚਲੋ ਨਿੱਤ ਦਾ ਕੰਮ, ਪਰ ਉਹਨਾਂ ਦੇ ਕੱਪੜੇ ਵੀ ਉਵੇਂ ਪਾਏ ਹੁੰਦੇ, ਉਹ ਤਿਆਰੀ ਹੁੰਦੀ ਨਾ, ਉਹਨਾਂ ਦੇ ਸਾਰੇ ਕਵਰ ਹੁੰਦੇ ਨੇ, ਹੱਥ ਹੁੱਥ ਵੀ ਤੇ ਮੂੰਹ ਤੇ ਵੀ ਉਹ ਪਾਇਆ ਹੁੰਦਾ, ਤੇ ਐਨਕਾਂ ਉਨਕਾਂ ਲਾਈਆਂ ਹੁੰਦੀਆਂ, ਉਹਨਾਂ ਨੂੰ ਕਿਤੇ ਵੀ ਐਕਸਪੋਜ਼ ਨਹੀਂ। ਹਾਂ, ਤੇ ਅੱਖਾਂ ਵੀ ਕਵਰ ਹੁੰਦੀਆਂ। ਹੁਣ ਆਪਾਂ ਦੇਖਦੇ ਵੜਨਾ ਦਾ ਵੀ ਕਿਤੇ ਵੱਜ ਨਾ ਜਾਵੇ, ਉਹਨਾਂ ਦਾ ਫਿਰ ਉਹ ਰੋਜ਼ ਦਾ ਕੰਮ। ਸੋ ਇਸ ਵਾਰ ਤਿਆਰੀ ਤੋਂ ਪਹਿਲਾਂ ਜਦੋਂ ਹਾਰਵੈਸਟ ਕਰਨੀ ਹੁੰਦੀ ਹੈ ਸਿਟਰਸ ਦੀ, ਪਾਣੀ ਕਦੋਂ ਤੱਕ ਲਾਉਣਾ ਹੁੰਦਾ? ਬੰਦ ਕਰਨਾ ਪੈਂਦਾ ਆ ਜਾਂ ਚੱਲਦਾ ਰੱਖਣਾ ਪੈਂਦਾ ਆ? ਉਹਦੀ ਕਿੱਦਾਂ ਤਿਆਰੀ ਹੁੰਦੀ ਹੈ? ਜਿਹੜਾ ਸਿਟਰਸ 'ਚ ਅਸੀਂ ਪਾਣੀ ਨਹੀਂ ਬੰਦ ਕਰਦੇ। ਠੀਕ ਹੈ, ਹਾਂਜੀ, ਉਹ ਲੱਗਦਾ ਹੀ ਰਹਿੰਦਾ, ਆਪਾਂ ਨਹੀਂ ਬੰਦ ਕੀਤਾ। ਸ਼ੌਕ 'ਚ ਨਹੀਂ ਇਹਨੂੰ ਘੱਲਣਾ ਹੁੰਦਾ ਨਾ, ਕੁਛ ਨਹੀਂ। ਉਹ ਹੈ ਹੁੰਦਾ ਵੀ ਜੇ ਤੁਸੀਂ, ਜਿਵੇਂ ਆਹ ਟੈਕਨੀਕਸ ਨੇ ਵੀ, ਜਿਵੇਂ ਪਹਿਲਾਂ ਜੇ ਸਾਨੂੰ ਸੈਪਟੈਂਬਰ 'ਚ ਲੱਗਦਾ ਵੀ ਸਾਈਜ਼ ਥੋੜਾ ਜਿਹਾ ਛੋਟਾ, ਤਾਂ ਫਿਰ ਟਰੀ ਨੂੰ ਸਟ੍ਰੈਸ ਕਰ ਦਿੰਦੇ ਆ ਜਾਣ ਕੇ ਵੀ ਉਹ ਪਾਣੀ ਘੱਟ ਕਰ ਦਿੰਦੇ ਆ। ਟਰੀ ਨੂੰ ਲੱਗਣ ਲੱਗ ਜਾਂਦਾ ਵੀ ਪਾਣੀ ਨਹੀਂ ਹੈਗਾ, ਫਿਰ ਜਿਹੜਾ ਉਹ ਵਿੱਚ ਹੀ ਹੁੰਦਾ ਉਹ ਉਹਨਾਂ ਨੂੰ ਘੱਲਦਾ ਹੈ। ਹਾਂ, ਜਿੱਥੇ ਜ਼ਰੂਰੀ ਹੁੰਦਾ ਉਹਦੇ ਨਾਲ ਫਿਰ ਜਾਣੀ ਉਹ ਤੁਸੀਂ ਪਰਪਸਲੀ ਕਰ ਸਕਦੇ ਹੋ ਪਹਿਲਾਂ, ਤੇ ਪਰ ਜਿਹੜੀ ਕਿਹੜੇ ਸਟੇਜ ਦੇ ਉੱਤੇ ਜਾ ਕੇ, ਇਹ ਜੁਲਾਈ ਅਗਸਤ ਸੈਪਟੈਂਬਰ, ਉਸ ਟਾਈਮ ਤੇ ਤੁਸੀਂ ਦੇਖ ਸਕਦੇ ਹੋ ਵੀ ਸਾਈਜ਼ ਸਾਡਾ ਕਿੱਥੇ ਕਾ। ਓਕੇ, ਇੰਨੀ ਜਲਦੀ ਪਤਾ ਲੱਗ ਜਾਂਦਾ ਵੀ ਕੀ ਐਂਡ ਸਾਈਜ਼ ਜਿਹੜਾ ਕਿੱਦਾਂ ਦਾ ਹੋ ਸਕਦਾ? ਹਾਂਜੀ ਹਾਂ, ਉਹ ਗ੍ਰਾਫ ਦੇਈ ਜਾਂਦੇ। ਹੁਣ ਤਾਂ ਡੇਟਾ ਹੀ ਬਹੁਤ ਹੈ, ਜਿੰਨੀਆਂ ਆਪਾਂ ਲਾਏ ਸੈਂਸਰ ਜੇ, ਉਹ ਤੇ ਫਰੂਟ ਤੇ ਵੀ ਲਾ ਜਾਂਦੇ ਆ। ਅੱਛਾ, ਉਹ ਫਿਰ ਦੱਸੀ ਜਾਂਦੇ ਵੀ ਐਵਰੇਜ ਸਾਈਜ਼ ਇੰਨਾ ਹੋਣਾ ਚਾਹੀਦਾ, ਵੀਕ ਸਾਈਜ਼ ਇੰਨਾ ਹੋਣਾ ਚਾਹੀਦਾ। ਤੁਸੀਂ ਪਿੱਛੇ ਆ ਕਿ ਤੁਸੀਂ ਅੱਗੇ ਆ, ਹਨਾ। ਪਲੱਸ ਔਰ ਮਾਈਨਸ 10% ਦਾ ਚਲੋ ਕੋਈ ਫਰਕ ਨਹੀਂ ਪੈਂਦਾ ਹੁੰਦਾ, ਪਰ ਜੇ ਹੁਣ ਤੁਹਾਡੇ 30% ਪਿੱਛੇ ਆ ਤੁਸੀਂ, ਫੇਰ ਹਨਾ ਕਾਫੀ ਫਰਕ ਪੈ ਜਾਂਦਾ। ਤੇ ਹਮੇਸ਼ਾ ਐ ਹੋਣਾ ਹੀ ਹੁੰਦਾ ਵੀ ਜਿਵੇਂ ਹੁਣ ਆਪਣੀ 10% ਕ੍ਰੌਪ ਰਹਿੰਦੀ ਆ ਹਜੇ ਟਰੀਜ਼ ਤੇ, ਜਿਹੜੀ ਹਜੇ ਸਾਈਜ਼ ਛੋਟਾ। ਅੱਛਾ, ਉਹਨਾਂ ਨੇ ਉਹੀ ਨਹੀਂ ਤੋੜਿਆ, ਉਹੀ ਨਹੀਂ ਤੋੜੇ ਹੁਣ। ਸੋ ਉਹਨੂੰ ਤੇਜ਼ ਕਰਨ ਦੇ ਲਈ ਹੁਣ ਤਾਂ ਇਹ ਤਾਂ ਹੈ ਨਹੀਂ, ਹੁਣ ਜਿਹੜਾ 6-7 ਤੋਂ ਕਿਤੇ ਆ ਕਿ ਫਰਟੀਲਾਈਜ਼ਰ ਪਾ ਕੇ ਜਾਂ ਕੁਛ ਇਦਾਂ ਦੀ ਚੀਜ਼ ਪਾ ਕੇ, ਕੁਛ ਨਹੀਂ ਇਦਾਂ ਦਾ ਕੁਛ ਨਹੀਂ। ਫਿਰ ਉਹਦਾ ਇਹ ਹੁੰਦਾ ਵੀ ਜਿਹੜੇ ਬਾਹਲੇ ਵੱਡੇ ਵੀ ਨਹੀਂ ਤੋੜਦੇ ਉਹ। ਅੱਛਾ,
ਜੇ ਸਾਈਜ਼ ਜ਼ਿਆਦਾ ਵੱਡਾ ਹੋ ਜੇ ਫਿਰ ਵੀ ਨਹੀਂ ਵਿਕਣੇ। ਉਹ ਹੁਣ ਫਿਰ ਘਰੇ use ਕੱਢਣਾ ਫਿਰ ਪੈਣਾ। ਆਪਟੀਮਲ ਵੇਲ ਹੁੰਦੇ ਜਿਵੇਂ ਆਪਾਂ ਕਹਿੰਦੇ ਨੇ ਇੰਜੀਨੀਅਰਿੰਗ 'ਚ, ਹਾਂ। ਤੇ ਉਹ ਵੀ ਜ਼ਿਆਦਾ ਜਿਹੜੀ ਕ੍ਰੌਪ ਆ ਤੁਹਾਡੀ ਬਲਕ 'ਚ ਮੈਜੋਰਟੀ ਕ੍ਰੌਪ ਆ, ਜੋ ਸਹੀ ਸਾਈਜ਼ 'ਚ ਨਿਕਲ ਜੇ ਫਿਰ ਉਹ ਥੋੜੇ ਤਾਂ ਛੋਟੇ ਵੱਡੇ ਨਿਕਲਣੇ ਹੀ ਆ, ਉਹ ਤਾਂ ਨੈਚੁਰਲੀ। ਹਾਂਜੀ ਉਹ ਤਾਂ ਹੈ ਹੁਣ ਹੀ। ਵੱਡਿਆਂ ਦਾ ਕੋਈ ਇਲਾਜ ਨਹੀਂ, ਉਹ ਤਾਂ ਪਏ ਆ, ਉਹ ਤਾਂ ਆਪਣੇ ਹੀ ਕੰਮ ਆਉਣੇ ਨੇ, ਆਪਾਂ ਖਾ ਲਾਂਗੇ ਜਿੰਨੇ ਖਾ ਲਾਂਗੇ। ਜਿਹਦੇ ਖਾ ਲਾਂਗੇ, ਹਾਂ, ਜਿਹਦੇ ਜੂਸ ਕੱਢ ਹੁੰਦਾ ਜੂਸ ਕੱਢ ਕੇ ਹਨਾ। ਹਾਂ। ਤੇ ਜਿਹੜੇ ਛੋਟੇ ਆ ਉਹਨਾਂ ਦਾ ਹਜੇ ਚਲੋ ਫਿਰ ਵੀ ਹੈਗਾ ਵੀ ਹਜੇ ਦੱਸਣਾ ਥੋੜਾ ਜਿਹਾ ਸਾਈਜ਼ ਹੋਰ ਹੋ ਜਾਊਗਾ ਤੇ ਫਿਰ ਉਹ ਚੱਲ ਬੈਗਾਂ 'ਚ ਪੈਕ ਨਿਕਲ ਜਾਣਗੇ। ਸੋ ਜਦੋਂ ਹਾਰਵੈਸਟ ਦਾ ਟਾਈਮ ਆਉਂਦਾ ਹੈ, ਆਬਵੀਅਸਲੀ ਬਟਰਫਲਾਈਜ਼ ਇਨ ਯੂਰ ਸਟਮਕ, ਥੋੜਾ ਨਰਵਸਨੈਸ, ਟੈਨਸ਼ਨ, ਹੋਰ ਕਈ ਚੀਜ਼ਾਂ ਦੇਖਣੀਆਂ ਹੁੰਦੀਆਂ। ਖੇਤ ਦੀ ਤਿਆਰੀ ਵੀ ਹੁੰਦੀ ਆ ਵੀ, ਕਿਉਂਕਿ ਉਹ ਤੋਂ ਪਹਿਲਾਂ ਮੀਂਹ ਮੂੰਹ ਪੈ ਕੇ ਹਟੇ ਹੁੰਦੇ ਆ ਵੀ, ਕਈ ਚੀਜ਼ਾਂ ਉੱਗੀਆਂ ਹੁੰਦੀਆਂ, ਉਹਨੂੰ ਫਲੈਟ ਕਰਨਾ ਹੁੰਦਾ, ਵਾਹੁਣਾ ਪੈਂਦਾ ਹੈ, ਜਾਂ ਇਦਾਂ ਹੀ ਚੱਲਦਾ ਹੈ ਕੰਮ? ਨਹੀਂ, ਜਿਹੜਾ ਉਹ ਤਾਂ ਚਲੋ ਕਲੀਨ ਹੋਣਾ ਚਾਹੀਦਾ, ਕਿਉਂਕਿ ਉਹਨਾਂ ਨੇ ਬੰਦਿਆਂ ਨੇ ਵਿੱਚ ਵੜ ਕੇ ਤੋੜਨਾ ਹੁੰਦਾ ਨਾ ਇੱਕ ਕਰਕੇ। ਉਹ ਤਾਂ ਚਲੋ ਹੋ ਗਿਆ ਜਿਹੜੀਆਂ ਆਪਣੀ ਨਾਰਮਲ ਕਲਚਰਲ ਪ੍ਰੈਕਟਿਸ ਆ ਜਾਂਦਾ ਹਨਾ, ਵੀ ਘਾਹ ਘੂ ਨਾ ਹੋਣ, ਜ਼ਿਆਦਾ ਵੱਡਾ ਨਾ ਹੋਵੇ, ਕੁਝ ਵੀ ਕਲੀਨ ਹੋਵੇ। ਤੇ ਦੂਜਾ ਹੁੰਦਾ ਵੀ ਕਈ ਰੈਂਚਸ 'ਚ ਜਿਵੇਂ ਉਹ ਫਿਰ ਉਹ ਸੋਇਲ ਤੇ ਆ ਜਾਂਦਾ ਵੀ ਜਿੱਥੇ ਜੇ ਮੀਂਹ ਪੈ ਗਿਆ ਮੂਹਰੇ, ਜਿੱਥੇ ਪਾਣੀ ਖੜਦਾ ਤਾਂ ਫਿਰ ਉਹਨਾਂ ਨੂੰ ਬਹੁਤ ਔਖਾ ਹੋ ਜਾਂਦਾ ਉਦੋਂ ਚੱਕੜ ਬਹੁਤ ਹੁੰਦਾ। ਹਾਂ, ਤੇ ਉਹ ਫਿਰ ਉਦੋਂ ਤੋੜਦੇ ਨਹੀਂ। ਹੁਣ ਆਪਣੇ ਕੋਲ ਤਾਂ ਸਾਰੀ ਸੈਂਡੀ ਸੋਇਲ ਆ ਇੱਥੇ ਇਸ ਏਰੀਏ 'ਚ ਨਾ ਜ਼ਿਆਦਾ, ਉਹ ਸੈਂਡੀ 'ਚ ਤਾਂ ਪਾਣੀ ਖੜਦਾ ਹੀ ਨਹੀਂ, ਜਦੀ ਚਲਾ ਜਾਂਦਾ, ਜੀਰ ਜਾਂਦਾ ਥੱਲੇ ਹਨਾ। ਤੇ ਦੂਜੀ ਗੱਲ ਆ ਜਾਂਦੀ ਹੈ ਵੀ ਉਹ ਜਦੋਂ ਹਾਰਵੈਸਟ ਕਰਨੀ ਹੁੰਦੀ ਆ, ਮੀਂਹ ਦਾ ਇੱਕ ਤਾਂ ਜਦੋਂ ਮੀਂਹ ਪੈਂਦਾ ਉਦੋਂ ਨਹੀਂ ਤੋੜਦੇ ਗੇ, ਠੀਕ ਹੈ, ਉਦੋਂ ਤਾਂ ਹਾਰਵੈਸਟ ਹੋਣੀ ਨਹੀਂ। ਹੁਣ ਕੱਲ ਨੂੰ ਤੋੜਨੇ ਆ, ਉਦੋਂ ਬਾਅਦ 2-3 ਦਿਨ ਮੀਂਹ ਦਿਖਾ ਰਹੇ ਆ ਤੇ ਉਹ ਫਿਰ ਬੰਦ ਆ ਕੰਮ। ਠੀਕ ਹੈ। ਤੇ ਦੂਜਾ ਹੁੰਦਾ ਵੀ ਸਵੇਰੇ ਅਰਲੀ ਮਾਰਨਿੰਗ ਨਹੀਂ ਤੋੜਦੇਗੇ, ਉਹ ਤਾਂ ਅਸੀਂ ਬਹੁਤ ਲੇਟ ਸ਼ੁਰੂ ਕਰਦੇ ਆ, 10 ਵਜਾ ਲੈਂਦੇ ਆ, 10-11 ਵੀ ਵਜਾ ਲੈਂਦੇ ਆ, ਕਿਉਂਕਿ ਜਦੋਂ ਧੁੱਪ ਨਿਕਲ ਆਉਂਦੀ ਆ ਫਿਰ ਜਿਹੜਾ ਟਰੀ ਤੇ ਉਹ ਮੋਇਸਚਰ ਹੁੰਦਾ ਨਾ, ਫਰੂਟ ਤੇ ਮੋਇਸਚਰ ਹੁੰਦਾ, ਉਹ ਸਾਰਾ ਉੱਡ ਜਾਂਦਾ ਉਦੋਂ। ਠੀਕ ਹੈ। ਗਿੱਲੇ ਦੇ ਵਿੱਚ ਰੱਖਦੇ ਆ ਫਿਰ ਉਹ ਖਰਾਬ ਹੋਣ ਦਾ ਚਾਂਸ ਬਹੁਤ ਵੱਧ ਜਾਂਦਾ, ਉੱਲੀ ਜੀ ਲੱਗ ਜਾਂਦੀ ਹੈ, ਹਰੇ ਜਿਹੇ ਹੋ ਜਾਂਦੇ ਆ ਫਿਰ ਉਹ ਜੇ ਹੁੰਦੇ ਤਾਂ ਕਈ ਵਾਰ ਐ ਹੋ ਜਾਂਦਾ ਵੀ ਆ ਜਾਂਦੇ ਨੇ, ਫਿਰ ਉੱਥੇ ਅੱਗ ਲਾ ਕੇ ਬੈਠੇ ਰਹਿੰਦੇ ਨੇ ਵੀ ਥੋੜੀ ਧੁੱਪ ਹੋਰ ਨਿਕਲੇ, ਥੋੜਾ ਜਿਹਾ ਹੋਰ ਇਹ ਸਾਫ਼ ਹੋਣ। ਠੀਕ ਹੈ ਹਨਾ, ਫੇਰ ਸ਼ੁਰੂ ਕਰਦੇ ਕਿਤੇ ਜਾ ਕੇ। ਠੀਕ ਆ। ਕਿੰਨੇ ਕੁ ਘੰਟੇ ਉਦਾਂ ਓਵਰਆਲ ਦਿਹਾੜੀ ਦੇ ਵਿੱਚ ਲਾਉਂਦੇ? ਕਿਉਂਕਿ ਜਿੱਦਾਂ ਤੁਸੀਂ ਕਿਹਾ ਵੀ ਵੇਟ ਵੀ ਕਰ ਲੈਂਦੇ, ਕਈ ਵਾਰੀ ਮੈਚ ਵੀ ਦੇਖਦੇ ਆ, ਕਈ ਵਾਰੀ ਹੱਥ ਵੀ ਸੇਕਦੇ ਆ, ਹਨਾ। ਹਾਂਜੀ ਹਾਂ, ਜਿਵੇਂ ਹੁਣ 6 ਘੰਟੇ ਲੱਗਦੇ ਜ਼ਿਆਦਾ ਤਾਂ, ਠੀਕ ਹੈ। 10 ਤੋਂ 4 ਵਜੇ ਤੱਕ ਨਾਰਮਲ ਟਾਈਮ ਆ ਸਾਡਾ ਹਾਰਵੈਸਟ। ਤੇ ਤੁਸੀਂ ਜਦੋਂ ਉੱਥੇ ਹੁੰਦੇ ਆ ਨਾਲ, ਤੁਹਾਡੇ ਕੀ ਉੱਥੇ ਫਰਜ਼, ਕਿਹੜੀਆਂ ਚੀਜ਼ਾਂ ਤੁਸੀਂ ਦੇਖਣੀਆਂ ਹੁੰਦੀਆਂ ਵੀ ਜਿਹਦੇ ਖੇਤ ਆ ਉਹਨੇ ਕਿਹੜੀਆਂ ਚੀਜ਼ਾਂ ਦਾ ਉਸ ਟਾਈਮ ਦੇ ਉੱਤੇ ਧਿਆਨ ਰੱਖਣਾ ਹੁੰਦਾ ਹਾਰਵੈਸਟ ਹੋ ਰਹੀ ਦੇ ਦੌਰਾਨ? ਇੱਕ ਤਾਂ ਦੇਖੋ ਸੇਫਟੀ ਹੁੰਦੀ ਆ ਹਨਾ, ਵੀ ਕਿਸੇ ਨੂੰ ਵੀ ਫੋਰਕਲਿਫਟ ਹੁੰਦੀਆਂ ਜਾਂ ਲਿਫਟ ਫੋਰਕਲਿਫਟਸ ਅੱਗੇ ਆਉਂਦੀਆਂ ਨੇ ਹਨਾ, ਜੇ ਚੱਕਦੀਆਂ ਜਿਹੜੀਆਂ ਬਿਨ ਰੱਖਦੀਆਂ ਵਿੱਚ ਨਾਲ ਦੀ। ਉਹ ਤਾਂ ਚਲੋ ਕਾਂਟਰੈਕਟ ਤੇ ਆ, ਉਹਨਾਂ ਦੇ ਕਾਂਟਰੈਕਟਰਸ ਦਾ ਸੁਪਰਵਾਈਜ਼ਰ ਹੁੰਦਾ ਇੱਕ ਹਰ ਟਾਈਮ ਉਹਨਾਂ ਦੇ ਨਾਲ ਹੁੰਦਾ ਹੈ, ਪਰ ਫਿਰ ਵੀ ਐ ਹੁੰਦਾ ਵੀ ਆ ਕਿਸੇ ਨੂੰ ਇੰਜਰੀ ਨਾ ਹੋ ਜੇ ਡਿਊਰਿੰਗ ਹਾਰਵੈਸਟ, ਕਿਉਂਕਿ ਲਾਇਬਿਲਿਟੀ ਬਣ ਜਾਂਦੀ ਫਿਰ ਹਨਾ। ਠੀਕ ਹੈ। ਇੱਕ ਤਾਂ ਇਹ ਹੁੰਦਾ, ਦੂਜਾ ਇਹ ਹੁੰਦਾ ਵੀ ਆਪਦੇ ਪੱਖੋਂ ਜਿਹੜੇ ਦੇਖਣਾ ਹੁੰਦਾ ਵੀ ਬਿਨ ਕਾਊਂਟ ਕਰ ਲਏ, ਕਿੰਨੇ ਨਿਕਲ ਗਏ, ਕਿਹੜੇ ਬਲਾਕ 'ਚ ਬੜੇ ਹੋਏ ਨੇ, ਕਿਹੜੀ ਰੋਜ਼ ਕੋਈ ਟਰੀ ਛੱਡ ਤਾਂ ਨਹੀਂ ਗਏ, ਤੁਸੀਂ ਨਾਲ ਦੀ ਨਾਲ ਉਹ ਗੇੜਾ ਕੱਢੀ ਜਾਣਾ ਹੁੰਦਾ। ਤੇ ਜੇ ਤੁਹਾਨੂੰ ਲੱਗਦਾ ਵੀ ਕਿਸੇ ਟਰੀ ਤੇ ਕਿਸੇ ਪਾਸੇ ਨੂੰ ਉਹ ਜ਼ਿਆਦਾ ਛੱਡ ਗਏ ਫਰੂਟ, ਤਾਂ ਤੁਸੀਂ ਉਸ ਸੁਪਰਵਾਈਜ਼ਰ ਨੂੰ ਪੁੱਛ ਲਓ, ਕਿਉਂਕਿ ਕਈ ਆਪਾਂ ਨੂੰ ਲਿਮਿਟੇਸ਼ਨ ਆ ਜਾਂਦੀ ਹੈ ਵੀ ਉਹ ਜ਼ਿਆਦਾ ਬੋਲਦੇ ਸਪੈਨਿਸ਼ ਨੇ, ਇੱਕ ਸੁਪਰਵਾਈਜ਼ਰ ਇੰਗਲਿਸ਼ ਬੋਲਣ ਵਾਲਾ ਹੁੰਦਾ, ਫਿਰ ਤੁਸੀਂ ਉਹਨੂੰ ਸੱਦ ਕੇ ਕਹਿਣਾ ਪੈਂਦਾ ਜਿਹੜੀ ਵੀ ਕਹਿਣੀ ਹੁੰਦੀ। ਉਹੀ ਪੋਲਾ ਵਿਚਾਲੇ। ਹਾਂ, ਤੇ ਫਿਰ ਇੱਕ ਇਹ ਹੋ ਜਾਂਦਾ। ਤੇ ਬਾਕੀ ਫਿਰ ਜਿੰਨੇ ਬਿਨ ਜਾਣੇ ਹੁੰਦੇ ਆ, ਉਹ ਤਾਂ ਚਲੋ ਐਡੀ ਕੋਈ ਪ੍ਰੋਬਲਮ ਨਹੀਂ ਜੇ ਤੁਸੀਂ ਬੰਦਿਆਂ ਨੂੰ ਜਾਣਦੇ ਆ, ਹਰੇਕ ਸਾਲ ਪਿਕ ਕਰਦੇ ਆ ਜਿਵੇਂ ਹਨਾ ਆਪਣੇ। ਪਰ ਜੇ ਨਵੇਂ ਬੰਦੇ ਆ ਤਾਂ ਫਿਰ ਤੁਹਾਨੂੰ ਬਿਨ ਕਾਊਂਟ ਵਗੈਰਾ ਦਾ ਵੀ ਹੋ ਜਾਂਦਾ, ਵੀ ਬਿਨ ਕਾਊਂਟ ਹੋ ਜੇ, ਪੂਰੀ ਸਹੀ ਹੋ ਜੇ, ਇੱਧਰ ਉੱਧਰ ਨਾ ਹੋ ਜੇ ਹਨਾ। ਠੀਕ ਹੈ। ਕਈ ਵਾਰ ਐਂ ਕਰਨ ਲੱਗ ਜਾਂਦੇ ਆ ਵੀ 10 ਚੱਕ ਕੇ ਲੈ ਗਏ ਜੀ, 8 ਚੱਕ ਕੇ ਲੈ ਗਏ, ਜਿੰਨੇ ਕੁ ਰੈਡੀ ਆ, ਕਿਉਂਕਿ ਨਾਲ ਦੀ ਨਾਲ ਪੈਕਿੰਗ ਹਾਊਸ ਚੱਲ ਪੈਂਦੀ ਨਾ, ਉਹਦੀ ਕਲੀਨਿੰਗ ਉਹਦੀ ਸਾਰੀ, ਤੇ ਉਹ 'ਚ ਫਿਰ ਬੜਾ ਕਾਊਂਟ ਕਰਨਾ ਔਖਾ ਹੋ ਜਾਂਦਾ। ਆਪਣੀ ਤਾਂ ਪ੍ਰੈਫਰੈਂਸ ਇਹ ਹੁੰਦੀ ਹੈ ਕਿ ਮੈਂ ਤਾਂ ਇਹੀ ਕਹਿਣਾ ਹੁੰਦਾ ਵੀ ਤੁਸੀਂ ਸਾਰੇ ਇਕੱਠੇ ਕਰ ਲਓ, ਸ਼ਾਮ ਨੂੰ ਆਪਦੇ ਲੋਡ ਲੈ ਕਰਕੇ ਲੈ ਜਾਓ, ਇੱਕੋ ਵਾਰੀ ਲੈ ਕੇ ਜਾਓ। ਹਾਂ, ਫਿਰ ਉਹ 'ਚ ਬਹੁਤ ਸੌਖਾ ਹੋ ਜਾਂਦਾ ਉਹਨਾਂ ਨੂੰ ਵੀ ਤੇ ਆਪਾਂ ਨੂੰ, ਕਿਉਂਕਿ ਨਹੀਂ ਉਹਨਾਂ ਨੂੰ ਫਿਰ ਸਿੱਧਾ ਹੀ ਮਗਜਮਾਰੀ ਬਹੁਤ ਨਹੀਂ ਤਾਂ। ਹਾਂ ਜੀ ਹਾਂ। ਹੁਣ ਉਹ ਸ਼ਾਮ ਨੂੰ ਜਦੋਂ ਟਰੱਕ ਤੇ ਚੜ੍ਹਨੇ ਆ, ਪੱਕਾ ਵੀ ਜੇ ਫੁੱਲ ਲੋਡ ਆ ਤਾਂ 48 ਬਿਨ ਚੜ੍ਹ ਗਏ, ਤੇ ਨਾਲ ਦੀ ਨਾਲ ਉਹਨਾਂ ਨੇ ਕੱਟ ਕੇ ਉਹ ਦੇ ਦੇਣੀ ਆ, ਸਲਿੱਪ ਕੱਟ ਕੇ ਦੇ ਜਾਣੀ। ਤੇ ਇਹਦੀ ਫਿਰ ਜਦੋਂ ਪੈਕਿੰਗ ਪੂਕਿੰਗ ਵਿੱਚ ਜਦੋਂ ਵਿਕ ਜਾਂਦਾ ਹੈ, ਉਸ ਤੋਂ ਬਾਅਦ ਦੇ ਵਿੱਚ ਮਿਲਦੇ ਆ ਪੈਸੇ ਕਿਹਨੂੰ, ਖੇਤ ਦੇ ਮਾਲਕ ਨੂੰ, ਜਾਂ ਕਿੱਦਾਂ ਹੁੰਦਾ ਹੈ? ਹਾਂ, ਉਵੇਂ ਸੇਮ ਹੀ ਹੈ ਜੀ। ਉਹ ਜਿਵੇਂ ਹੁਣ ਇਹਨਾਂ ਨੇ ਇਹ ਪੈਕ ਕਰਕੇ ਸ਼ਿਪ ਕਰ ਦੇਣੇ ਆ ਹਨਾ, ਉਹ 'ਚ ਕਾਫੀ ਰਿਜੈਕਟ ਵੀ ਹੋ ਜਾਣੇ, ਉਹ ਆਪਣੀ ਰਿਪੋਰਟ 'ਚ ਆ ਜਾਊਗਾ, ਜਿਹੜੇ ਕਈ ਗਲਤ ਪਿਕ ਹੋ ਗਏ, ਛੋਟੇ ਪਿਕ ਹੋ ਗਏ ਜਾਂ ਹਰੇ ਪਿਕ ਹੋ ਗਏ, ਉਹਨਾਂ ਨੇ ਕੱਢ ਲੈਣੇ ਨੇ। ਠੀਕ ਹੈ। ਹਨਾ, ਤੇ ਫਿਰ ਜਿੰਨੇ ਬਚ ਗਏ ਉਹਦੇ 'ਚ ਹਿਸਾਬ ਨਾਲ ਉਹਨਾਂ ਨੇ ਆਪਾਂ ਨੂੰ ਦੱਸ ਦੇਣਾ ਵੀ ਤੁਹਾਡੇ ਇੰਨੇ ਬਿਨ ਚਲੇ ਗਏ ਜੀ। ਤੇ ਉਹਦਾ ਫਿਰ ਆਪਾਂ ਨੂੰ ਰੇਟ ਦੱਸਣਗੇ ਉਹ ਜਦੋਂ ਉਹਨਾਂ ਨੇ ਵੇਚੇ, ਤੇ ਪੈਸੇ ਆਪਾਂ ਨੂੰ ਉਦੋਂ ਦੱਸਣਗੇ ਜਦੋਂ ਆਪਾਂ ਨੂੰ ਉਹਨਾਂ ਨੂੰ ਮਿਲੇ ਬਾਅਦ। ਅੱਛਾ, ਪਿਛਲੇ ਸਾਲ ਆਪਾਂ ਨੂੰ 45 ਦਿਨਾਂ 'ਚ ਪੈਸੇ ਮਿਲ ਗਏ ਸੀ ਪਿਕ ਹੋਣ ਤੋਂ ਬਾਅਦ 'ਚ। ਹਾਂਜੀ, ਜਿਹੜੇ ਫਾਈਨਲ 2 ਮਹੀਨਿਆਂ ਦੇ ਵਿੱਚ ਪੈਸੇ ਮਿਲ ਗਏ, ਪੈਸੇ ਮਿਲ ਜਾਂਦੇ ਆ। ਹਾਂਜੀ। ਠੀਕ ਹੈ। ਸੋ ਇਸ ਵਾਰ ਜਦੋਂ ਹੁਣ ਤੁਸੀਂ ਇਸ ਦੇ ਲਈ ਮਜ਼ਦੂਰ ਲੱਭਣਾ ਜਾਂ ਕਾਂਟਰੈਕਟਰ ਲੱਭਣਾ ਆ, ਉਹਦੀ ਭਾਲ ਦੇ ਲਈ ਤੁਸੀਂ ਵੱਖ-ਵੱਖ ਕੋਰਟ ਲੈਂਦੇ ਆ, ਜਾਂ ਲਾਸਟ ਟਾਈਮ ਵਾਲੇ ਦੇ ਨਾਲ ਹੀ ਕੀਤੀ, ਜਾਂ ਕਿਸੇ ਹੋਰ ਨਾਲ ਵੀ ਗੱਲ ਕੀਤੀ ਸੀਗੀ ਇਸ ਵਾਰ? ਨਹੀਂ, ਉਹ 3 ਕੁ ਬੰਦੇ ਹੈਗੇ ਆਪਣੇ ਸਿਲੈਕਟਡ,
ਹਨਾ, ਠੀਕ ਹੈ, ਉਹੀ ਫੇਰ ਦੁਬਾਰਾ ਉਹਨਾਂ ਨਾਲ ਹੀ ਗੱਲ ਹੋਈ ਸੀਗੀ ਤੇ ਉਹ 'ਚ ਆਪਾਂ ਜਦੋਂ ਕਰਦੇ ਆ ਉਹਨਾਂ ਨਾਲ ਪੈਕਿੰਗ ਹਾਊਸ ਨਾਲ ਗੱਲ, ਆਪਾਂ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਤੁੜਵਾ ਲਓ, ਠੀਕ ਹੈ। ਹਨਾ। ਉਹ 'ਚ ਫਿਰ ਉਹਨਾਂ ਦੀ ਹੁੰਦੀ ਆ ਸਾਰੀ ਰਿਸਪੋਂਸਿਬਿਲਿਟੀ, ਸਾਈਜ਼ ਦੇਖਣਾ, ਨਹੀਂ ਹੈਗਾ, ਆਪਾਂ ਟਰੀ ਤੇ ਵੇਚ ਦਿੰਦੇ ਆ ਉਹਨਾਂ ਨੂੰ। ਠੀਕ ਹੈ, ਪਰ ਉਹ ਓਕੇ, ਜਿੰਨੇ ਬਿਨ ਹੁੰਦੇ ਨੇ ਉਹਨੇ ਹਿਸਾਬ ਨਾਲ ਆਪਾਂ ਦੱਸ ਦਿੰਦੇ, ਪੈਸੇ ਮਿਲ ਜਾਂਦੇ ਆ, ਠੀਕ ਹੈ। ਹਨਾ। ਫਿਰ ਉਹ ਆਪ ਹੀ ਕੰਟਰੈਕਟਰ ਲਿਆਉਂਦੇ, ਆਪ ਹੀ ਲੇਬਰ ਲਿਆਉਂਦੇ, ਕਿਉਂਕਿ ਲੇਬਰ ਲੱਭਣੀ ਬਹੁਤ ਔਖੀ, ਇਹ ਤਾਂ ਹੈ ਹੀ ਆ। ਹਨਾ। ਫਿਰ ਉਹ ਲੇਬਰ ਸਹੀ ਨਾ ਹੋਵੇ, ਪਿਛਲੀ ਵਾਰ ਕਾਫੀ ਪ੍ਰੋਬਲਮਸ ਆਈਆਂ ਆਪਾਂ ਨੂੰ, ਪਹਿਲੀ ਵਾਰ ਕਰਕੇ ਵੀ ਚਲੋ ਕਹਿ ਸਕਦੇ ਆ। ਹਾਂ, ਹਾਂ, ਐਤਕੀ ਹੁਣ ਉਹ ਕੋਈ ਸਮੱਸਿਆ ਨਹੀਂ ਆਈ ਆਪਾਂ, ਠੀਕ ਹੈ, ਹਨਾ। ਓਕੇ। ਐਤਕੀ ਉਹਨਾਂ ਨੂੰ ਪਹਿਲਾਂ ਹੀ ਕਿਹਾ ਸੀਗਾ ਵੀ ਤੁਹਾਡੀ ਲੇਬਰ ਆ, ਸਾਰਾ ਕੁਝ ਤੁਹਾਡਾ, ਤੁਸੀਂ ਉਹਨਾਂ ਦੇ ਬਾਥਰੂਮ ਲਿਆਉਣੇ ਆ, ਸਾਰੇ ਜਿਹੜੇ ਪੋਰਟੇਬਲ ਆਉਣੇ ਆ। ਸੋ ਆਬਵੀਅਸਲੀ ਇਹਦੇ ਵਿੱਚ ਜੇ ਤੁਸੀਂ ਸਾਰਾ ਕੁਝ ਆਪ ਲੱਭ ਕੇ ਕਰਦੇ, ਮੇਬੀ ਪੈਸੇ ਤੁਹਾਡੇ ਜ਼ਿਆਦੇ ਹੋਣ ਪਰ ਤੁਹਾਡੀ ਸਿਰਦਰਦੀ ਉਨੀ ਵੱਧ ਜਾਂਦੀ ਬਚ ਆ। ਜਾਂਦੀ ਹੈ। ਇਹ ਆਪਣੀ ਸਿਰਦਰਦੀ ਬਚਾਉਣ ਦਾ ਇੱਕ ਕੰਮ ਹੈਗਾ। ਹਾਂਜੀ ਹਾਂ, ਬਾਕੀ ਆਪਾਂ ਤੋਂ ਵੀ ਤਾਂ ਪੈਸੇ ਉਹਨਾਂ ਨੇ ਲੇਬਰ ਨੇ ਉਨੇ ਹੀ ਲੈ ਜਾਣੇ ਨੇ, ਕਿਉਂਕਿ ਤੁਹਾਡੇ ਕੋਲ ਜਿਹੜੀ ਲੇਬਰ ਆਉਂਦੀ ਆ ਤੁਸੀਂ ਉਹ ਕਿਤੋਂ ਲੱਭ ਕੇ ਲਿਆਉਣੀ ਆ, ਕੋਈ ਕਿਤੋਂ, ਕੋਈ ਚੰਗਾ ਮਾੜਾ, ਹੂੰ, ਇਹਨਾਂ ਨੇ ਉਹੀ ਖਿੱਚ ਕੇ ਕਰ ਦੇਣਾ ਕੰਮ। ਹੂੰ, ਮੈਂ ਤਾਂ ਇਹ ਤੇਜ਼ ਲਾਇਆ ਸਾਹਿਬ ਕਰਨਗੇ। ਵੀ ਐਂ ਹੀ ਠੀਕ ਆ, ਵੀ ਉਹਨਾਂ ਨੇ ਕਹੋ ਵੀ ਤੁਸੀਂ ਲੈ ਜਾਓ। ਇਹਦੇ ਵਿੱਚ ਜਿੱਦਾਂ ਤੁਸੀਂ ਕਿਹਾ ਵੀ ਜੇ ਮਸ਼ੀਨਰੀ ਤੇ ਹੈ ਨਹੀਂ ਵੀ ਬੰਦਾ ਮਸ਼ੀਨਾਂ ਖਰੀਦ ਲੇ ਤੇ ਬਾਅਦ ਦੇ ਵਿੱਚ ਆਪ ਕਰਕੇ ਜਿਹੜਾ ਉਹ ਕਰ ਲਵੇ, ਉਹ ਚੀਜ਼ ਹੈ ਨਹੀਂ ਅਜੇ। ਹਾਂਜੀ, ਇਹ ਇਹ 'ਚ ਇੱਕ ਫੋਰਕਲਿਫਟ ਤੇ ਬੈਂਜ਼ ਦੀ ਲੋੜ ਆ ਬਸ, ਹੂੰ, ਹੋਰ ਕਾਸੇ ਦੀ ਲੋੜ ਨਹੀਂ। ਠੀਕ ਹੈ, ਠੀਕ ਹੈ। ਸੋ ਯੂਜੂਅਲੀ ਜਿੱਦਾਂ ਵੀ ਉਹਨਾਂ ਨੇ ਪਿਕ ਕੀਤਾ ਸ਼ਾਮ ਨੂੰ ਉਹਨਾਂ ਨੇ ਲੈ ਹੀ ਜਾਣਾ ਆ, ਉਹ ਛੱਡ ਕੇ ਨਹੀਂ ਜਾਣਾ। ਹਾਂ, ਤੇ ਉਹ ਰਾਤ ਨੂੰ ਧੋ ਧਾ ਕੇ ਸਵੇਰ ਨੂੰ ਪਾਕ ਕਰ ਦਿੰਦੇ ਪੈਕ, ਦੂਜੇ ਦਿਨ ਸ਼ਾਮ ਤੱਕ ਨਿਕਲ ਜਾਂਦਾ ਸਟੋਰ ਹੂੰ, ਤੋਂ। ਹੂੰ। ਫਿਰ ਇਹਨਾਂ ਦਿਨਾਂ 'ਚ ਛੁੱਟੀਆਂ ਵੀ ਆ, ਘਰ ਪਰਿਵਾਰ ਵੀ ਇੱਧਰ-ਉੱਧਰ ਜਾਣਾ ਪੈਂਦਾ ਹੁੰਦਾ, ਫਿਰ ਤਾਂ ਬੰਦਾ ਚੰਗਾ ਬੱਝ ਜਾਂਦਾ ਨਾਲ ਹੀ ਬਿਜ਼ੀ। ਹਾਂ, ਬਿਲਕੁਲ, ਆਹ ਮਹੀਨਾ ਤਾਂ ਪੂਰਾ ਹੀ ਬਿਜ਼ੀ ਹੁੰਦਾ ਵਾ, ਹੂੰ, ਹੂੰ, ਹਨਾ। ਉਹਨਾਂ ਲਈ ਵੀ ਬਿਜ਼ੀ ਹੁੰਦਾ। ਥੈਂਕਸ ਗਿਵਿੰਗ ਉਹਨਾਂ ਨੇ ਛੁੱਟੀ ਕੀਤੀ ਆ, ਹੂੰ, ਹੂੰ, ਤੇ ਪਰ ਉਦਣ ਵੀ ਮਰ ਕੇ ਹੀ ਕੀਤੀ ਆ, ਕਿਉਂਕਿ ਆਰਡਰ ਉਹਨਾਂ ਕੋਲ ਸੀਗੇ, ਜਿਹਦੀ ਬਲੈਕ ਫਰਾਈਡੇ ਤੇ ਫੇਰ ਆ ਗਈ ਸਵੇਰੇ। ਹੂੰ, 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 ਤੇ ਉਦਣ ਫੇਰ ਤੜਕੇ 40 ਬੰਦੇ ਆਏ ਸਵੇਰੇ, 2 ਹੂੰ, ਬਲੋਕ ਕਰਨੇ ਸੀ, ਇੱਕ ਆਪਣਾ ਸੀ, ਇੱਕ ਥੋੜਾ ਜਿਹਾ ਦੂਰ ਆ 2 ਮਾਈਲ, ਉਹ ਠੀਕ ਹੈ। ਤੋੜਨਾ ਸੀ, ਫਿਰ ਦੁਪਹਿਰੇ ਉੱਥੇ ਗਏ, ਇੱਧਰੋਂ ਹੂੰ, ਹੂੰ, ਸਵੇਰੇ ਤੋੜ ਕੇ। ਠੀਕ ਹੈ। ਹੂੰ। ਸੋ ਇਸ ਤੋਂ ਇਲਾਵਾ ਹੋਰ ਕਿਹੜੀਆਂ ਚੀਜ਼ਾਂ ਜਦੋਂ ਸਿਟਰਸ ਦੀ ਹਾਰਵੈਸਟ ਹੋ ਰਹੀ ਹੁੰਦੀ ਆ, ਧਿਆਨ ਰੱਖਣਾ ਹੁੰਦਾ? ਤੁਹਾਡੀ ਸੈਂਡੀ ਸੋਇਲ ਦੇ ਵਿੱਚ ਜਾਂ ਜਿਹੜੇ ਫੁੱਟ ਹਿਲਸ ਦੇ ਵਿੱਚ ਆ, ਉਹਨਾਂ ਦੇ ਲਈ ਕੁਝ ਵੱਖਰਾ ਹੁੰਦਾ ਹੈ ਕਨਸੈਪਟ ਜਾਂ ਕਿੱਦਾਂ ਹੈ? ਫਰੋਸਟ ਦਾ ਹੁੰਦਾ ਜਾਏ ਚੱਕਰ, ਪਰ ਫਰੋਸਟ ਹਜੇ ਤਾਂ ਹੋਣੀ ਨਹੀਂ ਗੀ ਅਰਲੀ ਵੈਰਾਈਟੀਜ਼ ਲਈ, ਠੀਕ ਹੈ, ਹਨਾ। ਤੇ ਬਟ ਹੁਣ ਮਿਡ ਤੇ ਲੇਟ ਵੈਰਾਈਟੀਜ਼ ਲਈ ਫਰੋਸਟ ਦਾ ਹੋਣਾ ਚੱਕਰ ਪੈਣਾ ਵਾ, ਹਨਾ। ਠੀਕ ਹੈ। ਸੋ ਉਹ ਹੁਣ ਕੀ ਜਿਹੜੇ ਉਹ ਖੇਤ ਵਾਲੇ ਉਹ ਕੀ ਧਿਆਨ ਰੱਖਣ ਖਾਸ ਕਰਕੇ? ਉਹਨਾਂ ਦਾ ਤਾਂ ਇਹੀ ਹੁੰਦਾ, ਦੇਖੋ ਜਿਹੜੀਆਂ ਬੇਸਿਕ ਟੈਕਨੀਕਸ ਨੇ ਉਹ ਤਾਂ ਇਹੀ ਨੇ ਵੀ ਤੁਸੀਂ ਇੱਕ ਤਾਂ ਸਪ੍ਰਿੰਕਲਰ ਲੱਗੇ ਆ ਤਾਂ ਜਦੋਂ ਫਰੋਸਟ ਪੈਣੀ ਉਦੋਂ ਰਾਤ ਨੂੰ ਸਪ੍ਰਿੰਕਲਰ ਚਲਾ ਦਿਓ, ਠੀਕ ਹੈ। ਹਨਾ। ਹੂੰ, ਹੂੰ, ਜ਼ਿਆਦੇ ਤਾਂ ਇਹ ਹੁੰਦਾ ਵੀ ਜਦੋਂ 34 ਕੁ ਡਿਗਰੀ ਟੈਂਪਰੇਚਰ ਹੁੰਦਾ, ਹੂੰ, ਹਨਾ, ਤੇ ਉਦੋਂ 3 ਕੁ ਡਿਗਰੀ ਘੱਟ ਹੀ ਜਾਂਦਾ ਖੇਤ 'ਚ। ਜੇ ਬਾਹਰ ਤੁਹਾਨੂੰ ਸਟੇਸ਼ਨ 34 ਦੱਸ ਰਿਹਾ ਨਾ, ਤਾਂ ਜੇ ਤੁਸੀਂ ਖੇਤ 'ਚ ਜਾ ਕੇ ਦੇਖਦੇ ਹੋ ਤਾਂ ਉਹ 31 ਹੀ ਹੁੰਦਾ। ਮੈਂ ਹੂੰ, ਲਾਇਆ ਵੀ 3 ਕੁ ਡਿਗਰੀ ਦਾ ਫਰਕ ਹੁੰਦਾ ਹੀ ਆ ਹਮੇਸ਼ਾ। ਇੰਨਾ ਫਰਕ ਰਹਿੰਦਾ ਹਾਂ, ਹੀ ਆ। ਠੀਕ ਹੈ ਜੀ। ਹੂੰ, ਤੇ ਜਦੋਂ 30 ਕੁ ਤੱਕ ਆ ਤਾਂ ਠੀਕ ਆ, ਵੀ ਤੁਸੀਂ ਚਲੋ 30 31 ਜੇ ਹੁੰਦਾ ਤੁਹਾਨੂੰ ਖੇਤ ਦਾ ਟੈਂਪਰੇਚਰ, ਬਾਹਰਲਾ 34, ਫਿਰ ਤਾਂ ਤੁਸੀਂ ਫਰੋਸਟ ਪ੍ਰੋਟੈਕਸ਼ਨ ਆ ਜਿਹੜੀ ਤੁਹਾਡੀ ਸਪ੍ਰਿੰਕਲਰ ਚਲਾ ਲਓ ਹੂੰ, ਰਾਤ ਨੂੰ, ਹਨਾ। ਤੇ ਜਾਂ ਪੱਖੇ 'ਚ ਲੱਗੇ ਜਿਨ੍ਹਾਂ ਦੇ, ਹੂੰ, ਉਹ ਚਲਾ ਲਓ, ਹਨਾ। ਠੀਕ ਹੈ। ਤੇ ਉਹ 28 ਕੁ ਡਿਗਰੀ ਤੱਕ ਤਾਂ ਕੰਮ ਕਰ ਜਾਂਦੇ ਆ, 31 ਤੋਂ 28 ਹੂੰ, ਖੇਤ ਦੇ ਹੂੰ, ਵਿੱਚ। ਹੂੰ, ਹੂੰ, ਪਰ ਜੇ 28 ਤੋਂ ਘੱਟ ਹੋ ਜਾਂਦਾ ਫਿਰ ਤਾਂ ਰੱਬ ਹੀ ਰਾਖਾ, ਫਿਰ ਉਹਦਾ ਕੁਝ ਨਹੀਂ ਕਰ ਸਕਦੇ। ਅੱਛਾ। ਹਾਂ, ਸੋ ਜੇ ਮੰਨ ਲਓ ਇਦਾਂ ਕੋਈ ਫਰੋਸਟ ਇਦਾਂ ਜਿਹੜਾ ਜ਼ਿਆਦਾ ਪੈ ਜਾਂਦੀ ਹੈ, ਕਿੰਨੀ ਕੁ ਪਰਸੈਂਟੇਜ ਫਰੂਟ ਦੇ ਖਰਾਬ ਹੋਣ ਦੀ ਸੰਭਾਵਨਾ ਹੁੰਦੀ ਹੈ? ਉਹ ਫਰੋਸਟ ਤੇ ਡਿਪੈਂਡ ਕਰਦਾ ਜੀ। ਹੂੰ, ਹੂੰ, ਕਈ ਵਾਰ ਤਾਂ ਇਹ ਵੀ ਚਲੋ ਆਪਾਂ ਨਹੀਂ, ਆਪਣੇ ਨਾਲ ਨਹੀਂ ਹੋਈ, ਪਰ ਮੈਂ ਸੁਣਿਆ ਵੀ ਉਹ ਗੋਲਫ ਬਾਲ ਹੀ ਬਣ ਜਾਂਦੀਆਂ ਨੇ ਫਿਰ ਸੰਤਰੇ। ਇਦਾਂ ਸੁਣਨ ਨੂੰ ਕੇਰਾਂ ਮਿਲਦਾ। ਜਦੋਂ ਆਕੜ ਜੋ ਹੋ ਜਾਂਦੇ ਨੇ, ਫਰੀਜ਼ ਹੋ ਜਾਂਦੇ ਨੇ, ਫਿਰ ਉਹ ਹੂੰ, ਹੂੰ, ਵਿਕਦੇ ਨੀ, ਹਾਂ, ਉਹ ਤਾਂ ਫਿਰ ਹੈ ਫਿਰ ਹੀ ਆ। ਡੈਡ ਹੋ ਜਾਂਦਾ ਉਹ ਹੂੰ, ਤਾਂ। ਤੇ ਕੀ ਉਹ ਜਿਹੜੇ ਆਪਾਂ ਦੇਖਦੇ ਹਾਂ ਵੀ ਇੱਕ ਤਾਂ ਸੀਡਲੈਸ ਬਣਾਉਣ ਦੇ ਲਈ ਉਹ ਜਿਹੜਾ ਉੱਤੇ ਪ੍ਰੋਟੈਕਟਿਵ ਕਵਰ ਜਿਹੜਾ ਪਾਇਆ ਜਾਂਦਾ, ਕੀ ਉਹ ਵੀ ਫਰੋਸਟ ਨੂੰ ਬਚਾਉਂਦਾ ਹੈ? ਹਾਂ, ਉਹਦੇ ਨਾਲ ਫਰੋਸਟ ਹੈਲਪ ਹੋ ਜਾਂਦੀ ਹੈ। ਕਾਫੀ ਠੀਕ ਹੈ। ਲੋਕ ਉਹ ਵੀ ਪਾ ਲੈਂਦੇ ਨੇ, ਹਨਾ। ਹੂੰ, 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 ਤੇ ਬਟ ਫਰੋਸਟ ਜਨਰਲੀ ਐਡੀ ਨਹੀਂ ਹੁੰਦੀ, ਆਪਣੇ ਫੁੱਟ ਹਿਲਸ ਤੇ ਥੋੜਾ ਜਿਹਾ ਹੁੰਦਾ ਜ਼ਿਆਦੇ, ਪਰ ਹੂੰ, ਜਿਹੜੇ ਆਪਾਂ ਬਾਹਰ ਨੂੰ ਨਿਕਲ ਆਉਂਦੇ ਆ ਤਾਂ ਇੰਨਾ ਜ਼ਿਆਦਾ ਨਹੀਂ ਹੁੰਦਾ ਗਾ ਫਰੋਸਟ ਦਾ, ਠੀਕ ਹੈ, ਹਨਾ। ਠੀਕ ਹੈ। ਤੇ ਪਿਛਲੇ ਸਾਲ ਵੀ ਆਪਾਂ ਜਿਹੜੀ ਐਤਕੀ ਫਰੋਸਟ ਆਈ ਸੀ ਇੰਨੀ ਜ਼ਿਆਦਾ, ਉਦੋਂ ਨੂੰ ਤਾਂ ਸਿਟਰਸ ਦੀ ਤਾਂ ਹਾਰਵੈਸਟ ਲਗਭਗ ਕੰਪਲੀਟ ਹੋ ਗਈ ਸੀਗੀ, ਥੋੜ੍ਹੀਆਂ ਵੈਰਾਈਟੀਆਂ ਨੂੰ ਛੱਡ ਕੇ, ਲੇਟ ਵੈਰਾਈਟੀਜ਼ ਨੂੰ ਜਿਹੜੀਆਂ ਛੱਡ ਕੇ, ਹੂੰ, 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 ਹਨਾ। ਤੇ ਬਾਕੀ ਤਾਂ ਕੰਪਲੀਟ ਸੀਗਾ, ਸੋ ਐਡਾ ਠੀਕ ਹੈ, ਡੈਮੇਜ ਸਿਟਰਸ 'ਚ ਨਹੀਂ ਦੇਖਣ ਨੂੰ ਮਿਲਿਆ। ਠੀਕ ਹੈ। ਤੇ ਇਹਦੇ ਵਿੱਚ ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾਲ-ਨਾਲ ਚੱਲ ਰਹੀਆਂ ਆ, ਹੁਣ ਚਲੋ ਉਡੀਕ ਵੀ ਹੋਊਗੀ ਵੀ ਨਵੇਂ ਸਾਲ ਦੇ ਇਰਦ-ਗਿਰਦ ਹੁਣ ਮਾਇਆ ਵੀ ਜਿਹੜੀ ਉਹ ਆਊਗੀ। ਚਲੋ ਆਊਗੀ, ਜਿਸ ਦੇ ਹਾਂਜੀ। ਲਈ ਪੂਰਾ ਸਾਲ ਤੁਸੀਂ ਮਿਹਨਤ ਜਿਹੜੀ ਉਹ ਕਰਦੇ ਆ। ਹੁਣ ਸਾਰਿਆਂ ਦੇ ਖੇਤ ਇੰਨੇ ਜ਼ਿਆਦਾ ਤਾਂ ਨਹੀਂ ਹੁੰਦੇ, ਕਈਆਂ ਦੇ ਘਰਾਂ 'ਚ ਕਿਸੇ ਦੇ 1 ਦੇ 1, ਕਿਸੇ ਦੇ 2, ਕਿਸੇ ਦੇ 3, ਕਿਸੇ ਦੇ ਏਦਾਂ ਹੋਣਗੇ ਸੰਤਰੇ ਆ। ਕਈਆਂ ਦੀ ਤਾਂ ਇਹ ਵੀ ਨਹੀਂ ਪਤਾ ਵੀ ਅਰਲੀ ਵੈਰਾਈਟੀ ਆ, ਲੇਟ ਵੈਰਾਈਟੀ ਆ ਜਾਂ ਕਿਹੜੀ ਆ। ਉਹਦਾ ਪਤਾ ਕਰਨ ਦਾ ਕੋਈ ਹੁੰਦਾ ਹੈ ਤਰੀਕਾ, ਬੰਦਾ ਜੱਜ ਕਰ ਨਹੀਂ, ਸਕਦਾ ਉਹਦਾ ਹੈ? ਤਰੀਕਾ ਤਾਂ ਇਹੀ ਹੈ ਵੀ ਜਦੋਂ ਸੰਤਰਾ ਮਿੱਠਾ ਹੋ ਗਿਆ ਖਾਣ ਵਾਲਾ, ਹੂੰ, ਹੂੰ, ਕਿਹੜੇ ਮਹੀਨੇ 'ਚ ਹੁੰਦਾ ਬਸ ਉਹ ਤੋਂ ਪਤਾ ਲੱਗ ਜਾਣਾ। ਜੇ ਤਾਂ ਅਕਤੂਬਰ ਨਵੰਬਰ 'ਚ ਹੁੰਦਾ ਤਾਂ ਅਰਲੀ ਵੈਰਾਈਟੀ,
ਠੀਕ ਹੈ, ਜਿਹੜੀਆਂ ਘਰਾਂ 'ਚ ਲੱਗਣ ਵਾਲੀਆਂ ਮੈਂ ਜ਼ਿਆਦਾ ਦੇਖੀਆਂ ਅਰਲੀ ਵੈਰਾਈਟੀਜ਼ ਹੀ ਦਿੰਦੇ ਆ, ਕਿਉਂਕਿ ਫਿਰ ਉਹ ਕੋਰੇ ਕਾਰੇ ਦਾ ਨਹੀਂ ਚੱਕਰ ਪੈਂਦਾ ਉਹਨਾਂ ਨੂੰ, ਹਾਂ ਸੇਵ ਹੈਨਾ। ਵੀ ਕਰਨ ਦੀ ਲੋੜ ਤੇ ਪੈਂਦੀ। ਜੇ ਤੁਹਾਡੇ ਸੰਤਰੇ ਮਿੱਠੇ ਹੁੰਦੇ ਆ ਤੇ ਕਲਰ ਸੰਤਰੀ ਹੋ ਜਾਂਦਾ ਦਸੰਬਰ ਜਨਵਰੀ 'ਚ, ਫਿਰ ਉਹ ਮਿਡ ਵੈਰਾਈਟੀਜ਼ ਆ ਜਾਂਦੀਆਂ, ਠੀਕ ਹੈ, ਮੈਂ ਓਕੇ। 15 ਜਨਵਰੀ ਤੱਕ। ਜੇ ਫਿਰ ਜਿਹੜੀਆਂ ਜਨਵਰੀ ਤੋਂ ਬਾਅਦ 'ਚ ਹੁੰਦੀਆਂ ਨੇ, ਫਰਵਰੀ ਮਾਰਚ ਵਾਲੀਆਂ, ਉਹ ਸਾਰੀਆਂ ਲੇਟ ਵੈਰਾਈਟੀਜ਼ ਆ ਜਾਂਦੀਆਂ। ਠੀਕ ਹੈ, ਠੀਕ ਹੈ। ਸੋ ਇਹ ਸਾਰੀਆਂ, ਤੇ ਉਹਨਾਂ ਦੇ ਲਈ ਕੀ ਉਹਨਾਂ ਨੂੰ ਰਾਏ ਆ, ਉਹਨਾਂ ਨੂੰ ਕੀ ਤੁਸੀਂ ਜਿਹੜਾ ਦੱਸਣਾ ਚਾਹੁੰਦੇ ਆ ਜਿਨ੍ਹਾਂ ਨੇ ਘਰੇ ਵੀ ਕਰਨਾ, ਕਿਉਂਕਿ ਹੁਣ ਇੰਨੇ ਜ਼ਿਆਦਾ ਤਾਂ ਚਾਹੇ ਇੱਕ ਵੀ ਕਿਸੇ ਦੇ ਆ ਸੰਤਰਾ ਤਾਂ ਬਹੁਤ ਲੱਗ ਜਾਂਦਾ, ਇੰਨਾ ਕਈ ਵਾਰੀ ਪਰਿਵਾਰ ਕੋ ਖਾਧਾ ਤਾਂ ਨਹੀਂ ਜਾਂਦਾ ਹੁੰਦਾ। ਹਾਂਜੀ ਹਾਂ, ਨਹੀਂ ਉਹ ਤਾਂ ਇਹੀ ਆ, ਫਿਰ ਨਾਲ ਦੀ ਨਾਲ ਤੋੜਦੇ ਜਾਓ, ਉਹਨਾਂ ਨੂੰ ਜਿੰਨੇ ਕੁ ਤੋੜ ਥੋੜੇ ਸਕਦੇ। ਥੋੜੇ, ਹਨਾ। ਹਾਂ, ਕਿਉਂਕਿ ਆਉਣਾ ਤਾਂ ਇਕੱਠੇ ਹੀ ਹੁੰਦਾ, ਪਰ ਸੰਤਰੇ ਦੀ ਇਹ ਥੋੜੀ ਜਿਹੀ ਮੌਜ ਹੋ ਜਾਂਦੀ ਹੈ ਇਹਨਾਂ ਦੀ ਫਰੂਟ ਦੀ। ਜਿਵੇਂ ਪੀਚਸ ਨੂੰ ਤੁਸੀਂ ਇੱਕ ਦਿਨ ਵੀ ਟਰੀ ਤੇ ਜ਼ਿਆਦਾ ਨਹੀਂ ਰੱਖ ਸਕਦੇ, 2 ਦਿਨ, ਹਨਾ, ਜੋ ਖਰਾਬ ਹੋਣ ਲੱਗ ਜਾਂਦੇ। ਸੰਤਰਾ ਆਰਾਮ ਨਾਲ 2-3 ਹਫ਼ਤੇ ਕੱਢ ਜਾਂਦਾ ਟਰੀ ਤੇ, ਕੋਈ ਚੱਕਰ ਨਹੀਂ ਜੇ ਐਕਸਟਰਾ ਵੀ ਹਾਂ, ਹੋ 3 ਹਫ਼ਤੇ, 4 ਵੀ ਕੱਢ ਜੂਗਾ ਜੀ। 4 ਬਾਅਦ 'ਚ ਥੋੜਾ ਜਿਹਾ ਲੱਗਣ ਲੱਗ ਜੂ, ਹਾਰਡ ਹੋ ਜੂਗਾ, ਪਰ ਐਂ ਫਿਰ ਵੀ ਜੇ ਆਪਾਂ ਆਪ ਹੀ ਖਾਣਾ ਤਾਂ ਕੋਈ ਐਡੀ ਸਮੱਸਿਆ ਨਹੀਂ ਹੋਣੀ ਤੇ ਚਾਹੀਦੀ। ਕੀ ਇਹ ਸੇਮ ਥਿੰਗ ਹੀ ਜਿਹੜੇ ਸਿਟਰਸ ਦੀ ਦੂਜੀਆਂ ਵੈਰਾਈਟੀਆਂ, ਸਾਰੀਆਂ ਸੰਤਰੇ, ਵੈਰਾਈਟੀਆਂ ਲਗਭਗ ਨਿੰਬੂਆਂ ਦੇ ਲਈ ਵੀ, ਉਹਨਾਂ ਲਈ ਵੀ ਇਹੀ ਚੀਜ਼ ਹੁੰਦੀ ਹੈ? ਆਲਮੋਸਟ ਸੇਮ ਹੀ ਹੈ ਸਾਰੀ ਮੈਂਡਰਨ ਫੈਮਿਲੀ ਲਈ ਸਿਟਰਸ, ਠੀਕ ਹੈ, ਹੈਨਾ। ਹਾਂ। ਤੇ ਜਿਵੇਂ ਹੁਣ ਆਪਾਂ ਪਿਛਲੀ ਵਾਰ ਦੇਖਿਆ ਵੀ ਜਿਹੜੀ ਆਪਣੀ ਫਰਵਰੀ ਵਾਲੀ ਵੈਰਾਈਟੀ ਸੀ, ਉਹ ਟਰੀਜ਼ ਤੋਂ ਆਪਾਂ ਆਪ ਵੀ ਤੋੜ ਕੇ ਅਪ੍ਰੈਲ ਤੱਕ ਖਾਂਦੇ ਰਹੇ, ਤੋਂ ਵਧੀਆ ਹੀ ਸੀਗੇ ਅਪ੍ਰੈਲ ਤੱਕ, ਠੀਕ ਹੈ, ਹੁਣ ਠੀਕ ਤੋਂ ਹੈ। 2 ਮਹੀਨੇ 2.5 ਉੱਪਰ ਨਿਕਲ ਗਏ ਸੀ, ਸੋ ਇੰਨਾ ਕੁ ਸਮਾਂ ਤਾਂ ਨਿਕਲ ਹੀ ਜਾਂਦਾ। ਨਿਕਲ ਜਾਂਦਾ ਹੈ। ਚਲੋ ਠੀਕ ਹੈ ਜੀ। ਸੋ ਇਹ ਸਿਟਰਸ ਦੀ ਹਾਰਵੈਸਟ ਨੂੰ ਲੈ ਕੇ ਆਪਾਂ ਗੱਲਾਂ ਬਾਤਾਂ ਕੀਤੀਆਂ, ਤੇ ਅਰਸ਼ਦੀਪ ਸਿੰਘ, ਇੱਕ ਆਪਾਂ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਹਾਰਵੈਸਟ ਹੋਣ ਤੋਂ ਬਾਅਦ ਦੇ ਵਿੱਚ ਟਰੀ ਦੀ ਦੇਖਭਾਲ ਨੂੰ ਲੈ ਕੇ ਵਿੰਟਰ ਦੇ ਲਈ ਰੈਡੀ ਕਰਨ ਦੇ ਲਈ ਕੀ ਕਰਨਾ ਚਾਹੀਦਾ ਆ, ਕੀ ਹੁੰਦਾ ਆ, ਉਹਦੇ ਬਾਰੇ ਡਿਸਕਸ ਕਰਾਂਗੇ। ਤੇ ਫਿਰ NRCS 에ਅਰਬੋਰਡ ਸਵੀਪ ਤੇ ਹੈਲਦੀ ਸੋਇਲ ਜਿਹੜੀ ਆ, ਉਹਦੇ ਬਾਰੇ ਜਿਹੜੀ ਉਹ ਆਪਾਂ ਚਰਚਾ ਕਰਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਆਖਦੇ ਹਾਂ, ਸਵਾਗਤ ਕਰਦੇ ਹਾਂ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਸਾਂਝੀ ਸੱਥ ਦਾ ਇਹ ਮੰਗਲਵਾਰ ਦਾ ਸਾਡਾ ਵਿਸ਼ੇਸ਼ ਪ੍ਰੋਗਰਾਮ, ਜਿਸ ਦੇ ਵਿੱਚ ਖੇਤੀਬਾੜੀ ਨਾਲ ਸੰਬੰਧਿਤ ਗੱਲਬਾਤ ਕਰਦੇ ਹਾਂ। ਅੱਜ ਆਪਾਂ ਸਿਟਰਸ ਫਾਰਮਿੰਗ ਦੀ ਗੱਲ ਕਰ ਰਹੇ ਹਾਂ। ਹਾਰਵੈਸਟ ਸੀਜ਼ਨ ਇਸ ਟਾਈਮ ਸਿਟਰਸ ਦਾ, ਔਰੰਜਸ ਦਾ, ਲੈਮਨਸ ਦਾ, ਇਹਨਾਂ ਦਾ, ਸੰਤਰਿਆਂ ਦਾ, ਨਿੰਬੂਆਂ ਦਾ ਜਿਹੜਾ ਉਹ ਚੱਲ ਰਿਹਾ, ਵੱਖ-ਵੱਖ ਵੈਰਾਈਟੀਆਂ ਦਾ। ਕਿਤੇ ਅਰਲੀ ਆ, ਕਿਤੇ ਮਿਡ ਦਾ ਜਿਹੜਾ ਉਹ ਚੱਲ ਰਿਹਾ ਆ। ਸੋ ਇਸ ਤੋਂ ਪਹਿਲਾਂ ਆਪਾਂ ਬ੍ਰੇਕ ਤੋਂ ਪਹਿਲਾਂ ਹਾਰਵੈਸਟ ਦੀ ਲੈ ਕੇ ਗੱਲਬਾਤ ਕੀਤੀ ਆ। ਤੇ ਅਰਸ਼, ਇਸ ਤੋਂ ਇਸ ਵਾਰ ਜਿਹੜੇ ਲਾਸਟ ਟਾਈਮ ਜਿੱਦਾਂ ਤੁਸੀਂ ਸ਼ੁਰੂਆਤ 'ਚ ਗੱਲ ਕੀਤੀ ਸੀ ਵੀ ਪਿਛਲੇ ਦੀ ਪਹਿਲੀ ਦੀ ਸੀਗੀਆਂ ਕਈ ਗਲਤੀਆਂ ਜਿਹੜੀਆਂ ਹੋਈਆਂ, ਕਿੱਦਾਂ ਦੀਆਂ ਅਹਿਮ ਚੀਜ਼ਾਂ ਦਾ ਜਿਹੜਾ ਉਹ ਹਾਰਵੈਸਟ ਤੋਂ ਪਹਿਲਾਂ ਧਿਆਨ ਰੱਖਣਾ ਹੀ ਪੈਂਦਾ? ਹੁਣ ਤੁਸੀਂ 2 ਵਾਰੀ ਇਹ ਹਾਰਵੈਸਟ ਦੇ ਵਿੱਚ ਜਾ ਚੁੱਕੇ ਆ। ਕਾਂਟਰੈਕਟਰ ਦੇ ਨਾਲ ਕਾਂਟਰੈਕਟ ਕਰਨਾ, ਬੰਦਾ ਲੱਭਣਾ, ਜਾਂ ਕਿਹੜੀ ਚੀਜ਼ ਜਿਹੜੀ ਸਭ ਤੋਂ ਅਹਿਮ ਆ ਜੇ ਤੁਸੀਂ ਪ੍ਰਾਇਓਰਟੀਜ਼ ਦੇ ਵਿੱਚ ਜੇ ਦੱਸਣਾ ਹੋਵੇ ਵੀ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ? ਸਭ ਤੋਂ ਪਹਿਲਾਂ ਤਾਂ ਕੰਟਰੈਕਟ ਹੋਣਾ ਚਾਹੀਦਾ ਤੁਹਾਡਾ ਠੀਕ, ਜਿਹਨੂੰ ਵੇਚਣੇ ਉਹ ਪਹਿਲਾਂ ਕਨਫਰਮ ਹੋਵੇ ਐਨ ਐਂਡ ਤੱਕ ਨਾ, ਕਿਉਂਕਿ ਕਈ ਵਾਰ ਬੰਦੇ ਕਰਦੇ ਆ ਆਪਣੇ, ਹਨਾ, ਆਪਣੇ ਕੀ ਮਤਲਬ ਸਾਰੀ ਫਾਰਮਰ ਕਹਿਣ ਦਾ ਮਤਲਬ ਉਹ ਹੁੰਦਾ ਵੀ ਐਂਡ ਤੱਕ ਵੇਟ ਕਰਦੇ ਰਹਿੰਦੇ ਆ, ਸਾਈਨ ਨਹੀਂ ਕਰਦੇ ਕਿਤੇ। ਉਹਨਾਂ ਨੂੰ ਐਂ ਹੁੰਦਾ ਵੀ ਇਹ ਰੇਟ ਵੱਧ ਗਿਆ ਜਾਂ ਘਟ ਗਿਆ, ਜਾਂ ਵੀ ਕੋਈ ਹੋਰ ਜ਼ਿਆਦਾ। ਜਿਵੇਂ ਪਿਛਲੀ ਵਾਰ ਦੀ ਐਗਜ਼ਾਮਪਲ ਲੈ ਕੇ ਦਿੰਦੇ ਆਪਾਂ, $180 ਨੂੰ ਬਿਨ ਇੱਕ ਕੀਤਾ ਸੀ ਸਾਈਨ ਇੱਕ ਬੰਦੇ ਨੇ, ਮਗਰੋਂ ਇੱਕ ਬੰਦਾ ਆ ਗਿਆ ਐਂ ਜਮਾ ਜਦੋਂ ਟੁੱਟਦੇ ਸੀ, ਕਹਿੰਦਾ ਮੈਂ 200 ਦੇ ਦੂੰ, 210 ਵੀ ਦੇ ਦੂੰਗਾ, ਕਿਉਂਕਿ ਉਦੋਂ ਫਿਰ ਡਿਮਾਂਡ ਜ਼ਿਆਦਾ ਹੋ ਗਈ ਸੀ। ਪਰ ਉਹ ਐਂਡ ਤੇ ਜਾ ਕੇ ਫਿਰ ਤੁਹਾਡਾ ਰਿਸਕ ਬਹੁਤ ਵੱਧ ਜਾਂਦਾ ਵੀ ਕੱਲ ਨੂੰ ਦਵੇ ਨਾ ਪੈਸੇ। ਹਾਂ, ਦਵੇ ਬਿਨਾ ਫਿਰ ਆਇਆ ਵੀ ਜੇ ਬਾਈ ਚਾਂਸ ਘਟ ਕੇ ਫਿਰ ਕਿੱਥੇ ਜਾਓਗੇ। ਬੈਟਰ ਤਾਂ ਇਹ ਹੈ ਪੀਸ ਆਫ ਮਾਈਂਡ ਇਹ ਹੈ ਜਿੱਥੇ ਤੁਹਾਨੂੰ ਲੱਗਦਾ ਵੀ ਇੰਨਾ ਕ੍ਰੇਟ ਹੈਗਾ, ਉਸ ਹਿਸਾਬ ਨਾਲ ਤੁਸੀਂ ਪਹਿਲਾਂ ਜੇ ਤੁਹਾਡਾ ਬਣਦਾ ਤਾਂ ਕਰ ਲਓ ਜਿੰਨੀ ਛੇਤੀ ਹੁੰਦਾ। ਫਿਰ ਉਹ ਬੰਦੇ ਨੂੰ ਕੰਟੀਨਿਊਸਲੀ, ਕਿਉਂਕਿ ਜਦੋਂ ਤੁਸੀਂ ਆਪਾਂ ਐਤਕੀ ਸੈਪਟੈਂਬਰ 'ਚ ਸਾਈਨ ਕਰ ਲਿਆ ਸੀਗਾ, ਜੁਲਾਈ 'ਚ ਉਹਦੇ ਨਾਲ ਵਰਬਲੀ ਗੱਲ ਹੋ ਗਈ ਸੀਗੀ, ਠੀਕ ਹੈ, ਸੈਪਟੈਂਬਰ 'ਚ ਉਹਨਾਂ ਪੇਪਰ ਸਾਈਨ ਹੋ ਗਿਆ ਸੀ, ਠੀਕ ਹੈ ਜੀ। ਤੇ ਉਦੋਂ ਬਾਅਦ 'ਚ ਤਾਂ ਉਹ ਆਪਣੇ ਨੂੰ ਜਾਏ ਤਾਂ ਉਹਨੂੰ ਟੈਨਸ਼ਨ ਸੀਗੀ ਵੀ ਤੋੜ ਕੇ ਲੈ ਕੇ ਜਾਣੇ। ਹਾਂ, ਉਹ ਰੋਜ਼ ਹਰੇਕ ਹਫ਼ਤੇ ਗੇੜਾ ਮਾਰਦਾ ਸੀ, ਆ ਕੇ ਮੈਨੂੰ ਹੁਣ ਮੈਸੇਜ ਵੀ ਕਰਨਾ, ਕਈ ਵਾਰ ਮਿਲਣਾ ਵੀ, ਉਹਨੂੰ ਕਹਿਣਾ ਵੀ ਆਹ ਆਏ ਆ, ਥੋੜਾ ਜਿਹਾ ਪਾਣੀ ਵਧਾ ਲਓ, ਥੋੜਾ ਜਿਹਾ ਘਟਾ ਲਓ, ਜਾਂ ਆਹ ਚੀਜ਼ ਕਰ ਲਓ, ਕਿਉਂਕਿ ਹੁਣ ਉਹਨੂੰ ਆਦਾ ਲੱਗਦਾ ਸੀ ਫਰੂਟ। ਹਾਂ, ਉਹਨੂੰ ਕ੍ਰੌਪ ਉਹਦੀ ਸੀ, ਕਿਉਂਕਿ ਅਗਲੇ ਨੇ ਸਾਈਨ ਜੋ ਕਰ ਲਏ ਸੀਗੇ। ਬਾਕੀ ਉਹਨਾਂ ਦਾ ਵੀ ਤਾਂ, ਉਹਨਾਂ ਨੂੰ ਵੀ ਤਾਂ ਹੀ ਪੈਸੇ ਬਣਨੇ ਆ ਜੇ ਆਪਾਂ ਤੋਂ ਲੈ ਜਾਣਗੇ, ਹਨਾ। ਹਾਂ, ਸੋ ਉਹਦਾ ਬਹੁਤ ਫਾਇਦਾ ਹੋ ਜਾਂਦਾ। ਜਿਹੜੀਆਂ ਬਾਕੀ ਦੀਆਂ ਚੀਜ਼ਾਂ ਲੇਬਰ, ਉਹ ਤਾਂ ਫਿਰ ਉਹਨਾਂ ਦੀ ਟੈਨਸ਼ਨ ਹੋ ਜਾਂਦੀ, ਉਹਨਾਂ ਨੇ ਆਪ ਹੀ ਕਰ ਲੈਣੀ ਹੈ, ਹਨਾ। ਤੇ ਤੁਸੀਂ ਫੀਲਡ ਨੂੰ ਪ੍ਰੈਪ ਕਰਕੇ ਰੱਖੋ, ਪਾਣੀ ਪੂਣੀ ਨਾ ਖੜਾ ਹੋਵੇ, ਕਲੀਨ ਹੋਵੇ, ਤਾਂ ਕਿ ਜਦੋਂ ਆਉਣ ਤਾਂ ਫਿਰ ਈਜ਼ੀ ਹੋ ਜਾਏ ਉਹਨਾਂ ਨੂੰ ਛੇਤੀ। ਕੋਈ ਪਾਰਟਸ ਪੂਰਟਸ ਦਾ ਵੀ ਧਿਆਨ ਰੱਖਣਾ ਪੈਂਦਾ ਵੀ ਚਲੋ ਹੁਣ ਫਾਰਮਿੰਗ ਦਾ ਕਿੱਤਾ ਇਦਾਂ ਦਾ, ਕਿਤੇ ਵੀ ਕੋਈ ਵੀ ਚੀਜ਼ ਖਰਾਬ ਹੋ ਜਾਂਦੀ ਹੈ, ਕਿਤੇ ਵੀ ਕੁਝ ਹੋ ਜਾਂਦਾ, ਕੁਝ ਇਦਾਂ ਦੇ ਇਹ ਚੀਜ਼ਾਂ ਹੋਣ ਵੀ ਤੁਹਾਡੇ ਕੋਲ ਕੋਈ ਬੈਕਅਪ ਇਦਾਂ ਦੀ ਚੀਜ਼ ਪਈ ਹੋਵੇ, ਉਹ ਫਿਰ ਉਹ ਜ਼ਿਆਦਾ ਰਿਸਪੌਂਸਿਬਿਲਿਟੀ ਉਹਨਾਂ ਦੀ ਹੋ ਜਾਂਦੀ ਹੈ। ਕਿਉਂਕਿ ਹੁਣ ਜਦੋਂ ਆਪਾਂ ਹੈਂਡ ਪੈਕ ਹੀ ਕਰਨਾ ਹੁੰਦਾ, ਮਸ਼ੀਨਰੀ ਤਾਂ ਕੋਈ ਆਉਂਦੀ ਨਹੀਂ, ਖਾਲੀ ਫੋਰਕਲਿਫਟ ਹੋਣੀ, ਉਹ ਵੀ ਉਹਨਾਂ ਦੀ ਆ ਜਾਂਦੀ ਹੈ, ਠੀਕ ਹੈ। ਆਪਣੀ ਤਾਂ ਇਹੀ ਹੁੰਦੀ ਹੈ ਵੀ ਰਿਸਪੌਂਸਿਬਿਲਿਟੀ ਵੀ ਉਦੋਂ ਪਾਣੀ ਲੱਗਦਾ ਰਹੇ ਉਹਨਾਂ ਨੂੰ, ਤੇ ਕਲੀਨ ਹੋਵੇ ਖੇਤ, ਠੀਕ ਹੈ, ਪਾਣੀ ਪੂਣੀ ਨਾ ਖੜਾ ਹੋਵੇ, ਹਨਾ, ਜਾਂ ਜਿਵੇਂ ਵੀ ਹੈਗਾ। ਠੀਕ। ਹੁਣ ਜਿੱਦਾਂ ਹੁਣ ਤੁਸੀਂ ਦੱਸਿਆ ਸੀਗਾ ਵੀ ਸੈਟਸੂਮਾਸ ਦੇ ਜਿਹੜੇ ਵੈਰਾਈਟੀ ਆ ਉਹ ਡਨ ਆ, ਉਹਨਾਂ ਦਾ ਮੇ ਵੀ ਥੋੜਾ ਜਿਹਾ ਜਿਹੜਾ ਉਹ ਰਹਿ ਗਿਆ, ਅਰਲੀ ਵੈਰਾਈਟੀ ਡਨ ਆ। ਹੁਣ ਵਿੰਟਰ ਆ ਰਹੀ ਆ, ਉਹ ਤਾਂ ਸੰਤਰੇ ਦੇ ਪੱਤੇ ਪੁੱਤੇ ਤਾਂ ਝੜਦੇ ਨਹੀਂ, ਹਰੇ ਹੀ ਜਿਹੜੇ ਉਹ ਰਹਿੰਦੇ, ਪਰ ਫਿਰ ਵੀ ਪ੍ਰੂਨਿੰਗ ਵਗੈਰਾ ਕਰਨੀ ਆ ਵਿੰਟਰ ਦੇ ਲਈ, ਉਹਨੂੰ ਕਿੱਦਾਂ ਰੈਡੀ ਕਰਨਾ ਹੁੰਦਾ? ਹਾਂ, ਪ੍ਰੂਨਿੰਗ ਕਰਨੀ ਪੈਣੀ ਆ। ਜਿਵੇਂ ਫਰੂਟ ਨਾ ਟਰੀ ਬਹੁਤ ਥੱਲੇ ਨੂੰ ਆ ਜਾਂਦੇ ਨੇ, ਕਈ ਟਾਹਣੀਆਂ ਟੁੱਟ ਵੀ ਜਾਂਦੀਆਂ ਨੇ, ਹਨਾ, ਵਿੱਚ ਡੈਡ ਵੁੱਡ ਹਰੇਕ ਵਾਰ ਹੋ ਜਾਂਦੀ ਹੈ ਕਲੀਨ ਕਰਨ ਨੂੰ, ਤੇ ਉਹ ਪ੍ਰੂਨਿੰਗ ਤਾਂ ਕਰਨੀ ਪਊ। ਜਿਵੇਂ ਪਿਛਲੀ ਵਾਰ ਕਾਫੀ ਅਗਰੈਸਿਵਲੀ ਕੀਤੀ ਸੀ, ਐਤਕੀ ਉਨੀ ਅਗਰੈਸਿਵ ਨਹੀਂ ਕਰਾਂਗੇ। ਉਹ ਕੀ ਮਤਲਬ? ਜੇ ਤੁਸੀਂ ਪਿਛਲੀ ਵਾਰ ਜਦੋਂ ਆਪਾਂ ਨੂੰ ਰੈਂਚ ਮਿਲੀ ਸੀ, ਉਹ ਬੰਦੇ ਨੇ ਕਈ ਸਾਲ ਹੋ ਗਏ ਕੀਤੀ ਨਹੀਂ ਸੀਗੀ, ਠੀਕ ਹੈ, ਓਕੇ। ਤੇ ਉਹ ਫਿਰ ਹੁਣ ਉਦੋਂ ਜ਼ਿਆਦਾ ਹੋ ਗਿਆ ਸੀਗਾ ਥੋੜਾ ਪ੍ਰੂਨ ਕਰਨ ਵਾਲਾ, ਤੇ ਐਤਕੀ ਥੋੜੇ ਜਿਹੇ ਕਰਾਂਗੇ ਠੀਕ ਹੀ। ਐਤਕੀ ਹੈਜਿੰਗ ਵੀ ਕਰਨ ਵਾਲੀ ਹੈ, ਜਿਹੜੇ ਉੱਪਰੋਂ ਟੌਪ ਕਰਨੇ ਆ ਮਸ਼ੀਨ ਨਾਲ, ਠੀਕ ਹੈ, ਓਕੇ, ਕੱਢਣਾ। ਉਹ ਕਿੰਨੇ ਕੁ ਹਾਈਟ ਤੇ ਜਾ ਕੇ ਇਹ ਚੀਜ਼ ਕਰਨੀ ਪੈਂਦੀ ਹੈ? ਉਹ ਤਾਂ ਕਹਿੰਦੇ ਆ ਜੀ 14 ਫੁੱਟ ਤੋਂ ਉੱਪਰ ਨਾ ਕਰੋ। ਅੱਛਾ, ਠੀਕ ਹੈ, ਪਰ ਆਪਣੇ ਹੁਣ ਜਿਹੜੇ ਵੱਡੇ ਟਰੀ ਆ ਉਹ ਤਾਂ ਹੈਗੇ 20 ਫੁੱਟ ਤੋਂ ਉੱਪਰ। ਉਹ ਮੈਨੂੰ ਚਲੋ ਮੈਂ 6 ਫੁੱਟ ਕੱਢ ਕੇ, ਸਾਡਾ ਫਰੂਟ ਹੀ ਬਹੁਤ ਘੱਟ ਜਾਣਾ ਇਹ ਚ। ਉਹ ਕਹਿੰਦਾ ਸਾਡੇ ਕੋਲ 16 ਫੁੱਟ ਤੋਂ ਪੌੜੀਆਂ ਨਹੀਂ ਹੁੰਦੀਆਂ ਉੱਚੀਆਂ। ਮੈਂ ਕਿਹਾ ਵੀ ਚੱਲ 16 ਆਪਾਂ 16 ਕਰ ਦਿੰਦੇ ਆ, ਫਿਰ 2-2 ਫੁੱਟ 3 ਲਾ ਦਿੰਦੇ ਆ ਉੱਥੇ, ਠੀਕ ਆ। 14 ਜ਼ਰੂਰ ਕਰਨਾ ਸੀ, 16-17 ਫੁੱਟ ਰੱਖਾਂਗੇ, ਹਨਾ। ਤੇ ਕੁਛ ਕੁ ਸਾਈਡਾਂ ਨਾਲ ਬਾਹਲੇ ਨੈਰੋ ਹੋ ਗਈਆਂ ਐਤਕੀ ਵਿੱਚੋਂ, ਆਪਸ ਦੇ ਵਿੱਚ ਜੁੜ ਗਏ, ਟਰੀ ਬਹੁਤ ਵੱਡੇ ਨੇ, ਠੀਕ ਆ, ਤੇ ਉਹ ਕਰ ਦਿਆਂਗੇ ਥੋੜੀਆਂ ਜਿਹੀਆਂ, ਠੀਕ ਹੈ ਨਾ। ਤੇ ਇਹ ਕਿਹੜੇ ਟਾਈਮ ਦੇ ਉੱਤੇ ਹੁਣ ਤੁਸੀਂ ਕਰਨੀ, ਜਦੋਂ ਹਾਰਵੈਸਟ ਡਨ ਹੋ ਗਈ ਉਸ ਤੋਂ ਬਾਅਦ ਇਹ ਟਾਈਮ ਹੀ ਟਾਈਮ ਆ? ਕਿਤੇ ਜੇ ਪ੍ਰੂਨਿੰਗ ਕਰਕੇ ਕੋਰਾ ਕੂਰਾ ਪੈ ਜੇ, ਕੁਛ ਉਸ ਚੀਜ਼ ਦਾ ਕੋਈ ਫਿਕਰ ਡਰ ਤਾਂ ਨਹੀਂ ਟਰੀ ਨੂੰ ਰਹਿੰਦਾ? ਨਹੀਂ, ਉਹਦਾ ਤਾਂ ਕੋਈ ਡਰ ਨਹੀਂ ਗਾ, ਆਪਾਂ ਹੁਣ ਇਹਦੇ ਨਾਲ ਹੀ ਕਰ ਦੇਣੀ ਹੈ, ਠੀਕ ਆ, ਜਦੋਂ ਹਾਰਵੈਸਟ ਹੋ ਗਈ ਨਾ। ਕਿਉਂਕਿ ਫਿਰ ਜੇ ਜ਼ਿਆਦਾ ਲੇਟ ਕਰਾਂਗੇ ਫਿਰ ਬਲੂਮ ਆਉਣ ਲੱਗ ਜਾਂਦੀ ਜਲਦੀ। ਨਹੀਂ, ਜਦੋਂ ਬਲੂਮ ਆ ਗਈ ਫਿਰ ਉਦੋਂ ਆਪਾਂ ਕਰ ਨਹੀਂ ਨਾ ਸਕਦੇ, ਕਰ ਨਹੀਂ ਸਕਦੇ। ਹਾਂ,
ਬਾਕੀ ਫਿਰ ਆਪਾਂ ਪ੍ਰੈਪਰੇਸ਼ਨ ਕਰ ਲੱਗ ਜਾਣੀ ਹੈ ਫੀਲਡ ਦੀ, ਕੋਈ ਸਪਰੇਅ ਕਰਨੀ ਆ, ਸੋਇਲ ਟੈਸਟ ਕਰਕੇ ਕੁਝ ਹੋਣ ਵਾਲਾ ਹਨਾ, ਸੋਇਲ ਤਾਂ ਚਲੋ ਟੈਸਟ ਫਰਟੀਲਾਈਜ਼ਰ ਕਿਹੜੇ ਪਾਉਣੇ ਅਗਲੀ ਉਹ ਵਾਰੀ, ਫਿਰ ਆਪਾਂ ਫਰਟੀਲਾਈਜ਼ਰ ਵਗੈਰਾ ਜਨਵਰੀ ਚ ਪਾਵਾਂਗੇ, ਜਿਹੜਾ ਵੀ ਜਿਵੇਂ ਵੀ ਸੋਇਲ ਰਿਪੋਰਟ ਆਊਗੀ। ਠੀਕ ਹੈ। ਉਹ ਫਿਰ ਉਦੋਂ ਬਾਅਦ ਚ ਫਿਰ ਮਾਰਚ ਚ ਐਂਡ ਚ ਜਾ ਕੇ ਬਲੂਮ ਆਉਂਦੀ ਆ ਹਨਾ ਸਾਡੀ। ਤੇ ਆਪਣੇ ਵਾਲੇ ਜਿਹੜੇ ਬਲੌਕਸ ਚ ਦੋਨਾਂ ਚ ਪਿਛਲੀ ਵਾਰ ਥੋੜੀ ਜਿਹੀ ਲੇਟ ਆਈ ਆ, ਆਈ ਡੋਨਟ ਨੋ ਕਾਹਤੋਂ, ਜਿਵੇਂ 15 ਕੁ ਦਿਨ ਲੇਟ ਸੀ ਬਾਕੀ ਨੂੰ, ਸਾਡੀ ਅਪ੍ਰੈਲ ਸਾਰਾ ਕੁਝ ਹੀ 15 ਦਿਨ ਲੇਟ ਹੀ ਚੱਲਿਆ। ਹਾਂ, ਪਰ ਜਦੋਂ ਹੁਣ ਟਰੀ ਦੇਖਿਆ ਜਾਵੇ ਤਾਂ ਕ੍ਰੌਪ ਵਧੀਆ ਸੀਗੀ, ਪਰ ਐਤਕੀ ਸਾਰਿਆਂ ਦੀ ਲੇਟ ਆ, ਪਰ ਬਲੂਮ ਨਹੀਂ ਸੀ ਸਾਰਿਆਂ ਦੀ ਲੇਟ, ਬਲੂਮ ਆਪਣੀ ਕੱਲਿਆਂ ਦੀ ਲੇਟ। ਠੀਕ ਹੈ, ਜਿਵੇਂ ਕੱਲਿਆਂ ਆਪਾਂ ਨੂੰ ਜਿੰਨੇ ਆਪਾਂ ਜਿੰਨੇ ਕੁ ਜਾਣਦੇ ਆ, ਜਿੰਨੇ ਨਾਲ ਗੱਲਬਾਤ ਜਿਹੜੀ ਉਹ, ਕਿਉਂਕਿ ਪੀਸੀਏ ਵੀ ਉਦੋਂ ਕੰਸਰਨ ਸੀਗਾ ਵੀ ਬਲੂਮ ਲੇਟ ਆ, ਬਲੂਮ ਬਹੁਤ ਲੇਟ ਆ, ਬਲੂਮ ਹੈ ਨਹੀਂ ਗੇ ਹਨਾ, ਫਲ ਨਹੀਂ ਹੈਗੇ, ਪਰ ਜਦੋਂ ਆਏ ਫਿਰ ਕੇਰਾਂ ਹੀ ਆ ਕੇ ਚਲੋ ਜੀ ਸ਼ੁਰੂ ਹੋ ਗਿਆ ਸੀ। ਮੈਨੂੰ ਯਾਦ ਆ ਜਦੋਂ ਮੈਂ ਰੀਸੈਂਟਲੀ ਇੱਥੇ ਫਰੈਜ਼ਨੋ ਕਾਉਂਟੀ ਜਦੋਂ ਮੈਂ ਮੂਵ ਹੋਇਆ ਆ, ਘਰੇ 1-2 ਜਿਹੜੇ ਨਿੰਬੂ ਦੇ ਤੇ ਸੰਤਰੇ ਦੇ ਟਰੀ ਸੀ, ਕਾਉਂਟੀ ਵਾਲੇ ਆਏ, ਕੋਈ ਦਵਾਈ ਜੀ ਪਹਿਲਾਂ ਪਾ ਕੇ ਗਏ ਵੀ ਮੈਨੂੰ ਲੱਗਦਾ ਕੋਈ ਕੀੜਾ ਹੁੰਦਾ ਆ ਜਿਹੜਾ ਉਹ ਲੱਗਣ ਦਾ ਖਤਰਾ ਹੁੰਦਾ। ਪਿਛਲੇ ਸਾਲ ਨਹੀਂ ਆਏ, ਉਹ 2 ਸਾਲ ਪਹਿਲਾਂ ਜਿਹੜੇ ਉਹ ਆਏ ਸੀ, ਇਸ ਵਾਰੀ ਨਹੀਂ ਆਏ। ਸੋ ਤੁਸੀਂ ਜਿਹੜਾ ਉਸ ਚੀਜ਼ ਨੂੰ ਲੈ ਕੇ ਕਿੱਦਾਂ ਪ੍ਰਿਪੇਅਰ ਕਰਨਾ ਹੈ? ਉਹ ਕਾਉਂਟੀ ਵਾਲੇ ਸਾਰੇ ਕਿਤੇ ਕਰਦੇ ਆ, ਉਹ ਬਲੌਕਸ ਵੀ ਲਾ ਕੇ ਜਾਂਦੇ ਆ ਆਪਦੇ। ਠੀਕ ਹੈ। ਉਹ ਕੀੜਿਆਂ ਦੇ ਜਿਹੜੇ ਉਹ ਪੀਲੇ ਜਿਹੇ ਹੁੰਦੇ ਨਾ ਕਾਗਜ਼ ਜਿਹੇ ਗੂੰਦ ਵਾਲੇ, ਉਹ ਲਾ ਜਾਂਦੇ ਆ ਟਰੈਪ ਤੇ। ਉਹ ਟਰੈਪ ਤਾਂ ਲੱਗੇ ਹੁੰਦੇ, ਉਹ ਮੋਨੀਟਰ ਕਰਦੇ, ਉਹ ਦੇਖਦੇ ਰਹਿੰਦੇ ਵੀ ਕੋਈ ਬਾਹਰੋਂ ਫਲਾਈ ਤਾਂ ਨਹੀਂ ਆਈ, ਕੋਈ ਨਵਾਂ ਕੀੜਾ ਤਾਂ ਨਹੀਂ ਕੁਛ ਆ ਗਿਆ। ਜੇ ਕੁਛ ਆਉਂਦਾ ਤਾਂ ਫਿਰ ਉਹ ਨੋਟੀਫਿਕੇਸ਼ਨ ਕਰ ਦਿੰਦੇ ਆ ਸਾਰਿਆਂ ਨੂੰ। ਅੱਛਾ, ਫਿਰ ਉਹ ਦਵਾਈ ਜੀ ਜਿਹੜੀ ਉਹ ਕੁਝ ਪਾ ਕੇ ਜਾਂਦੇ ਆ, ਜਾਂ ਉਹ ਤੁਹਾਨੂੰ ਦੱਸ ਦਿੰਦੇ ਆ ਵੀ ਭਾਈ ਆਹ ਚੀਜ਼ ਨਵੀਂ ਆ ਗਈ ਤੇ ਤੁਸੀਂ ਇਹਨੂੰ ਕਰ ਲਓ, ਟੈਕਲ ਕਰ ਲਓ, ਤੇ ਆਹ ਇਹਦੀ ਹੈਗੀ ਆ। ਠੀਕ ਹੈ, ਜਿਹੜਾ ਇਹਦਾ ਸੋਲੂਸ਼ਨ। ਤੇ ਔਰੇਂਜਸ ਨੂੰ, ਸਿਟਰਸ ਜਿਹੜੀ ਕ੍ਰੌਪ, ਉਸ ਨੂੰ ਸਭ ਤੋਂ ਜ਼ਿਆਦਾ ਜਿਹੜਾ ਖਤਰਾ ਇਦਾਂ ਬਿਮਾਰੀਆਂ ਦੇ ਵਿੱਚ, ਇਨਸੈਕਟਸ ਦੇ ਵਿੱਚੋਂ ਕਿਸ ਚੀਜ਼ ਤੋਂ ਜ਼ਿਆਦਾ ਰਹਿੰਦਾ? ਇੱਕ ਤਾਂ ਦੇਖੋ ਫਰੋਸਟ ਦਾ ਹੀ ਹੁੰਦਾ, ਜੀ ਇਨਸੈਕਟ ਦੀ ਨਾ ਗੱਲ ਕਰੀਏ, ਉਹ ਜਨਰਲੀ ਗੱਲ ਕਰੀਏ ਫਰੋਸਟ ਚ ਆ ਜਾਂਦਾ ਹਨਾ। ਤੇ ਦੂਜਾ ਆ ਜਾਂਦਾ ਇਹਨਾਂ ਤੇ ਉਹ ਗੋਲਡਨ ਧਾਰੀਆਂ ਜਿਹੀਆਂ ਬਣ ਜਾਂਦੀਆਂ ਹੁੰਦੀਆਂ ਔਰੇਂਜਸ ਤੇ ਹਨਾ, ਉਹ ਜਦੋਂ ਜ਼ਿਆਦਾ ਹੋ ਜਾਂਦੀਆਂ ਨੇ ਉੱਤੇ ਡਿਜ਼ਾਈਨ ਜੇ ਬਣ ਜਾਂਦੇ ਆ, ਉਹ ਵੀ ਨਹੀਂ ਫਿਰ ਬਾਹਰ ਪਾਏ ਕਰਦੇ ਛੇਤੀ, ਵੇਖਣ ਨੂੰ ਸੰਤਰਾ ਨਹੀਂ ਲੱਗਦਾ ਫਿਰ। ਹਾਂ, ਥ੍ਰਿਪ ਵਗੈਰਾ ਹੁੰਦੀ ਹੈ, ਥ੍ਰਿਪ ਪ੍ਰੋਟੈਕਸ਼ਨ ਕਰਦੇ ਰਹਿੰਦੇ ਆ ਅਸੀਂ ਹਨਾ। ਠੀਕ ਹੈ। ਤੇ ਇਹੀ 2-4 ਚੀਜ਼ਾਂ ਮੇਨਲੀ ਤਾਂ ਹੁੰਦੀਆਂ, ਅਨਲੈਸ ਕਿ ਕੋਈ ਨਵੀਂ ਬਿਮਾਰੀ ਆ ਗਈ, ਜਿਵੇਂ ਇੱਕ ਵਾਰ ਮੈਨੂੰ ਹੁਣ ਉਹਦਾ ਪੂਰੀ ਡਿਟੇਲਸ ਨਹੀਂ ਪਤਾ, ਫਲੋਡ ਆਈ ਸੀ 2 ਸਾਲ ਪਹਿਲਾਂ ਹਨਾ, ਉਹਨੇ ਬਹੁਤ ਨੁਕਸਾਨ ਕਰਤਾ ਸੀ ਉੱਥੇ, ਉਹੋ ਜਿਹਾ ਕੁਛ ਆ ਜੇ ਉਹ ਗੱਲ ਹੋਰ ਆ, ਬਟ ਜਨਰਲੀ ਜਿਹੜੀਆਂ ਸਟੈਂਡਰਡ ਚ ਤਾਂ ਇਹੀ ਆਉਂਦੀਆਂ ਨੇ ਨਾਲ। ਪਰ ਉਹ ਜਿਹੜੇ ਤੁਹਾਡੇ ਦਵਾਈਆਂ ਵਾਲੇ ਨੇ ਉਹ ਮੋਨੀਟਰ ਕਰਦੇ ਰਹਿੰਦੇ ਨੇ ਬਹੁਤ ਕਲੋਜ਼ਲੀ, ਜਿਹੜੇ ਪੀਸੀਏ ਹੁੰਦੇ ਆ। ਹਾਂ, ਕਿਉਂਕਿ ਉਹਨਾਂ ਕੋਲ ਬਾਕੀ ਹੈ, ਆਪਣੇ ਕੋਲ ਤਾਂ ਇੱਕ ਫੀਲਡ ਹੁੰਦਾ ਜਾਂ 2 ਹੁੰਦੇ ਜਿੰਨੇ ਵੀ ਹੈਗੇ, ਉਹਨਾਂ ਕੋਲ ਬਹੁਤ ਹੁੰਦੇ, ਉਹਨਾਂ ਕੋਲ ਡੇਟਾ ਬਹੁਤ ਹੁੰਦਾ। ਉਹ ਕਿਸੇ ਇੱਕ ਚ ਵੀ ਆ ਗਈ ਰਿਪੋਰਟ ਹੋ ਗਈ, ਉਹਨਾਂ ਨੇ ਜਦੀ ਕਹਿਣਾ ਵੀ ਤੁਸੀਂ ਕਰ ਦੋ ਇਹ ਸਾਰਿਆਂ ਚ, ਪਹਿਲਾਂ ਚ ਹੀ ਕਰ ਲਓ। ਇੱਕ ਤਾਂ ਉਹਨਾਂ ਦਾ ਆਪਦਾ ਫਾਇਦਾ ਹੁੰਦਾ ਵੀ ਦਵਾਈ ਲੈ ਕੇ ਜਾਂਦੀ ਹੈ, ਦੂਜਾ ਇਹ ਹੁੰਦਾ ਵੀ ਚਲੋ ਪ੍ਰੀਵੈਂਟਿਵ ਮੈਜਰ ਹੋ ਜਾਂਦਾ, ਫਿਰ ਰਾਦਰ ਕੇ ਵੀ ਉਹ ਆ ਗਿਆ ਉਦੋਂ ਬਾਅਦ ਤੁਸੀਂ ਉਹਨੂੰ ਕਿਉਰ ਕਰ, ਉਹ ਮੁਸ਼ਕਲ ਹੋ ਜਾਂਦਾ ਹੈ। ਫਿਰ ਟਰੀ ਕਿੰਨੇ ਕੁ ਡੈਡ ਹੋਣ ਦੇ ਖਤਰਾ ਇਹਦੇ ਵਿੱਚ ਜ਼ਿਆਦਾ ਰਹਿੰਦਾ ਹੈ ਇਸ ਪਲਾਂਟੇਸ਼ਨ ਦੇ ਵਿੱਚ? ਟਰੀ ਤਾਂ ਦੇਖੋ ਜਿਹੜੇ ਕੇਰਾ ਮੈਚੁਰ ਹੋ ਜਾਂਦੇ ਫਿਰ ਤਾਂ ਬਹੁਤ ਹੀ ਘੱਟ ਚਾਂਸ ਆ, ਸ਼ੁਰੂਆਤੀ ਦੌਰ ਚ ਹੀ ਆ, ਜਦੋਂ ਅਡਲਟ ਟਰੀ ਆ, ਜਦੋਂ ਆਪਾਂ ਸ਼ੁਰੂ ਚ ਲਾਉਨੇ ਆ ਉਦੋਂ ਹੀ ਆ। ਮੈਂ ਹੁਣ ਜਿਹੜੇ ਆਪਾਂ ਐਤਕੀ ਪਲਾਂਟ ਕੀਤੇ ਸੀਗੇ ਉਧਰ, ਉਹ ਚੋਂ ਮਤਲਬ 1% ਟਰੀ ਜਿਹੜੇ ਡੈਡ ਹੋ ਗਏ ਆ। ਅੱਛਾ, ਉਹ ਵੈਸੇ ਤੁਰਦੇ ਹੀ ਨਹੀਂ ਆ। ਕੀ ਉਹ ਨਰਸਰੀ ਤੋਂ ਇਦਾਂ ਆਉਂਦੇ ਆ ਜਾਂ ਇੱਥੇ ਕੁਝ ਇਦਾਂ ਦਾ ਹੋ ਜਾਂਦਾ? ਕਈ ਵਾਰ ਇਹਨਾਂ ਨੇ ਵੀ ਉੱਥੇ ਡ੍ਰਿਪ ਦੀ ਪਾਣੀ ਨਹੀਂ ਉਹਨੂੰ ਸਹੀ ਲੱਗਿਆ ਜਾਂ ਕੁਝ ਹੋ ਗਿਆ, ਇਹ ਵੀ ਕਾਰਨ ਬਣ ਜਾਂਦੇ ਆ, ਜਾਂ ਨਰਸਰੀ ਤੋਂ ਹੀ ਉਹ ਪਹਿਲਾਂ ਹੀ ਵੀਕ ਆਉਂਦੇ ਨੇ, ਕਈ ਤਾਂ ਬੜੇ ਸਟਰੋਂਗ ਹੁੰਦੇ ਨੇ, ਕਈ ਵੀਕ ਹੋ ਜਾਂਦੇ ਹਨ। ਸੋ ਅੱਡ ਹੈਗੇ ਚੀਜ਼ਾਂ, ਕਿਤੇ ਧੁੱਪ ਜ਼ਿਆਦਾ ਲੱਗਦੀ, ਘੱਟ ਲੱਗਦੀ ਹੈ, ਕਿ ਉਹਦੇ ਨਾਲ ਵੀ ਮਾੜਾ ਮੋਟਾ ਫਰਕ ਪੈ ਜਾਂਦਾ। ਤੇ ਜੇ ਕਿਤੇ ਤੁਸੀਂ ਪੁਰਾਣੇ ਫੀਲਡ 'ਚ ਹੀ ਲਾਇਆ ਤਾਂ ਉੱਥੇ ਨੀਮਾਟੋਡ ਤਾਂ ਨਹੀਂ ਹੈਗੇ, ਉਹਦੇ ਨਾਲ ਵੀ ਫਰਕ ਪੈ ਜਾਂਦਾ। ਨੀਮਾਟੋਡ ਥੱਲੇ ਜਿਵੇਂ ਸਿਉਂਕ ਟਾਈਪ ਹੁੰਦੀ ਹੈ, ਵੀ ਜੇ ਉਹ ਵਿੱਚ ਹੈਗੇ ਆ ਜ਼ਮੀਨ ਦੇ, ਜੇ ਪਹਿਲਾਂ ਜੜਾਂ ਹੈਗੀਆਂ ਨੇ ਉਹਨਾਂ 'ਚੋਂ ਹੁੰਦੇ ਹੀ ਆ। ਅੱਛਾ, ਉਹ ਜਿਹੜੀ ਪਤਲੀ ਜੜਾ ਯਾਨੀ ਛੋਟੇ ਬੂਟੇ ਉਹਨਾਂ ਨੂੰ ਖਾ ਜਾਂਦੇ ਆ, ਪਰ ਸਟਰੋਂਗ ਵੱਡੇ ਟਰੀਆਂ ਨੂੰ ਕੋਈ ਫਰਕ ਨਹੀਂ ਪੈਂਦਾ, ਉਹਨਾਂ ਨੂੰ ਨਹੀਂ ਪੈਂਦਾ। ਠੀਕ ਆ, ਤੇ ਅੱਛਾ, ਸੋ ਮਤਲਬ ਜੇ ਤੁਸੀਂ ਪੱਟ ਕੇ ਲਾ ਰਹੇ ਆ ਤਾਂ ਫਿਰ ਜੜਾਂ ਮਤਲਬ ਚੱਜ ਨਾਲ ਕੱਢਣੀਆਂ ਪੈਣੀਆਂ, ਤਾਂ ਹੀ ਉਹ ਕੱਢਦੇ। ਅਪਸਾਈਡ ਡਾਊਨ ਕਰ ਦਿੰਦੇ, ਉਹ ਫਿਰ ਟੈਸਟ ਵੀ ਹੋ ਜਾਂਦਾ ਉਦੋਂ ਬਾਅਦ ਸੋਇਲ ਦਾ, ਨਿੰਫ ਦਾ, ਵੀ ਕਿੰਨਾ ਕੁ ਨੀਮਾਟੋਡ ਦਾ ਵੀ ਕਿੰਨਾ ਕੁ ਇਹਦਾ ਰਿਸਕ ਹੈਗਾ ਤੁਹਾਨੂੰ। ਤੇ ਜੇ ਉਹਦਾ ਰਿਸਕ ਹੁੰਦਾ ਤੁਸੀਂ ਉਹੋ ਜਿਹੀ ਦਵਾਈ ਐਡ ਕਰ ਦੇਣਾ ਫਰਟੀਲਾਈਜ਼ਰ। ਸੋ ਜਿਨ੍ਹਾਂ ਨੇ ਹੁਣ ਨਵੇਂ ਪਲਾਂਟ ਕੀਤੇ, ਜੇ ਫਰੋਸਟ ਵਾਲਾ ਟਾਈਮ ਆਉਂਦਾ ਆ ਤੇ ਉਹ ਜਿਹੜੇ ਯੰਗ ਟਰੀਜ਼ ਹੈਗੇ ਆ, ਅਜੇ ਮਤਲਬ ਬੇਬੀ ਟਰੀਜ਼ ਹੀ ਆਪਾਂ ਕਹਿ ਸਕਦੇ ਉਹਨਾਂ ਨੂੰ, ਦੇਖੋ ਉਹਦੀ ਤਾਂ ਕ੍ਰੌਪ ਇੰਸ਼ੋਰੈਂਸ ਵੀ ਨਹੀਂ, ਉਹਦਾ ਕੁਛ ਵੀ ਨਹੀਂ, ਤੇ ਉਹਨੂੰ ਫਿਰ ਪ੍ਰੋਟੈਕਟ ਕਰਨ ਦੇ ਲਈ ਕੀ ਸਾਧਨ, ਕਿੱਦਾਂ ਦੀਆਂ ਚੀਜ਼ਾਂ ਵਰਤੀਆਂ ਜਾਂਦੀਆਂ? ਇੱਕ ਤਾਂ ਦੇਖੋ ਸਪ੍ਰਿੰਕਲਰ ਚੱਲਦੇ ਨੇ, ਦੂਜਾ ਹੋ ਜਾਂਦਾ ਜੇ ਕਿਸੇ ਦੇ ਪੱਖੇ ਲੱਗੇ ਆ ਹਨਾ, ਉਹ ਆ, ਤੇ ਤੀਜਾ ਹੋ ਜਾਂਦਾ ਵੀ ਤੁਸੀਂ ਉਹਨਾਂ ਤੇ ਉਹ ਲਿਫਾਫੇ ਜਿਹੇ ਵੀ ਪਾ ਸਕਦੇ ਹੋ। ਹੁਣ ਜਿਹਦਾ ਘਰਾਂ ਨੇ ਜੇ ਕਿਸੇ ਨੇ ਨਵਾਂ ਕੋਈ ਲਾਇਆ, ਕਵਰ ਲਾ ਦਿਓ, $1 ਦਾ ਮਿਲ ਜਾਂਦਾ ਸਟੋਰ ਤੋਂ, ਕਿਸੇ ਵੀ ਇਰੀਗੇਸ਼ਨ ਸਟੋਰ ਤੋਂ। ਗਾਰਬੇਜ ਵਾਲਾ ਲਾ ਦਿਓ ਭਾਵੇਂ, ਗਾਰਬੇਜ ਵਾਲੇ ਚ ਨਹੀਂ ਹਵਾ ਨਹੀਂ ਪਾਸ ਹੁੰਦੀ। ਠੀਕ ਹੈ, ਉਹ ਬਣੇ ਹੀ ਉਹਦੇ ਲਈ ਹੁੰਦੇ ਨੇ। ਠੀਕ ਹੈ ਹਨਾ, ਪਰ ਉਹ ਚ ਇੱਕ ਚੀਜ਼ ਜੇ ਰੱਖਣੀ ਹੈ ਧਿਆਨ ਚ, ਵੀ ਜਿਹੜੇ ਆਪਾਂ ਪਾਣੀ ਪਾਉਣਾ ਨਾ ਉਹਦਾ, ਜੇ ਤਾਂ ਤੁਸੀਂ ਸਪ੍ਰਿੰਕਲਰ ਲਾਇਆ ਹੋਇਆ ਉੱਥੇ ਕੋਈ ਡ੍ਰਿਪ ਲੱਗਿਆ ਤਾਂ ਉਹ ਲਿਫਾਫੇ ਦੇ ਅੰਦਰਲੇ ਪਾਸੇ ਹੋ,
ਬਾਹਰ ਨਾ ਹੋਵੇ। ਬਾਹਰ ਨਾ ਹੋਵੇ, ਕਿਉਂਕਿ ਫਿਰ ਉਹਨੂੰ ਪਾਣੀ ਮਿਲਦਾ ਰਹਿੰਦਾ, ਜੇ ਬਾਹਰ ਹੋਵੇ ਫਿਰ ਜ਼ਿਆਦਾ ਹੀ ਬਾਹਰ ਹੀ ਖਰਾਬ ਹੁੰਦਾ ਰਹਿੰਦਾ ਪਾਣੀ, ਕਿਉਂਕਿ ਉਹਦੀਆਂ ਜੜ੍ਹਾਂ ਹਜੇ ਬਹੁਤ ਛੋਟੇ ਏਰੀਆ 'ਚ ਹੁੰਦੀਆਂ ਨੇ, ਥੋੜ੍ਹੀਆਂ ਉਹ ਜਿਹੀਆਂ। ਉਨੇ 'ਚ ਹੀ ਉਹਨੇ ਲੈਣਾ ਹੁੰਦਾ। ਤੇ ਜੇ ਸਪ੍ਰਿੰਕਲਰ ਲੱਗਿਆ ਤਾਂ ਬੇਸਿਕਲੀ ਜਿਵੇਂ ਹੁਣ ਖੇਤ 'ਚ ਆਪਣੇ ਸਪ੍ਰਿੰਕਲਰ ਲੱਗੇ ਹੁੰਦੇ ਆ, ਤਾਂ ਅਸੀਂ ਮੇਕ ਸ਼ੋਰ ਕਰਦੇ ਹਾਂ ਵੀ ਸਪ੍ਰਿੰਕਲਰ ਉਹਦੇ ਵਿੱਚ ਆ ਜੇ ਲਿਫਾਫੇ। ਠੀਕ ਹੈ, ਓਕੇ। ਪਰ ਉਹਦੇ ਆਪਦੇ ਫਾਇਦੇ ਨੁਕਸਾਨ ਵੀ ਹੈਗੇ ਆ, ਕਿਉਂਕਿ ਜੇ ਜ਼ਿਆਦਾ ਗਰਮੀ ਦਿਨੇ ਪੈ ਜਾਂਦੀ ਹੈ ਤਾਂ ਫਿਰ ਉਹ ਬੂਟੇ ਨੂੰ ਡੈਮੇਜ ਵੀ ਕਰ ਜਾਂਦੇ ਆ। ਤੇ ਹਾਂ ਚਲੋ ਵੱਡਿਆਂ ਦੇ ਜਿਹੜੇ ਵੱਡਾ ਜਿੱਦਾਂ ਤੁਹਾਡਾ ਆਪਰੇਸ਼ਨ, ਉਹਦੇ ਲਈ ਤਾਂ ਕੱਲਾ ਪਾ ਕੇ ਤੇ ਲਾਉਣਾ ਤਾਂ ਔਖਾ ਆ। ਹਾਂਜੀ, ਜਿਹੜਾ ਕਿਸੇ ਦਾ ਘਰੇ ਘੁਰੇ ਆ ਉਹ ਤਾਂ ਬੰਦਾ ਲਾ ਕਰ ਜੇ ਸਕਦਾ ਹੈ। ਉਹ ਉਦੋਂ ਪਾ ਦੇਵੇ ਜਦੋਂ ਤੁਹਾਨੂੰ ਲੱਗਦਾ ਵੀ ਹੁਣ ਫਰੋਸਟ ਵਾਲਾ ਵੀਕ ਆਉਣ ਵਾਲਾ, ਉਦੋਂ ਪਾ ਦਿਓ। ਠੀਕ ਤੇ ਹੈ, ਜਦੋਂ ਲੰਘ ਗਿਆ ਤੇ ਫਿਰ ਉਦੋਂ ਲਾ ਦਿਓ। 10 ਬੂਟਿਆਂ ਨਾਲ ਜਾਂ 5 ਨਾਲ ਤਾਂ ਕੋਈ ਆਪਣਾ ਬੜਾ ਕੰਮ ਨਹੀਂ ਬਹੁਤ ਕੰਮ ਨਹੀਂ ਹੁੰਦਾ। ਸੋ ਹੁਣ ਵਿੰਟਰ ਦੇ ਲਈ ਇਹਨੂੰ ਕਿੱਦਾਂ ਫਿਰ ਤਿਆਰ ਕਰਨਾ, ਪ੍ਰੂਨਿੰਗ ਕਰਕੇ ਦੈਟਸ ਇਟ, ਇਹ ਟਰੀ ਸੈਟ ਫॉर ਨੈਕਸਟ ਜਿਹੜਾ ਸੀਜ਼ਨ ਦੇ ਲਈ। ਹਾਂਜੀ, ਜੇ ਕੋਈ ਆਪਣੀ ਕੋਈ ਹੈਗੀ ਆ ਸੋਇਲ ਦੀ ਹੈ ਨਾ ਡੈਫੀਸ਼ੀਐਂਸੀ, ਕੋਈ ਫਰਟੀਲਾਈਜ਼ਰ ਐਡ ਕਰਨਾ ਤਾਂ ਉਹ ਐਡ ਕਰ ਦਿਆਂਗੇ, ਨਹੀਂ ਉਦੋਂ ਬਿਨਾਂ ਤਾਂ ਫਿਰ ਸੈਟ ਹੀ ਆ ਪ੍ਰੀਟੀ ਮੱਚ ਬਲੂਮ ਲਈ। ਠੀਕ ਹੈ, ਚਲੋ ਜੀ। ਸੋ ਮਤਲਬ ਉਹ ਉਸ ਤੋਂ ਬਾਅਦ ਦੇ ਵਿੱਚ ਇਹ ਆ ਵੀ ਕਿਹੜੀ ਚੀਜ਼ ਦੀ ਘਾਟ ਆ ਉਹ ਪੂਰੀ ਕਰੋ ਟਰੀ ਨੂੰ, ਤੇ ਫਿਰ ਉਹ ਰੈਡੀ ਫॉर ਨੈਕਸਟ। ਤੇ ਹੁਣ ਜੇ ਆਪਾਂ ਕੁਝ ਡੈਡਲਾਈਨਸ ਦੀ ਗੱਲ ਕਰ ਲਈਏ, NRCS ਦੀ ਜਿਹੜੀ ਡੈਡਲਾਈਨ ਦੇ ਬਾਰੇ ਤੁਸੀਂ ਦੱਸ ਰਹੇ ਸੀਗੇ, ਸੋ ਇਹ ਕਿਹੜੀ ਐਪਲੀਕੇਸ਼ਨ ਦੀ ਡੈਡਲਾਈਨ ਹੈ ਜੀ? NRCS ਦੇ ਜਿਹੜੇ ਸਾਰੇ ਪ੍ਰੋਗਰਾਮ ਨੇ ਨਾ ਜੀ, USDA ਦੇ ਬੇਸਿਕਲੀ ਉਹਨਾਂ ਦੀ December 9 ਡੈਡਲਾਈਨ। ਕੋਈ ਵੀ ਐਪਲੀਕੇਸ਼ਨ ਪਾਉਣੀ ਹੈ ਤੁਸੀਂ, ਜਿਵੇਂ ਉਹਨਾਂ ਦਾ ਜਿਹੜਾ ਫਿਸਕਲ ਈਅਰ 1 ਅਕਤੂਬਰ ਤੋਂ ਸ਼ੁਰੂ ਹੁੰਦਾ ਤੇ ਉਹ ਦਸੰਬਰ 9 ਤੱਕ ਫਸਟ ਕੁਆਟਰ ਦੀਆਂ ਐਪਲੀਕੇਸ਼ਨਾਂ ਲੈਣੀਆਂ। ਲੈਂਦੇ ਹੋ ਹਰੇਕ ਕੁਆਟਰ, ਪਰ ਜੇ ਤੋਂ ਐਤਕੀ ਮਿਸ ਹੋ ਗਈ ਫਿਰ ਤੁਸੀਂ ਅਗਲੇ ਕੁਆਟਰ 'ਚ ਚਲੇ ਜਾਓਗੇ, ਮਾਰਚ ਦੇ ਵਿੱਚ ਜਾ ਬਣੀ, ਫਿਰ ਤੁਸੀਂ ਜਨਵਰੀ ਜਾ ਕੇ ਸਬਮਿਟ ਕਰ ਸਕਦੇ ਆ। ਪਰ ਉਹਦਾ ਡਿਸੀਜਨ ਉਹਨਾਂ ਨੇ 9 ਮਾਰਚ ਜਿਵੇਂ 9 ਤੱਕ ਨਹੀਂ ਲੈਣਾਗਾ, ਉਹ ਤੱਕ ਤਾਂ ਐਪਲੀਕੇਸ਼ਨਾਂ ਲੈਣੀਆਂ, ਉਹ ਤੱਕ ਐਪਲੀਕੇਸ਼ਨ ਲੈ ਕੇ ਫਿਰ ਉਹ ਸਕੋਰ ਬਣਾਉਂਦੇ ਆ ਉਹਦਾ। ਠੀਕ ਹੈ। ਹੁਣ ਉਹਨਾਂ ਕੋਲ ਸਾਰੀਆਂ ਐਪਲੀਕੇਸ਼ਨਾਂ ਆਈਆਂ ਪਈਆਂ ਹੋਣਗੀਆਂ 9 ਤਰੀਕ ਤੱਕ, ਜਿਹੜੀਆਂ ਹੋਰ ਆ ਗਈਆਂ ਉਹਨਾਂ ਨੇ ਐਡ ਕਰਕੇ ਫਿਰ ਉਹਦੀ ਸਕੋਰਿੰਗ ਕਰ ਲੈਣੀ ਹੈ, ਤੇ ਜਿਨ੍ਹਾਂ ਨੂੰ ਮਿਲਣਾ ਹੋਇਆ ਉਹਨਾਂ ਨੇ ਇਤਲਾਹ ਕਰ ਦੇਣੀ ਹੈ ਜਨਵਰੀ 'ਚ। ਕਿਹੜੀਆਂ ਐਪਲੀਕੇਸ਼ਨਸ ਦਾ ਇਸ ਟਾਈਮ ਜੀ ਉਹ ਦਿੰਦੇ ਨੇ? ਟਰੈਕਟਰਸ ਦੀ ਅਸਿਸਟੈਂਸ ਦਿੰਦੇ ਆ, ਹਨਾ, ਮਸ਼ੀਨਰੀ ਦੀ ਕੋਈ ਵੀ, ਜੇ ਤੁਸੀਂ ਪੁਰਾਣਾ ਡੀਜ਼ਲ ਇੰਜਨ ਚੇਂਜ ਕਰਦੇ ਹੋ ਤੇ ਉਹ 'ਚ ਟਰੈਕਟਰ ਆ ਜਾਂਦੇ ਨੇ ਮੇਨਲੀ। ਤੇ ਜੇ ਹੋਰ ਹੈਗੀਆਂ ਨੇ, ਜਿਵੇਂ ਤੁਸੀਂ ਆਪਾਂ ਉਹਦੀਆਂ ਅਗਲੇ ਸੀਜ਼ਨ ਲਈ ਡ੍ਰਿਪ 'ਚ ਕਨਵਰਟ ਕਰਨਾ, ਹਨਾ, ਫਲੱਡ ਤੋਂ ਇਰੀਗੇਸ਼ਨ ਵਾਲੀਆਂ ਗ੍ਰਾਂਟਸ ਕੋਈ ਵੀ ਲੈਣੀਆਂ ਨੇ, ਉਹ ਸਾਰਿਆਂ ਦੀ ਡੈਡਲਾਈਨ 9 ਦਸੰਬਰ ਆ। ਤੇ ਕਿੰਨਾ ਕੁ ਔਖੀ ਆ ਭਾਈ ਐਪਲੀਕੇਸ਼ਨ ਭਰਨੀ? ਦਿਨ ਤਾਂ ਹੁਣ ਚਲੋ ਥੋੜੇ ਹੀ ਰਹਿ ਗਏ ਆ। ਐਪਲੀਕੇਸ਼ਨ ਤਾਂ ਸੌਖੀ ਨਹੀਂ, ਆਪਾਂ ਨੂੰ ਬੇਸਿਕਲੀ ਜੇ ਆਪਾਂ ਉੱਥੇ ਚਲੇ ਜਾਈਏ ਦੂਜੇ ਇਹਨਾਂ ਦੇ ਆਫਿਸ, ਲੋਕਲ ਆਫਿਸ ਜਿਹੜਾ ਵੀ ਹੈਗਾ ਨੇੜੇ, ਉਹਨਾਂ ਨੂੰ ਜਾ ਕੇ ਦੱਸ ਦਿਓ, ਐਪਲੀਕੇਸ਼ਨ 2 ਗੇੜਿਆਂ 'ਚ ਭਰੀ ਜਾਂਦੀ ਹੈ, ਕਿਉਂਕਿ ਪਹਿਲੇ ਗੇੜੇ 'ਚ ਉਹ ਐਪਲੀਕੇਸ਼ਨ ਬੇਸਿਕ ਭਰ ਕੇ ਤੁਹਾਨੂੰ ਦੱਸ ਦਿੰਦੇ ਵੀ ਆਹ ਚੀਜ਼ਾਂ ਲੈ ਆਈ ਨਾਲ ਨੈਕਸਟ ਟਾਈਮ, ਜਿਹੜੀ ਵੀ ਡਾਕੂਮੈਂਟੇਸ਼ਨ ਚਾਹੀਦੀ ਹੈ, ਜਿਵੇਂ ਪਾਰਸਲ ਨੰਬਰ ਹੋ ਗਏ, ਹਨਾ, ਜਾਂ ਕੋਈ EIN ਨੰਬਰ ਜੇ ਤੁਹਾਡੀ ਕੰਪਨੀ ਵਗੈਰਾ ਹੈਗੀ ਆ ਤਾਂ ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਤੁਹਾਨੂੰ ਲਿਖਾ ਦੇਣੀਆਂ ਨੇ। ਤੇ ਜਾਂ ਪ੍ਰੂਫ ਆਫ ਓਨਰਸ਼ਿਪ ਲੈ ਆਓ, ਲੀਜ਼ ਦਾ ਡਾਕੂਮੈਂਟ ਜਾਂ ਡੀਡ ਦੇ ਸਾਰੇ, ਉਹ ਅਗਲੀ ਵਾਰ ਜਾ ਕੇ ਉਹਨਾਂ ਨੂੰ ਦੇ ਦਿਓ, ਐਪਲੀਕੇਸ਼ਨ ਦਾ ਪ੍ਰੀਟੀ ਮਚ ਸੈਟ ਹੀ ਹੁੰਦੀ ਹੈ। ਠੀਕ ਹੈ। 에ਅਰਬੋਰਡ ਦੀਆਂ ਐਪਲੀਕੇਸ਼ਨਸ ਦੀ ਤੁਸੀਂ ਦੱਸ ਰਹੇ? 에ਅਰਬੋਰਡ ਦੀਆਂ ਓਪਨ ਨੇ, 에ਅਰਬੋਰਡ ਦੀਆਂ ਤਾਂ ਕਾਫੀ ਚਿਰ ਦੀਆਂ ਓਪਨ ਨੇ, ਉਹ ਲੈ ਰਹੇ ਆ ਹਜੇ ਵੀ। ਉਹਨਾਂ ਦਾ ਹੁੰਦਾ ਵੀ ਜਿੰਨੇ ਚਿਰ ਫੰਡ ਹੈਗੇ ਉਹਨਾਂ ਚਿਰ ਦੇਈ ਜਾਣੇ ਉਹਨਾਂ ਨੇ। ਠੀਕ ਹੈ। ਉਹ ਲੈਂਦੇ ਆ ਵੀ ਉਹ ਵੀ ਜੇ ਡੀਜ਼ਲ, ਇਹਦੇ ਵਿੱਚ ਇਹ 'ਚ ਵੀ ਪੁਰਾਣੇ ਡੀਜ਼ਲ ਇੰਜਨ ਟਰੈਕਟਰ ਬਦਲੇ ਕਿਸੇ ਵੀ ਤਰੀਕੇ ਨਾਲ ਜਿਹੜੀ 에ਅਰ ਪੋਲਿਊਸ਼ਨ 'ਚ ਆ ਜਾਂਦੀਆਂ ਨੇ, ਜਿਹੜੇ ਜਿਵੇਂ ਟਰੈਕਟਰ ਪੁਰਾਣੇ ਆ ਉਹ ਪੋਲਿਊਸ਼ਨ ਕਰਦੇ ਹਨਾ ਜ਼ਿਆਦੇ, ਡੈਫ ਵਗੈਰਾ ਨਹੀਂ ਲੱਗਿਆ, ਸਪੈਸ਼ਲੀ ਜਿਹੜੇ ਪਹਿਲਾਂ 90s ਤੋਂ ਪਹਿਲਾਂ ਨੇ ਕੈਟਾਗਰੀ 0 ਵਾਲੇ, ਹਨਾ, ਤੇ ਉਦੋਂ ਬਾਅਦ ਤਾਂ 1 2 3 4 ਆ ਜਾਂਦੇ। ਚਲੋ ਉਹਨਾਂ ਨੇ ਵੀ ਦਿੰਦੇ ਆ, ਪਰ ਉਹਨਾਂ ਲਈ ਜ਼ਿਆਦਾ ਪੈਸੇ ਦਿੰਦੇ ਆ 0 ਵਾਲਿਆਂ ਲਈ, ਜਾਂ 0 ਤੋਂ ਜਿਹੜੇ ਪਹਿਲਾਂ ਨੇ। ਠੀਕ ਹੈ। ਤੇ ਜਾਂ ਤੁਹਾਡੇ ਕੋਲ ਪੁਰਾਣੀਆਂ ਉਹ ਫੋਰਕਲਿਫਟ ਨੇ, ਜਾਂ ਕੋਈ ਤੁਹਾਡੇ ਕੋਲ ਗੇਟਰ ਨੇ ਪੁਰਾਣੇ, ਜਿਹੜੇ ਤੁਸੀਂ ਰਿਪਲੇਸ ਕਰਾ ਸਕਦੇ ਆ ਬੈਟਰੀ ਵਾਲਿਆਂ ਨਾਲ, ਉਹ ATVs ਜਿਹੜੇ ਹੁੰਦੇ ਆ, ਜਿਹੜੇ ਆਪਾਂ ਖੇਤ ਯੂਜ਼ ਕਰਦੇ ਆ, ਉਹ ਸਾਰੇ ਉਹ 'ਚ ਤੁਸੀਂ ਪਾ ਸਕਦੇ ਆ, ਤੇ ਉਹ 'ਚ ਉਹ ਫੰਡਿੰਗ ਦੇ ਦਿੰਦੇ ਆ। ਜੇ 100 ਏਕੜ ਤੋਂ ਘੱਟ ਆ ਤਾਂ ਮੈਨੂੰ ਉਹ ਦਿੰਦੇ 80% ਦੇ ਦਿੰਦੇ ਆ। ਜੇ ਤੁਸੀਂ 100 ਏਕੜ ਤੋਂ ਘੱਟ ਦੇ ਮਾਲਕ ਆ, ਆਪਰੇਸ਼ਨ ਤੁਹਾਡਾ, ਫਿਰ ਤੋਂ 80% ਤੱਕ ਦੇ ਦਿੰਦੇ ਆ ਟਰੈਕਟਰ ਦੀਆਂ ਜਿਹੜੀ ਵੀ ਤੁਸੀਂ ਮਸ਼ੀਨਰੀ ਬਾਏ ਕਰਨੀ ਆ, ਗ੍ਰਾਂਟ। ਤੇ ਜੇ ਤੁਸੀਂ 100 ਤੋਂ ਉੱਪਰ ਆ, 100 ਤੋਂ ਮਤਲਬ 500 ਤੱਕ, ਫਿਰ 70 ਦਿੰਦੇ ਆ। 500 ਤੋਂ ਉੱਪਰ ਵਾਲੇ ਉਦੋਂ ਵੀ ਘੱਟ ਆ, ਜੇ ਮੈਂ ਨਹੀਂ ਰੌਂਗ ਤਾਂ ਉਹ 50% ਆ, ਮਤਲਬ 50% ਤੱਕ ਜਿਹੜਾ ਉਹ ਮਿਲਦਾ ਹੈ। ਜੇ ਇਹਦੀ NRCS ਦੀਆਂ ਵੀ ਐਤਕੀ ਜੇ ਟਰੈਕਟਰ ਦੀਆਂ ਨੇ ਲੈਣੀਆਂ ਨੇ ਜਾਂ ਡ੍ਰਿਪ ਵਾਲੀਆਂ ਲੈਣੀਆਂ ਨੇ, ਇਹਨਾਂ ਨੇ ਪੈਸੇ ਬਹੁਤ ਵਧਾਤੇ ਆ, ਕਿਉਂਕਿ ਇਨਫਲੇਸ਼ਨ ਕਰਕੇ, ਹਨਾ। ਜਿਵੇਂ ਅੱਗੇ ਦਿੰਦੇ ਸੀਗੇ ਪਹਿਲਾਂ ਪਿਛਲੇ ਸਾਲ $450 ਹਾਰਸ ਪਾਵਰ ਦਾ ਦਿੰਦੇ ਸੀ ਟਰੈਕਟਰ ਦਾ, ਤੇ ਐਤਕੀ ਇਹਨਾਂ ਨੇ 650 ਕਰਤਾ। ਵਾਓ, ਠੀਕ ਹੈ ਜੀ। ਉਹਨਾਂ ਨਾਲ ਫਿਰ ਜੇ 100 ਹਾਰਸ ਪਾਵਰ ਦਾ ਟਰੈਕਟਰ ਦਾ $65,000 ਤੱਕ ਦੇ ਦਿੰਦੇ ਆ, ਤੇ $65,000 ਵੀ ਜਿੰਨਾ ਕੋ ਪੁਰਾਣੇ ਪਏ ਉਹਨਾਂ ਨੂੰ ਵੇਚਣ ਦਾ ਹੁਣ ਵਧੀਆ ਮੌਕਾ, ਮਤਲਬ ਕੱਢ ਸਕਦੇ। ਪਰ ਇਹ ਵੀ ਉਹਨਾਂ ਨੂੰ ਨਵਾਂ ਟਰੈਕਟਰ ਖਰੀਦਣਾ ਪੈਣਾ, ਉਹਦੀ ਇਹ ਨਹੀਂ ਹੈ ਨਾ ਵੀ ਉਹ ਕਿਤੇ ਹੋਰ ਵੀ ਵਰਤੇ ਜਾ ਸਕਦੇ। ਉਹ ਤਾਂ ਫਿਰ ਉਹਨਾਂ ਦਾ ਆਪਾਂ ਨੂੰ ਡਿਸਟਰਕਸ਼ਨ ਸਰਟੀਫਿਕੇਟ ਲਾਉਣਾ ਪੈਂਦਾ। ਉਹ ਜਾ ਕੇ ਜਿਹੜੇ ਆਹ ਜੇ ਪ੍ਰੈਸ ਕਰ ਦਿੰਦੇ ਆ, ਉਹ ਸਾਨੂੰ ਸਰਟੀਫਿਕੇਟ ਦਿੰਦੇ ਨੇ, ਫਿਰ ਤੁਸੀਂ ਉਹ ਜਾ ਕੇ ਜਮ੍ਹਾਂ ਕਰਾਉਣਾ ਹੁੰਦਾ, ਫਿਰ ਕੰਪਲੀਟ ਹੁੰਦਾ ਸਾਰਾ ਪ੍ਰੋਸੈਸ। ਜੇ ਨਹੀਂ ਟਰੈਕਟਰ ਲੈਣਾ ਤਾਂ, ਹਾਂ, ਨਹੀਂ ਜੇ ਤੁਸੀਂ ਲੈਣਾ ਤਾਂ ਫਿਰ ਪੁਰਾਣਾ ਉੱਥੇ ਜਾ ਕੇ ਤੁਹਾਨੂੰ ਡਿਸਟਰੋਏ ਤਾਂ ਕਰਨਾ ਹੀ ਪੈਣਾ। ਹਾਂ, ਜੇ ਤੁਸੀਂ ਨਹੀਂ ਲੈਣਾ ਫਿਰ ਤਾਂ ਅਗਲੇ ਕਹਿੰਦੇ ਚਲਾਈ ਜਾਓ, ਸਾਨੂੰ ਤਾਂ ਕੋਈ ਹਰਜ ਨਹੀਂਗਾ, ਫਿਰ ਉਹਨੂੰ ਕੋਈ ਕੁਛ ਨਹੀਂ ਕਹਿੰਦਾ।
ਫਿਰ ਉਹਨਾਂ ਨੂੰ ਅੱਛਾ ਹਾਂ। ਕੁਛ ਨਹੀਂ ਜਿਹੜਾ ਉਹ ਤੇ ਕਹਿੰਦੇ ਉਹਦੇ ਨਾਲ ਫਿਰ ਹੁਣ ਨਵੇਂ 100 ਹਾਰਸ ਪਾਵਰ ਦੀ ਟਰੈਕਟਰ ਦੀ ਕੀਮਤ 65-70 ਹਜ਼ਾਰ ਆ, ਉਹ ਆਲਮੋਸਟ ਸਾਰੀ ਕਵਰ ਹੋ ਜਾਂਦੀ ਆ। ਜੇ ਹੂੰ ਕੈਬ ਲੈ ਕੇ ਲਾਉਣਾ ਤੇ ਕੋਈ ਹੋਰ ਨਾਲ ਚੀਜ਼ਾਂ ਐਡ ਕਰਨੀਆਂ, ਫਿਰ ਚਲੋ ਉਹ ਜਿਹੜਾ ਐਕਸਟਰਾ ਉਹ ਤੁਸੀਂ ਪੱਲਿਓਂ ਦਿੰਦੇ ਆ। ਤੇ ਇਹ ਅਰਸ਼ ਅਪਲਾਈ ਕਿੱਥੇ ਕਰਨਾ, ਇਹਨਾਂ ਦੇ ਆਫਿਸ 'ਚ ਜਾ ਕੇ ਜਾਂ ਆਨਲਾਈਨ ਵੀ ਹੋ ਜਾਂਦਾ ਆ ਜਾਂ ਇਨ ਪਰਸਨ ਹੀ ਇਹ ਸਾਰੀ ਚੀਜ਼? ਏਅਰਬੋਰਡ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਇਹਨਾਂ ਦੀ ਐਪਲੀਕੇਸ਼ਨ ਡਾਊਨਲੋਡ ਕਰਕੇ ਤੇ ਭਰ ਕੇ ਇਹਨਾਂ ਨੂੰ ਈਮੇਲ ਵੀ ਕਰ ਸਕਦੇ ਆ ਤੇ ਇਹਨਾਂ ਦੇ ਆਫਿਸ ਬਾਏ ਹੈਂਡ ਵੀ ਦੇ ਸਕਦੇ। ਠੀਕ ਹੈ, ਇਹ ਓਕੇ। ਦੋ ਆਪਸ਼ਨਸ ਰਹੇ ਇਹਨਾਂ ਦੀਆਂ, ਹਨਾ। ਕੋਈ ਕਿਸੇ ਵੀ ਤਰੀਕੇ ਨਾਲ ਕਰਨੀ ਹੈ ਤਾਂ ਤੁਸੀਂ ਕਰ ਸਕਦੇ ਹੋ। ਠੀਕ ਹੈ। ਏਅਰ ਜਿਹੜੇ ਕਾਰਬ ਆ, ਇਹ ਕਾਰਬ ਦੇ ਅੰਡਰ ਆਉਂਦੇ ਆ? ਏਅਰ ਪੋਲਿਊਸ਼ਨ ਬੋਰਡ, ਹਾਂਜੀ, ਇਹ ਇਹਨਾਂ ਦੇ ਉਹ ਕਰਦੇ ਨਾ, ਕਾਰਬਨ ਕੰਟੈਂਟ ਮੋਨੀਟਰ ਵੀ, ਕਾਰਬਨ ਫੁੱਟਪ੍ਰਿੰਟਸ ਮੋਨੀਟਰ ਕਰਦੇ ਆ। ਹਰ ਇੱਕ ਦੀ ਡਿਸਟ੍ਰਿਕਟ ਵੱਖਰੀ ਹੁੰਦੀ ਹੈ ਨਾ, ਏਅਰ ਪੋਲਿਊਸ਼ਨ ਕੰਟਰੋਲ ਡਿਸਟ੍ਰਿਕਟ। ਸੋ ਉਹਨੂੰ ਪਹਿਲਾਂ ਉਹਨਾਂ ਨੇ ਉਸ ਵਾਲੀ ਡਿਸਟ੍ਰਿਕਟ ਦੀ ਤੇ ਜਾ ਕੇ ਅਪਲਾਈ ਕਰਨਾ ਹੈ। ਸੈਂਟਰਲ ਵੈਲੀ 'ਚ ਲਗਭਗ ਸਾਰਿਆਂ 'ਚ ਹੀ ਕਰ ਦਿੰਦੇ, ਲੈਂਦੇ ਸਾਰੇ ਐਪਲੀਕੇਸ਼ਨ। ਜੇ ਠੀਕ ਤੁਸੀਂ ਹੈ, ਇਹੀ ਨਾਰਥ ਜਾ ਕੇ ਕਰੋਗੇ ਤਾਂ ਉਹਨਾਂ ਨੇ ਤੁਹਾਨੂੰ ਇੰਨੀ ਗ੍ਰਾਂਟ ਨਹੀਂ ਦੇਣੀ। ਉੱਥੇ ਵੱਖਰਾ ਆ, ਹਾਂ, ਉੱਥੇ ਸਿਸਟਮ ਜਿਹੜਾ ਥੋੜਾ ਕਿਉਂਕਿ ਆਪਾਂ ਨੇ ਜ਼ਿਆਦਾ ਪੋਲਿਊਟਡ ਆਉਂਦੇ ਆ ਆਪਣਾ ਏਰੀਆ, ਤੋਂ ਇੱਥੇ ਠੀਕ ਫਿਰ ਹੈ, ਜ਼ਿਆਦਾ। ਓਕੇ, ਠੀਕ ਹੈ। ਸੋ ਇਹ ਤਾਂ ਹੋ ਗਿਆ NRCS ਦੀ ਜਿਹੜੀ ਡੈਡਲਾਈਨ ਆ 9 ਦਸੰਬਰ ਆ, ਤੇ ਜਿਹੜੀ 에ਅਰ ਬੋਰਡ ਵਾਲੀ ਐਪਲੀਕੇਸ਼ਨ ਇਹਦੀ ਵੀ ਕੋਈ ਡੈਡਲਾਈਨ ਆ? ਇਹਦੀ ਡੈਡਲਾਈਨ ਨਹੀਂ, ਇਹਦਾ ਜਿੰਨਾ ਚਿਰ ਇਹਨਾਂ ਕੋਲ ਫੰਡ ਹੁੰਦੇ ਉਹਨਾਂ ਚਿਰ ਇਹ ਲੈਂਦੇ ਰਹਿੰਦੇ ਨੇ ਐਪਲੀਕੇਸ਼ਨ। ਇਹ ਹਰ ਸਾਲ ਇਹਨਾਂ ਦੇ ਫੰਡ ਤਾਂ ਰੀਨਿਊ ਹੁੰਦੇ ਰਹਿੰਦੇ ਆ? ਹਰ ਸਾਲ। ਠੀਕ ਆ। ਤੇ ਤੁਸੀਂ ਭਰ ਦਿੱਤੀਆਂ ਸਭ ਕੁਝ ਡਨ ਆ ਇਸ ਵਾਰ ਤਾਂ? NRCS ਵਾਲੀ ਇੱਕ ਰਹਿੰਦੀ ਆ, ਉਹਦੇ ਲਈ ਚੱਲ ਰਿਹਾ ਪ੍ਰੋਸੈਸ ਉਹਨਾਂ ਨਾਲ, ਹਨਾ। ਹੂੰ ਤੇ ਇੱਕ ਉਹਨਾਂ ਨਾਲ ਐਪਲੀਕੇਸ਼ਨ ਆਪਾਂ ਸਬਮਿਟ ਕਰ ਦਿੱਤੀ ਆ, ਤੇ ਇੱਕ ਆਪਣੀ ਪਿਛਲੀ ਵਾਰ ਦੀ ਐਕਟਿਵ ਆ ਉਹ ਕਲੋਜ਼ ਕਰਨੀ ਸੀ, ਉਹ ਹੁਣ ਕੱਲ ਨੂੰ ਕਲੋਜ਼ ਹੋ ਜੂਗੀ। ਠੀਕ ਹੈ, ਫਿਰ ਨਵੀਂ ਸਬਮਿਟ ਹੋਊਗੀ। ਠੀਕ ਹੈ, ਓਕੇ। ਤੇ ਉਹ 9 ਦਸੰਬਰ ਤੋਂ ਆਪਾਂ ਇਹ ਵੀਕ ਦੇ ਐਂਡ ਤੇ ਕੋਈ ਜ਼ਿਆਦਾ TDS ਪ੍ਰੋਡਕਟ ਨਹੀਂ, NRCS ਆਫਿਸ ਜਿਹੜਾ ਵੀ ਅਫਸਰ ਹੁੰਦਾ ਉਹ ਸਾਰਾ ਕੰਮ ਕਰ ਦਿੰਦਾ ਤੁਹਾਡਾ, ਮਦਦ ਕਰ ਦਿੰਦੇ? ਉਹ ਸਭ ਭਰਦੇ ਆਪ ਹੀ ਆ, ਸਾਰੀ ਭਰਾਉਂਦੇ ਤੁਹਾਡੇ ਨਾਲ ਬੈਠ ਕੇ ਵੀ ਤੁਸੀਂ ਇਨਫੋਰਮੇਸ਼ਨ ਦੱਸੀ ਜਾਓ, ਭਰੀ ਹੋ ਜਾਂਦੇ ਆ। ਕਿਉਂਕਿ ਉਹ ਫਿਰ ਨਹੀਂ ਤਾਂ ਭਾਰੀ ਨਹੀਂ ਹੁੰਦੀ, ਉਹਦੀ ਇਨਫੋਰਮੇਸ਼ਨ ਬਹੁਤ ਨਹੀਂ ਆਪਾਂ ਨੂੰ ਪਤਾ ਨਹੀਂ ਲੱਗਦਾ, ਹਨਾ। ਸੋ ਆਨਲਾਈਨ ਸਰਚ ਕਰਨਾ ਹੋਵੇ ਤਾਂ NRCS ਆਫਿਸ ਸਿਰਫ ਇਹੀ ਸਰਚ ਕਰਨਾ ਹੋਵੇ, ਜੇ ਕਿਸੇ ਨੇ ਜਾ ਕੇ ਮਿਲਣਾ ਹੈ ਕਿਸੇ? ਹਾਂਜੀ, ਆਪਦਾ ਲੋਕਲ NRCS ਆਫਿਸ ਮੈਂ ਆਪਣੇ ਫ੍ਰੈਜ਼ਨੋ ਹੈਗਾ, ਮਡੇਰੇ ਹੈਗਾ, ਹਰੇਕ ਕਾਉਂਟੀ 'ਚ ਹੈਗਾ। ਠੀਕ ਹੈ। ਤੇ ਇੱਕ ਜਿਹੜੀ ਆਪਣੀ ਪੰਜਾਬੀ ਕਮਿਊਨਿਟੀ ਨੂੰ ਰਿਕੁਐਸਟ ਆ ਵੀ ਆਪਾਂ ਹਿਸਟੋਰੀਕਲੀ ਅੰਡਰ ਸਰਵਡ 'ਚ ਆਉਂਦੇ ਆ। ਠੀਕ ਹੈ, ਉਹ ਫਿਰ ਬੈਨੀਫਿਟ ਜ਼ਿਆਦਾ ਮਿਲਦਾ? ਬੈਨੀਫਿਟ ਸਾਰੇ ਜ਼ਿਆਦਾ ਮਿਲਦੇ ਆ। ਠੀਕ ਹੈ, ਹਨਾ। ਤੇ ਐਤਕੀ ਹੁਣ ਜਿਵੇਂ $1600 ਦੇ ਰਹੇ ਆ ਏਕੜ ਦਾ, ਜਿਹੜਾ ਪਿਛਲੀ ਵਾਰ 1050 ਸੀ, ਜੇ ਇਰੀਗੇਸ਼ਨ ਅਪਡੇਟ ਕਰਾਉਣੀ ਆ ਤੁਸੀਂ। ਅੱਛਾ, ਜੇ ਡ੍ਰਿਪ ਲਾਉਣਾ ਕਰਤੇ, ਹਾਂ। ਤੇ ਪਰ ਇਹ ਯਾਦ ਰੱਖਣਾ ਵੀ ਹਮੇਸ਼ਾ ਆਪਾਂ ਉਹ ਤੇ ਕਲਿੱਕ ਕਰਨਾ ਹੀ ਕਰਨਾ, ਉਹ ਡਿਨਾਈ ਨਹੀਂ ਕਰ ਸਕਦੇ ਆਪਾਂ ਆਪਣੀ ਕਮਿਊਨਿਟੀ, ਹਿਸਟੋਰੀਕਲੀ ਅੰਡਰਸਰਵਡ ਤੇ। ਹਾਂਜੀ, ਆਪਣੀ ਕਮਿਊਨਿਟੀ ਨੂੰ। ਠੀਕ ਆ। ਤੇ ਇਹ ਕਰ ਦੇਣਾ, ਜੇ ਕੋਈ ਕਰਦਾ ਤਾਂ ਕੋਈ ਨਹੀਂ, ਤੁਸੀਂ ਦੁਬਾਰਾ ਫੋਨ ਕਰਕੇ ਪੁੱਛ ਸਕਦੇ ਆ, ਹਨਾ। ਤੇ ਆਪਾਂ ਉਹਦੀ ਵੀ ਅਸਿਸਟੈਂਸ ਪ੍ਰੋਵਾਈਡ ਕਰ ਸਕਦੇ ਹਾਂ, ਜਿਹੜੀ ਵੀ ਚੀਜ਼ ਚਾਹੀਦੀ ਹੈ ਇਹਨਾਂ ਨੂੰ। ਨੰਬਰ ਵੀ ਸ਼ੇਅਰ ਕਰ ਲਿਓ ਜੀ ਫਿਰ। ਹਾਂਜੀ, 5594516270, 559 452 6270, ਇਹ ਤੇ ਕਰ ਲਓ। ਜਾਂ ਜੀ ਤੁਸੀਂ info@pagusa.com ਤੇ ਈਮੇਲ ਕਰ ਦਿਓ, ਉਹਦੇ ਤੇ ਵੀ ਆਪਾਂ ਤੁਹਾਨੂੰ ਰਿਪਲਾਈ ਕਰ ਦੇਵਾਂਗੇ। ਠੀਕ ਹੈ। ਤੇ ਹੈਲਦੀ ਸੋਇਲ ਦੀ ਜਿਹੜੀ CDFA ਦੀਆਂ 2 ਗ੍ਰਾਂਟਸ ਨੇ ਜਿਹੜੀਆਂ ਐਕਟਿਵ ਹੋਣੀਆਂ ਨੇ ਜਨਵਰੀ 'ਚ, ਮੋਸਟ ਲਾਈਕਲੀ। ਹਜੇ ਕੋਈ ਉਹਨਾਂ ਦੀ ਡੇਟ ਦੱਸੀ ਨਹੀਂ ਉਹਨਾਂ ਨੇ, ਬਟ ਜਿਵੇਂ ਲੱਗ ਰਿਹਾ ਉਹਦਾ ਪ੍ਰੋਸੈਸ ਚੱਲ ਰਿਹਾ, ਉਹਨਾਂ ਦੇ ਪਾਇਲਟ ਪ੍ਰੋਗਰਾਮ ਸਾਰੇ ਕਨਫਰਮ ਹੋ ਗਿਆ, ਤੇ ਹੁਣ ਉਹ ਪਬਲਿਕ ਕਮੈਂਟਸ ਲੈ ਰਹੇ ਆ 16 ਦਸੰਬਰ ਤੱਕ। ਠੀਕ ਹੈ। ਤੇ ਜਦੋਂ ਉਹ ਕੰਪਲੀਟ ਹੋ ਗਿਆ ਆ ਤੇ ਉਦੋਂ ਬਾਅਦ 'ਚ ਫਿਰ ਉਹਨਾਂ ਨੇ ਓਪਨ ਹੀ ਕਰਨਾ ਉਹ ਪ੍ਰੋਗਰਾਮ, ਰਿਲੀਜ਼ ਕਰਨਾ, ਹਨਾ। ਤੇ ਉਹ ਮੈਨੇ ਐਕਸਪੈਕਟੇਸ਼ਨ ਇਹੀ ਹੈ ਵੀ ਜਨਵਰੀ 'ਚ, ਸਮ ਟਾਈਮ ਇਨ ਜਨਵਰੀ ਦੇ ਵਿਲ ਬੇਸਿਕਲੀ ਆਸਕ ਪੀਪਲ ਟੂ ਸਬਮਿਟ ਦ ਐਪਲੀਕੇਸ਼ਨਸ, ਹਨਾ। ਠੀਕ ਹੈ। ਉਹਦੇ 'ਚ 2 ਪ੍ਰੋਗਰਾਮ ਉਹਨਾਂ ਦੇ ਮੇਨਲੀ ਹੈਗੇ ਆ ਜਿਹੜੇ ਆਪਾਂ ਟਾਰਗੇਟ ਕਰ ਸਕਦੇ ਹਾਂ। ਇੱਕ ਤਾਂ ਸਵੀਪ ਆ, ਸਵੀਪ 'ਚ ਆ ਜਾਂਦਾ ਵੀ ਜਿੱਥੇ ਤੁਸੀਂ, ਜੇ ਤੁਹਾਡਾ ਇਰੀਗੇਸ਼ਨ ਸਿਸਟਮ ਨਹੀਂ ਹੈਗਾ ਐਫੀਸ਼ੀਐਂਟ, ਤਾਂ ਪਾਣੀ ਸੇਵ ਕਰਨਾ ਬੇਸਿਕਲੀ। ਉਹ 2 ਚੀਜ਼ਾਂ ਲਈ ਪੈਸੇ ਦਿੰਦੇ ਆ, ਇੱਕ ਤਾਂ ਇਹ ਤੁਸੀਂ ਸ਼ੋਅ ਕਰ ਸਕਦੇ ਹੋ ਵੀ ਅਸੀਂ ਪਾਣੀ ਦੀ ਸੇਵਿੰਗ ਕਰ ਰਹੇ ਹਾਂ, ਤੇ ਦੂਜੀ ਕਰ ਰਹੇ ਹਾਂ ਤੁਸੀਂ ਇਲੈਕਟ੍ਰਿਸਿਟੀ ਦੀ ਕਾਰਬਨ ਫੁੱਟਪ੍ਰਿੰਟ ਦੀ। ਠੀਕ ਹੈ, ਠੀਕ ਹੈ। ਤੇ ਜੇ ਤੁਸੀਂ ਕਰ ਸਕਦੇ ਆ ਤਾਂ ਫਿਰ ਇਹ 'ਚੋਂ $2 ਲੱਖ ਤੱਕ ਇੱਕ ਐਂਟੀਟੀ ਨੂੰ ਦੇ ਦਿੰਦੇ ਆ, ਇੱਕ ਬਲਾਕ ਨੂੰ। ਠੀਕ ਹੈ, ਠੀਕ ਹੈ ਜੀ। ਤੇ ਉਹਦੇ ਬਲਾਕ ਕੰਸਿਸਟ ਆਫ ਵੀ ਇੱਕ ਪੂਰਾ APN ਦੇ ਹਿਸਾਬ ਨਾਲ ਹੁੰਦਾ ਹੈ ਕਿ ਇੱਕ ਜਿਹੜਾ ਪੂਰਾ ਚੱਲ ਰਿਹਾ ਹੁੰਦਾ ਹੈ, ਪੂਰਾ ਉਹ ਪ੍ਰੋਜੈਕਟ ਕਹਿ ਲਓ, ਉਹਨਾਂ ਨੇ ਦੇਖਣਾ ਹੁੰਦਾ ਜਿਵੇਂ ਵੀ ਜੇ 40 ਏਕੜ 'ਚ ਇਰੀਗੇਸ਼ਨ ਸਿਸਟਮ ਚੱਲ ਰਿਹਾ ਤਾਂ ਇੱਕ ਫਿਰ ਐਂਟੀਟੀ ਹੋਊਗੀ। ਅੱਛਾ, ਇੱਕ ਮੰਨਿਆ। ਹੁਣ ਬਾਹਰ ਲਓ ਤੁਹਾਡੇ ਕੋਲ 80 ਏਕੜ ਨੇ, ਉੱਥੇ 2 ਆ, ਪਰ ਉਹ 40 ਏਕੜ ਦੇ 2 ਨੇ, ਇੱਕ ਉਹਦਾ ਅੱਡਾ ਸਾਰਾ ਇਰੀਗੇਸ਼ਨ ਸਿਸਟਮ, ਇਹਦਾ ਅੱਡਾ, ਫਿਰ ਤੁਸੀਂ 2 ਪਾ ਸਕਦੇ। ਠੀਕ ਹੈ ਜੀ। ਸੋ ਜਿਹੜਾ ਕੋਈ ਨਵਾਂ ਉਹਦਾ ਕਰ ਰਿਹਾ ਤਾਂ ਫਿਰ ਉਹਦੇ ਲਈ ਇਹ ਚੀਜ਼ ਕਾਈਂਡ ਆਫ ਬੈਨੀਫਿਟ ਆ ਵੀ ਉਹਨੂੰ 2 ਸਿਸਟਮ ਦੇ ਵਿੱਚ ਵੰਡ ਕੇ ਪਹਿਲਾਂ ਹੀ ਤਿਆਰ ਕਰੇ। ਪਰ ਉਹਦੇ ਲਈ ਫਿਰ ਬੋਰ-ਬਾਰ ਸਾਰਾ ਕੁਝ ਕਰਾਉਣਾ ਪਊਗਾ, ਉਹ ਤਾਂ ਪਹਿਲਾਂ ਹੀ ਹੋਇਆ ਹੋਊਗਾ ਨਾ, ਜਿਵੇਂ ਸਿਸਟਮ ਹੋਊਗਾ। ਠੀਕ ਹੈ। ਤੇ ਪਰ ਜੇ ਦੇਖਿਆ ਜਾਵੇ ਤੇ ਇਹਦੇ ਵਿੱਚ ਉਹ ਫਿਰ ਤੁਹਾਨੂੰ ਸੋਲਰ ਤਾਂ ਲਾਈ ਦਿੰਦੇ ਆ ਫ੍ਰੀ। ਅੱਛਾ, ਲਗਭਗ ਸਾਰਾ ਕਵਰ ਕਰ ਦਿੰਦੇ ਆ। ਤੇ 2 ਲੱਖ ਦੇ ਵਿੱਚ ਦੂਜਾ ਤੁਸੀਂ ਇਰੀਗੇਸ਼ਨ ਸਿਸਟਮ ਆਪਦਾ ਅਪਡੇਟ ਕਰ ਸਕਦੇ ਹੋ, ਜਿੰਨਾ ਵੀ ਕਰਨਾ ਚਾਹੁੰਦੇ ਹੋ। ਉਹਦੇ 'ਚ ਤੁਸੀਂ VFDs ਐਡ ਕਰ ਸਕਦੇ ਆ, ਹਨਾ, ਤੇ ਨਵਾਂ ਪੰਪ ਲਾ ਸਕਦੇ ਆ,
ਤੇ ਜੇ ਫਲੋ ਮੀਟਰ ਨਹੀਂ ਲੱਗੇ ਤਾਂ ਉਹ ਲਾ ਸਕਦੇ ਆ। ਇਹ ਜਿਹੀਆਂ ਚੀਜ਼ਾਂ ਈਜ਼ੀਲੀ ਜਸਟੀਫਾਈ ਹੋ ਜਾਂਦੀਆਂ ਨੇ ਪ੍ਰੋਜੈਕਟ। ਇਹ ਸਿਰਫ ਆਪਾਂ ਰਾਈਟ ਨਾਓ ਸੈਂਟਰ ਵੈਲੀ ਦੀ ਗੱਲ ਕਰ ਰਹੇ ਹਾਂ ਇਹ ਸਾਰੇ ਕਿਤੇ ਆ। ਇਹ ਪੂਰੇ ਕੈਲੀਫੋਰਨੀਆ ਕਿ ਪੂਰੇ ਅਮਰੀਕਾ ਦੇ ਵਿੱਚ ਹੈ? ਮੈਂ ਕੈਲੀਫੋਰਨੀਆ ਤਾਂ ਮੈਨੂੰ ਪਤਾ, ਬਟ ਹੋ ਸਕਦਾ ਸਾਰੇ ਅਮਰੀਕਾ 'ਚ ਹੀ ਹੋਣ, ਕਿਉਂਕਿ ਆਪਾਂ ਤਾਂ ਇਕੱਲੇ ਕੈਲੀਫੋਰਨੀਆ ਟਰੈਕ ਕਰਦੇ। ਠੀਕ ਹੈ। ਇਹ CDFA ਦੇ ਨਾਲ ਚੀਜ਼ਾਂ ਉੱਥੇ ਹੀ ਆ ਜਿੱਥੇ ਪਾਣੀ ਦੀ ਕਮੀ ਆ, ਤੇ ਉਹ ਆਪਣੇ ਕੋਲ ਹੀ ਆ। ਆਪਣੇ ਯਾਰ ਡਰਾਊਟ ਤਾਂ ਇੱਥੇ ਪੈ ਰਿਹਾ। CDFA ਦੇ ਨਾਲ ਇਹ CDFA ਦੇ ਪ੍ਰੋਗਰਾਮ, ਇਹ NRCS ਨਹੀਂ ਆ, 에ਅਰਬੋਰਡ ਨਹੀਂ ਆ, ਟੋਟਲੀ ਏਸੀ ਸਟੇਟ ਦਾ ਪ੍ਰੋਜੈਕਟ ਆ। ਠੀਕ ਹੈ, ਇਹਨਾਂ ਦਾ ਆਪਣਾ ਕੈਲੀਫੋਰਨੀਆ ਡਿਪਾਰਟਮੈਂਟ ਦਾ। ਹਾਂਜੀ, ਠੀਕ ਆ। CDFA ਦੇ ਅੰਦਰ ਤੇ ਇਹਦੇ ਲਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੂਡ ਐਂਡ ਐਗਰੀਕਲਚਰ। ਤੇ ਇਹਨਾਂ ਦੇ ਲਈ ਅਪਲਾਈ ਕਿੱਥੇ ਕਰਨਾ ਹੈ? ਜਾਂ ਤੁਸੀਂ ਕਿਹਾ ਵੀ ਅਜੇ ਇਹਨਾਂ ਨੇ ਪਬਲਿਕ ਕਮੈਂਟ ਲੈ ਰਹੇ ਆ? ਹਾਂ, ਓਪਨ ਨਹੀਂ ਕੀਤੇ। ਇਹ ਵੀ ਆਨਲਾਈਨ ਹੋ ਜਾਊਗਾ, ਤੇ ਜਾਂ ਤੁਸੀਂ ਇਹਨਾਂ ਨੂੰ ਫੋਨ ਕਰਕੇ ਤੁਸੀਂ ਉਹ ਬਾਈ ਮੇਲ ਵੀ ਭੇਜ ਸਕਦੇ ਜੀ, ਚਿੱਠੀ ਜਿਹੜਾ ਫਾਰਮ ਐਪਲੀਕੇਸ਼ਨ ਹੈ ਨਾ। ਤੇ ਇਹਦੇ ਲਈ ਐਲੀਜੀਬਿਲਟੀ ਦਾ ਕੋਈ ਹੋਰ ਕ੍ਰਾਈਟੇਰੀਆ ਵੀ ਹੈਗਾ? ਇਹਦਾ ਐਲੀਜੀਬਿਲਟੀ ਦਾ ਕੋਈ ਕ੍ਰਾਈਟੇਰੀਆ ਨਹੀਂ, ਐਜ਼ ਲੌਂਗ ਐਜ਼ ਤੁਸੀਂ ਸ਼ੋ ਕਰ ਸਕਦੇ ਵੀ ਅਸੀਂ ਤੁਹਾਡਾ ਕਮਰਸ਼ੀਅਲ ਰਨ। ਹਾਂ, ਐਗ ਬਿਜ਼ਨਸ ਆ ਤੁਹਾਡਾ। ਠੀਕ ਹੈ ਜੀ। ਤੇ ਜੇ ਤੁਸੀਂ ਪਾਣੀ ਤੇ ਬਿਜਲੀ ਸੇਵ ਕਰ ਸਕਦੇ ਕਿਸੇ ਤਰੀਕੇ ਨਾਲ, ਤਾਂ ਉਹ ਜਿਹੜੇ ਇਹਦੇ ਲਈ। ਸੋ ਦੇਖੋ, NRCS ਦੇ ਬਾਰੇ ਦੱਸਿਆ, 에ਅਰਬੋਰਡ ਦੀਆਂ ਟਰੈਕਟਰਾਂ ਨੂੰ ਲੈ ਕੇ ਆ, ਪੁਰਾਣੇ ਜਿਹੜੇ ਡੀਜ਼ਲ ਇੰਜਨ ਆ ਉਹਨਾਂ ਨੂੰ ਜੇ ਤੁਸੀਂ ਕੱਢ ਰਹੇ ਆ, ਬੰਦ ਕਰਨਾ ਚਾਹੁੰਦੇ ਉਹਦੀ ਥਾਂ ਦੇ ਉੱਤੇ, ਤੇ ਸਵੀਪ ਤੇ ਹੈਲਦੀ ਸੋਇਲ। ਹੈਲਦੀ ਸੋਇਲ ਦਾ ਵੀ ਇਹੀ ਹੈ ਜੀ, ਜੇ ਉਹਨਾਂ ਨੇ ਐਤਕੀ ਇਹਦੇ 'ਚ ਹੁੰਦਾ, ਜਿਵੇਂ ਤੁਹਾਨੂੰ ਉਹ ਮਨਿਓਰ ਦੇ ਪੈਸੇ ਦੇ ਦਿੰਦੇ ਆ, ਕੰਪੋਸਟ ਦੇ ਪੈਸੇ ਦੇ ਦਿੰਦੇ ਆ, ਜੇ ਕਿਸੇ ਨੇ ਕੋਈ ਸ਼ਰੈਡਿੰਗ ਕਰਨੀ ਆ, ਪੁਰਾਣੇ ਟਰੀ ਪਏ ਨੇ, ਉਹ ਕਹਿੰਦੇ ਵੀ ਅੱਗ ਨਾ ਲਾਓ, ਸ਼ਰੈਡ ਕਰਕੇ ਬਰਮਸ ਦੇ 'ਤੇ ਸਪਰੇਅ ਕਰ ਲਓ, ਇਹੋ ਜਿਹੀਆਂ ਚੀਜ਼ਾਂ ਦੇ ਉਹ ਹੈਲਥੀ ਸੋਇਲ 'ਚ ਵੀ ਪੈਸੇ ਦਿੰਦੇ ਆ। ਜਾਂ ਜਿਵੇਂ ਆਪਣੇ ਡਾਕਟਰ ਰਿਆੜ ਦੱਸ ਕੇ ਗਏ ਸੀ ਕਵਰਡ ਕ੍ਰੌਪ ਵਾਲਾ, ਉਹ ਸਾਰੇ ਉਹ ਹੈਲਥੀ ਸੋਇਲ ਦੇ ਪ੍ਰੋਜੈਕਟ ਹੈਗੇ ਨੇ। ਅੱਛਾ, ਠੀਕ ਹੈ ਜੀ। ਉਹਦੇ 'ਚ ਤੁਸੀਂ ਆਪ ਵੀ ਜੇ ਉਦਮ ਕਰਕੇ ਕੋਈ ਪ੍ਰੋਜੈਕਟ ਲੈਣਾ, ਤਾਂ ਉਹ $1.25 ਤੱਕ ਦੇ ਦਿੰਦੇ ਨੇ ਤੁਹਾਨੂੰ। ਤੁਸੀਂ ਉਹਨਾਂ ਨੂੰ ਸ਼ੋਅ ਕਰੋ ਵੀ ਅਸੀਂ ਆਹ ਪ੍ਰੋਜੈਕਟ ਕਰਨਾ। ਇਹ CDFA ਦੇ ਨਾਲ ਹੈ ਕਿ UC ਐਕਸਟੈਂਸ਼ਨ? ਇਹ ਸਾਰੇ CDFA ਦੇ ਪ੍ਰੋਜੈਕਟ, ਇਹ ਸਾਰੇ CDFA ਦੇ ਆ। ਠੀਕ ਆ, ਓਕੇ। ਤੇ ਉਹਦੇ 'ਚ ਤੁਹਾਨੂੰ ਸਾਰੇ ਪੈਸੇ ਮਿਲ ਜਾਂਦੇ ਨੇ। ਸੋ ਦੇਖੋ ਵੀ, ਚਲੋ ਨੰਬਰ ਇਹਨਾਂ ਨੇ ਦਿੱਤਾ ਹੈ, ਜੇ ਨਹੀਂ ਤੁਹਾਨੂੰ ਪਤਾ ਲੱਗ ਰਿਹਾ ਵੀ ਤੁਸੀਂ ਕਿਹੜੇ ਚੀਜ਼ ਦੇ ਅੰਡਰ ਆ ਸਕਦੇ ਆ, ਸਲਾਹ ਲੈਣੀ ਹੈ, ਗੱਲ ਕਰਨੀ ਆ, ਤਾਂ ਤੁਸੀਂ ਅਰਸ਼ਦੀਪ ਸਿੰਘ ਦੇ ਨਾਲ ਕੰਟੈਕਟ ਕਰ ਲਿਓ, ਜਾਂ ਇਹਨਾਂ ਨੂੰ info@pugusa.com ਦੇ ਉੱਤੇ ਈਮੇਲ ਵੀ ਜਿਹੜਾ ਤੁਸੀਂ ਕਰ ਸਕਦੇ ਆ, ਤਾਂ ਜੋ ਫਿਰ ਭਾਈ ਸਲਾਹ ਲੈ ਕੇ ਕੁਝ ਵਧੋ, ਬੈਨੀਫਿਟ ਮਿਲ ਰਹੇ ਆ। ਤੇ ਇਹ ਜਿਹੜਾ ਆ, ਚੇਤਾ ਨਾ ਭੁੱਲਿਓ, ਜਦੋਂ ਵੀ ਐਪਲੀਕੇਸ਼ਨ ਭਰ ਰਹੇ ਜਿੱਥੇ ਹਿਸਟੋਰੀਕਲੀ ਅੰਡਰਸਰਵਡ ਆ, ਕਲਿੱਕ ਜ਼ਰੂਰ ਕਰਨਾ ਹੈ। ਹਾਂ ਜੀ, ਹਾਂ। ਇਹ ਤੁਸੀਂ ਜਿਹੜੇ ਹੈਗੇ ਆ, ਆਪਣੇ ਜਿਹੜੀ ਪੰਜਾਬੀ ਕਮਿਊਨਿਟੀ ਆ ਖਾਸ ਕਰਕੇ ਇਸ ਦੇ ਅੰਡਰ ਆਉਂਦੀ ਆ, ਸੋ ਤੁਸੀਂ ਉਹਦੇ ਨਾਲ ਫਿਰ ਜ਼ਿਆਦਾ ਬੈਨੀਫਿਟ ਜਿਹੜੇ ਉਸ ਦੇ ਵਿੱਚ ਮਿਲ ਸਕਦੇ ਆ। ਤੇ ਥੈਂਕ ਯੂ ਅਰਸ਼ਦੀਪ ਸਿੰਘ, ਮਿਲਦੇ ਹਾਂ ਜੀ, ਫਿਰ ਗੱਲਬਾਤ ਕਰਦੇ ਹਾਂ ਫਿਰ ਅਗਲੀ ਵਾਰੀ। ਬੜੀ ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸੋ ਤੇ ਗੱਲਬਾਤ ਦਾ ਸਿਲਸਿਲਾ ਇੱਥੇ ਹੀ ਸਮਾਪਤ ਹੈ ਅਪਡੇਟ ਫਾਰਮਿੰਗ ਦੇ ਵਿੱਚ, ਤੇ ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਹੋਰ ਗੱਲਾਂ ਬਾਤਾਂ ਦੇ ਨਾਲ ਜੁੜਾਂਗੇ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।